ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਮਨਜੀਤ ਸਿੰਘ ਫਿਲਮਣ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਪ੍ਰੋਗਰਾਮ ਐਡਮਿੰਟਨ ਡੇ ਲੈ ਕੇ ਹਾਜ਼ਰ ਹਾਂ ਜੀ। ਦੋਸਤੋ, ਅਪ੍ਰੈਲ 19 2021 ਨੂੰ ਕੈਨੇਡਾ ਦੇ ਡਿਪਟੀ ਪ੍ਰਾਈਮ ਮਿਨਿਸਟਰ ਅਤੇ ਫੈਡਰਲ ਫਾਈਨਾਂਸ ਮਿਨਿਸਟਰ ਆਨਰੇਬਲ ਕ੍ਰਿਸਟੀਆ ਫਰੀਲੈਂਡ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ। ਇਸ ਬਜਟ ਉੱਪਰ ਚਰਚਾ ਕਰਨ ਦੇ ਲਈ ਸਾਡੇ ਨਾਲ ਅੱਜ ਜੁੜੇ ਹਨ ਸਰਦਾਰ ਸੁਖ ਧਾਲੀਵਾਲ, ਜਿਹੜੇ ਕਿ ਨਿਊਟਨ ਸਰੀ ਤੋਂ ਮੈਂਬਰ ਪਾਰਲੀਮੈਂਟ ਹਨ। ਨਾਲ ਦੇ ਨਾਲ ਇਹ ਸਟੈਂਡਿੰਗ ਕਮੇਟੀ ਔਨ ਇੰਟਰਨੈਸ਼ਨਲ ਟ੍ਰੇਡ ਅਤੇ ਸਟੈਂਡਿੰਗ ਕਮੇਟੀ ਔਨ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਦੇ ਮੈਂਬਰ ਵੀ ਹਨ। ਆਓ ਜੀ ਇਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ। ਸੁਖ ਧਾਲੀਵਾਲ ਸਾਹਿਬ, ਜੀ ਆਇਆਂ ਨੂੰ। ਭਾਜੀ, ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ। ਧੰਨਵਾਦ ਹੈ ਮਨਜੀਤ ਵੀਰ ਜੀ, ਮੇਰੇ ਵੱਲੋਂ ਤੁਹਾਨੂੰ ਔਰ ਟੀਵੀ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਧੰਨਵਾਦ ਹੈ, ਤੁਸੀਂ ਬਜਟ ਦੀਆਂ ਕੁਝ ਝਲਕੀਆਂ ਜਿਹੜੀਆਂ ਉਹਨੂੰ ਕਵਰ ਕਰਨ ਜਾ ਰਹੇ ਹੋ। ਬਿਲਕੁਲ ਭਾਜੀ, ਮੈਂ ਸਟਾਰਟਿੰਗ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਮਚ ਅਵੇਟਡ ਬਜਟ, ਕਿਉਂਕਿ 2019 ਦੇ ਵਿੱਚ ਲਾਸਟ ਬਜਟ ਜਿਹੜਾ ਹੈ ਫੈਡਰਲ, ਉਹ ਪੇਸ਼ ਕੀਤਾ ਗਿਆ ਸੀਗਾ ਔਰ ਉਸ ਤੋਂ ਬਾਅਦ ਐਵਰੀਬਡੀ ਨੋਸ ਕਿ ਪੈਂਡੈਮਿਕ ਦੀ ਹਾਲਾਤ ਸੀਗੇ, ਇਕਨੋਮਿਕ ਅਨਸਰਟਨਟੀ ਸੀ, ਜਿਸ ਕਰਕੇ ਬਜਟ ਜਿਹੜਾ ਵਾ ਪੇਸ਼ ਨਹੀਂ ਕੀਤਾ ਜਾ ਸਕਿਆ। ਸੋ ਧਾਲੀਵਾਲ ਸਾਹਿਬ, ਬਜਟ ਦੇ ਇਕੱਲੇ ਬਿੰਦੂ ਦੇ ਉੱਪਰ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਬਜਟ ਦੀ ਇੱਕ ਓਪਨਿੰਗ ਸਟੇਟਮੈਂਟ ਦੇ ਦਿਓ ਜੀ ਕਿ ਤੁਸੀਂ ਬਜਟ ਨੂੰ ਕਿਵੇਂ ਦੇਖਦੇ ਜੀ। ਦੇਖੋ, ਸਾਨੂੰ ਪਹਿਲਾਂ ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਕਿ ਜਿਹੜਾ ਇਹ ਪਹਿਲਾ ਬਜਟ ਹੈਗਾ, ਇਹ ਸਮਾਂ ਲੱਗ ਗਿਆ ਪੇਸ਼ ਕੀਤਾ ਹੈਗਾ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਔਰ ਸਾਡੇ ਡਿਪਟੀ ਪ੍ਰਧਾਨ ਮੰਤਰੀ ਵੀ ਨੇ। ਔਰ ਜਦੋਂ ਆਪਾਂ ਇਹ ਦੇਖਦੇ ਹੈਗੇ ਕਿ ਪਿਛਲਾ ਸਾਲ ਜਿਹੜਾ ਸੀਗਾ, ਉਹ ਸਾਡਾ ਫੋਕਸ ਜਿਹੜਾ ਸੀ ਸਿਰਫ ਤੇ ਸਿਰਫ ਇਹ ਗੱਲ ਹੀ ਲੱਗਿਆ ਸੀ ਵੀ ਅਸੀਂ ਜਿਹੜੇ ਲੋਕ ਨੇ ਉਹਨਾਂ ਦੀ ਸਿਹਤ ਜਿਹੜੀ ਆ ਉਸ ਨੂੰ ਸਿਹਤਮੰਦ ਕਿਸ ਤਰੀਕੇ ਨਾਲ ਰੱਖਣਾ। ਔਰ ਉਸ ਤੋਂ ਬਾਅਦ ਸੀਗਾ ਕਿ ਵੈਕਸੀਨ ਜਿਹੜੀ ਹੈ ਲੋਕਾਂ ਤਾਈਂ ਕਿਸ ਤਰੀਕੇ ਨਾਲ ਮੁਹੱਈਆ ਕਰਨੀ ਹੈਗੀ ਆ। ਹੁਣ ਜਿਹੜਾ ਸੀਗਾ, ਹੁਣ ਸਾਡਾ ਫੋਕਸ ਹੈਗਾ ਕਿ ਅਸੀਂ ਜਿਹੜੀ ਇਕਨੋਮਿਕ ਰਿਕਵਰੀ ਹੈਗੀ ਆ ਉਸ ਤੇ ਕਿਸ ਤਰੀਕੇ ਨਾਲ ਕੰਮ ਕਰਨਾ। ਸੋ ਉਸ ਨੂੰ ਮੱਦੇਨਜ਼ਰ ਰੱਖਦਿਆਂ ਪਿਛਲਾ ਜਿਹੜਾ ਸੀਗਾ ਬਜਟ ਉਦੋਂ ਪੇਸ਼ ਨਹੀਂ ਹੋ ਸਕਿਆ। ਹੁਣ ਜਿਹੜਾ ਬਜਟ ਆ ਅਸੀਂ ਉਹ ਲੈ ਕੇ ਆਏ ਆ। ਔਰ ਜਦੋਂ ਇਸ ਬਜਟ ਦੀ ਗੱਲ ਕਰਦੇ ਹੈਗੇ ਆ, ਇਹਦੇ ਵਿੱਚ ਜਿਹੜਾ ਪ੍ਰਾਇਰ ਟੂ ਬਜਟ ਵੀ ਜੇ ਦੇਖਿਆ ਜਾਵੇ ਤਾਂ ਕ੍ਰਿਸਟੀਆ ਫਰੀਲੈਂਡ ਇੱਕ ਐਸੇ ਫਾਈਨੈਂਸ ਮਿਨਿਸਟਰ ਹੋਏ ਆ, ਚਾਹੇ ਅਸੀਂ ਇਸ ਕੋਵਿਡ-19 ਦੀ ਦਸ਼ਾ ਚੋਂ ਨਿਕਲ ਰਹੇ ਸੀ, ਪਰ ਉਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੀਗੀਆਂ ਉਹ ਆਨਲਾਈਨ ਜਿਹੜੀਆਂ ਕਹਿ ਲਓ ਵਰਚੁਅਲ ਕਨਵਰਸੇਸ਼ਨਸ ਕੀਤੀਆਂ ਇਨਪੁਟ ਲਈ ਲੋਕਾਂ ਦੀ। ਔਰ ਉਸ ਨੂੰ ਮੱਦੇਨਜ਼ਰ ਰੱਖਦੇ ਜਦੋਂ ਅੱਜ ਇਸ ਬਜਟ ਦੀ ਗੱਲ ਕਰਦੇ ਆ ਤਾਂ ਇਹ ਬਜਟ ਜਿਹੜਾ ਹੈਗਾ ਇਹ ਲੋਕਾਂ ਦਾ ਬਜਟ ਹੈਗਾ। ਜਿਹੜੇ ਲੋਕ ਜਿਹੜਾ ਇਸ ਬਜਟ ਨੂੰ ਜਿਸ ਤਰੀਕੇ ਨਾਲ ਚਾਹੁੰਦੇ ਸੀ ਉਹ ਹੈਗਾ। ਜਿਹੜਾ ਬਜਟ ਜਿੱਥੇ 101 ਬਿਲੀਅਨ ਡਾਲਰ ਦੇ ਕਰੀਬ ਜਿਹੜੀਆਂ ਨੇ ਉਹ ਇਨਵੈਸਟਮੈਂਟਸ ਇਹਦੇ ਵਿੱਚ ਹੈਗੀਆਂ ਨੇ, ਜਿਹੜੀ ਇਕਨੋਮਿਕ ਅਪਰਚੂਨਿਟੀਜ਼ ਕ੍ਰੀਏਟ ਕਰੂਗਾ। ਪਰ ਉਹਦੇ ਨਾਲ ਜਦੋਂ ਸੋਸ਼ਲ ਜਸਟਿਸ ਇਸ਼ੂਜ਼ ਦੀ ਗੱਲ ਆਉਂਦੀ ਹੈਗੀ ਆ ਤਾਂ ਕੈਨੇਡਾ ਚਾਈਲਡ ਬੈਨੀਫਿਟ ਵਰਗੇ ਬੈਨੀਫਿਟਸ ਦੀ ਗੱਲ ਕਰ ਲਓ, ਓਲਡ ਏਜ ਜਿਹੜੇ ਹੈਗੇ ਸੀਨੀਅਰਸ ਉਹਨਾਂ ਦੇ ਵਾਧੇ ਦੀ ਗੱਲ ਕਰ ਲਓ, ਉਸ ਤੋਂ ਬਾਅਦ ਇਨਫਰਾਸਟਰਕਚਰ ਇਨਵੈਸਟਮੈਂਟਸ ਦੀ ਗੱਲ ਕਰ ਲਓ। ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਇਹ ਜਿਹੜਾ ਬਜਟ ਹੈਗਾ ਇਹ ਲੋਕਾਂ ਦਾ ਬਜਟ ਹੈ, ਜੋ ਲੋਕਾਂ ਨੇ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਸਾਡੇ ਫਾਈਨੈਂਸ ਮਿਨਿਸਟਰ ਨੇ ਉਹਨਾਂ ਨੂੰ ਆਪਣੀ ਇਨਪੁਟ ਜਿਹੜੀ ਸੀਗੀ ਉਹ ਪ੍ਰੋਵਾਈਡ ਕੀਤੀ ਸੀ। ਧਾਲੀਵਾਲ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਡਿਪਟੀ ਪ੍ਰਾਈਮ ਮਿਨਿਸਟਰ ਐਂਡ ਜਿਹੜੇ ਸਾਡੇ ਫਾਈਨਾਂਸ ਮਿਨਿਸਟਰ ਨੇ ਕ੍ਰਿਸਟੀਆ ਫਰੀਲੈਂਡ, ਬਹੁਤ ਉਹਨਾਂ ਨੇ ਮਿਹਨਤ ਕੀਤੀ ਆ ਔਰ ਉਹਨਾਂ ਦੀ ਮਿਹਨਤ ਜਿਹੜੀ ਆ ਰੰਗ ਲਿਆਈ ਆ ਜੀ। ਇੱਕ ਬਹੁਤ ਵੱਡਾ ਡਾਕੂਮੈਂਟ 739 ਪੇਜਾਂ ਦਾ ਪੇਸ਼ ਕੀਤਾ ਗਿਆ ਔਰ ਮੈਨੂੰ ਲੱਗਦਾ ਵੀ ਆਪੋਜੀਸ਼ਨ ਪਾਰਟੀ ਦੇ ਜਿਹੜੇ ਲੀਡਰ ਸੀਗੇ ਉਹਨਾਂ ਨੇ ਵੀ ਇਸ ਗੱਲ ਦੀ ਸਰਾਹਨਾ ਕੀਤੀ ਕਿ ਬੀਇੰਗ ਏ ਫਸਟ ਫਾਈਨਾਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਨੇ ਜਿਵੇਂ ਲੀਡਰਸ਼ਿਪ ਕੁਆਲਿਟੀਜ਼ ਦਿਖਾਈਆਂ ਨੇ ਔਰ ਜਿਸ ਤਰੀਕੇ ਨਾਲ ਬਜਟ ਤਿਆਰ ਕੀਤਾ ਵਾ ਉਹ ਕਾਬਿਲ ਤਾਰੀਫ ਹੈ ਜੀ। ਬਿਲਕੁਲ ਸਹੀ ਹੈ। ਦੇਖੋ ਜੀ, ਇੱਕ ਇਹ ਚੀਜ਼ ਵੀ ਪ੍ਰੂਵ ਕਰਦੀ ਹੈ ਵੀ ਜਦੋਂ ਅਸੀਂ ਵਿਮਨ ਇੰਪਾਵਰਮੈਂਟ ਦੀ ਗੱਲ ਕਰਦੇ ਹੈਗੇ ਆ ਤਾਂ ਜਦੋਂ ਕ੍ਰਿਸਟੀਆ ਫਰੀਲੈਂਡ ਵਰਗੇ ਜਿਹੜੀ ਔਰਤਾਂ ਜਦੋਂ ਲੀਡਰਸ਼ਿਪ ਦਿਖਾਉਂਦੀਆਂ ਹੈਗੀਆਂ ਨੇ ਔਰ ਉਸ ਦੀ ਸਲਾਹਨਾ ਵੀ ਹੁੰਦੀ ਹੈਗੀ ਆ ਤਾਂ ਇਹਦੇ ਨਾਲ ਜਿਹੜੀ ਆ ਸਾਡੀ ਬੱਚੀਆਂ ਨੂੰ ਬਹੁਤ ਵੱਡੀ ਇਨਕਰੇਜਮੈਂਟ ਮਿਲਦੀ ਆ ਕਿ ਉਹ ਆਪੋ ਆਪਣੇ ਖੇਤਰ ਦੇ ਵਿੱਚ ਜਦੋਂ ਜਾਂਦੀਆਂ ਨੇ ਤਾਂ ਇੰਸਪੀਰੇਸ਼ਨ ਮਿਲਦੀ ਹੈਗੀ ਆ ਤਾਂ ਉਹ ਜ਼ਿਆਦਾ ਤਰੱਕੀ ਕਰ ਸਕਦੀਆਂ। ਸੋ ਇਹ ਮਾਣ ਆ, ਇਹ ਪਹਿਲੀ ਸਾਡੀ ਜਿਹੜੀ ਆ ਮਹਿਲਾ ਫਾਈਨੈਂਸ ਮਿਨਿਸਟਰ ਹੋਣ ਦੇ ਕਰਕੇ ਔਰ ਜੋ ਉਹਨਾਂ ਨੇ ਇੱਕ ਵਧੀਆ ਢੰਗ ਦੇ ਨਾਲ ਇੱਕ ਔਖੇ ਹਾਲਾਤਾਂ ਦੇ ਵਿੱਚ ਜਿਹੜਾ ਹੈਗਾ ਉਹ ਬਜਟ ਜਿਹੜਾ ਉਹ ਪੇਸ਼ ਕੀਤਾ। ਤੇ ਆਸ ਆ ਕਿ ਇਹ ਬਜਟ ਜੇ ਪਾਸ ਹੋ ਜਾਂਦਾ ਤਾਂ ਇਹਦੇ ਵਿੱਚ ਜਿਹੜੀ ਆ ਹੋਰ ਵੀ ਖੁਸ਼ੀ ਹੋਏਗੀ ਔਰ ਹੋਰ ਵੀ ਜਿਹੜੀ ਹੈਗੀ ਆ ਉਹ ਰਾਹਤ ਜਿਹੜੀ ਆ ਲੋਕਾਂ ਨੂੰ ਵੀ ਮਿਲੇਗੀ ਔਰ ਖਾਸ ਕਰਕੇ ਜਿਹੜੀ ਹੈਗੀ ਆ ਇੱਕ
ਗੱਲ ਕਰਾਂਗੇ, ਇਹਨਾਂ ਦਾ ਇੱਕ ਹੋਰ ਸਿੱਕਾ ਜਿਹੜਾ ਹੈਗਾ ਉਹ ਆਪਣਾ ਜਮਾ ਸਕਣਗੇ। ਪਿੱਛੇ ਇਹਨਾਂ ਦੀ ਜਦੋਂ ਦੇਖਦੇ ਹਾਂ ਕ੍ਰਿਸਟੀਆ ਫਰੀਲੈਂਡ, ਉਹਨਾਂ ਦੀ ਬੜੀ ਵਧੀਆ ਕਾਰਜਕਾਰੀ ਰਹੀ ਹੈ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਸੀਗੇ, ਉਹਨਾਂ ਨਾਲ ਡੀਲ ਕਰਨਾ ਕੋਈ ਸੌਖਾ ਨਹੀਂ ਸੀ। ਬਿਲਕੁਲ ਜੀ, ਤੁਸੀਂ ਇਹੀ ਨਾਫਤਾ ਦੀ ਗੱਲ ਕਰ ਰਹੇ ਜੀ। ਜੀ ਜੀ। ਹਾਂ, ਬਿਲਕੁਲ। ਜਦੋਂ ਉਹ ਗੱਲ ਚੱਲਦੀ ਸੀਗੀ, ਔਰ ਚਾਹੇ ਉਹ ਜਦੋਂ ਸੈਂਕਸ਼ਨਜ਼ ਲਾਉਂਦੇ ਸੀਗੇ ਸਟੀਲ ਤੇ ਐਲੂਮੀਨੀਅਮ ਤੇ, ਤਾਂ ਉਹਨਾਂ ਨੂੰ 30 ਦਿਨਾਂ ਬਾਅਦ ਵਾਪਸ ਲੈਣੀਆਂ ਪੈਂਦੀਆਂ ਸੀ। ਉਹ ਇਹੀ ਸੀ ਕਿ ਇਹ ਜਿਹੜੇ ਸੀਗੀ ਇੱਕ ਸਾਡੀ ਮਹਿਲਾ ਮਿਨਿਸਟਰ ਉਸ ਵੇਲੇ ਰਿਸਪੋਂਸੀਬਲ ਸੀਗੇ, ਉਹਨਾਂ ਨੇ ਜਿਹੜਾ ਸੀ ਆਪਣਾ ਵਜੂਦ ਉੱਥੇ ਬਣਾ ਕੇ ਸਿੱਕਾ ਕਾਇਮ ਰੱਖਿਆ ਔਰ ਉੱਥੇ ਕਾਮਯਾਬ ਰਹੇ। ਅੱਜ ਜਦੋਂ ਇੰਟਰਨਲੀ ਸਾਨੂੰ ਲੋੜ ਸੀਗੀ ਇਹੋ ਜਿਹੇ ਫਾਈਨੈਂਸ ਮਿਨਿਸਟਰ ਦੀ, ਉੱਥੇ ਵੀ ਕਾਮਯਾਬੀ ਜਿਹੜੀ ਆ ਉਹ ਅੱਗੇ ਸਾਹਮਣੇ ਨਜ਼ਰ ਆ ਰਹੀ ਆ। ਜੀ, ਧਾਲੀਵਾਲ ਸਾਹਿਬ, ਨੋ ਡਾਊਟ ਪਿਛਲੇ ਲਗਭਗ 14 ਮਹੀਨਿਆਂ ਤੋਂ ਸਾਰੀ ਦੁਨੀਆ ਹੀ ਕੋਵਿਡ ਦੇ ਮੰਦੇ ਹਾਲਾਤਾਂ ਦੇ ਵਿੱਚੋਂ ਲੰਘ ਰਹੀ ਹੈ, ਪੈਂਡੈਮਿਕ ਦੇ ਹਾਲਾਤਾਂ ਦੇ ਵਿੱਚੋਂ। ਔਰ ਜਿਸ ਤਰੀਕੇ ਦੇ ਨਾਲ ਜੀ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਦੀ ਅਗਵਾਈ ਦੇ ਵਿੱਚ ਲਿਬਰਲ ਸਰਕਾਰ ਨੇ ਕੱਲੇ ਕੈਨੇਡੀਅਨ, ਭਾਵੇਂ ਉਹ ਸਟੂਡੈਂਟ ਹੋਣ, ਚਾਹੇ ਉਹ ਇੰਪਲੋਈਜ਼ ਆ, ਇੰਪਲੋਇਰਸ ਆ, ਸਮਾਲ ਬਿਜ਼ਨਸ ਆ, ਮੀਡੀਅਮ ਬਿਜ਼ਨੈਸਿਸ ਨੇ, ਸੀਨੀਅਰਸ ਨੇ, ਸਾਰਿਆਂ ਦੇ ਲਈ ਹਰ ਤਰੀਕੇ ਨਾਲ ਫਾਈਨੈਂਸ਼ੀਅਲੀ ਹੈਲਪ ਜਿਹੜੀ ਆ ਉਹ ਕੀਤੀ ਆ। ਔਰ ਇਹਦੀ ਜਿਹੜੀ ਤਾਰੀਫ ਆ ਜੀ ਦੁਨੀਆ ਦੇ ਹਰ ਕੋਨੇ ਦੇ ਵਿੱਚ ਹੋ ਰਹੀ ਆ, ਔਰ ਇਹਦੀ ਦੁਨੀਆ ਦੇ ਵਿੱਚ ਮਿਸਾਲ ਵੀ ਕੋਈ ਨਹੀਂ। ਧਾਲੀਵਾਲ ਤੁਸੀਂ ਸਾਹਿਬ। ਬਿਲਕੁਲ ਸਹੀ ਕਿਹਾ। ਹਾਂਜੀ ਦੇਖੋ, ਹਾਂਜੀ। ਜਦੋਂ ਆਪਾਂ ਗੱਲ ਕਰਦੇ ਹਾਂ, ਹੈ ਵੀ ਇਹ ਸੀ, ਕਿਉਂਕਿ ਦੇਖੋ ਪਿਛਲੇ ਸਮੇਂ ਦੇ ਵਿੱਚ ਜੇ ਦੇਖਿਆ ਜਾਵੇ, ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਔਰ ਲਿਬਰਲ ਗਵਰਨਮੈਂਟ ਨੇ, ਸਾਡੇ ਐਮਪੀਜ਼ ਨੇ, ਕੋਈ ਵੀ ਜਿਹੜਾ ਸੀ ਪਾਰਟੀਜਨ ਤੋਂ ਉੱਚਾ ਉੱਠ ਕੇ ਨਾ, ਆਪਣੇ ਪਰਸਨਲ ਮਨੋਰ ਤੋਂ ਉੱਚਾ ਉੱਠ ਕੇ, ਚਾਹੇ ਉਹ ਸੂਬਿਆਂ ਦੇ ਨਾਲ ਸੰਬੰਧ ਪੈਦਾ ਕਰਨ ਦੀ ਗੱਲ ਕਰ ਲਓ, ਚਾਹੇ ਤੁਸੀਂ ਲੋਕਲ ਮੇਅਰਸ ਦੇ ਨਾਲ ਸੰਬੰਧ ਪੈਦਾ ਕਰਨ ਦੀ ਗੱਲ ਕਰ ਲਓ, ਚਾਹੇ ਉਹ ਆਪੋਜੀਸ਼ਨ ਪਾਰਟੀਜ਼ ਦੇ ਨਾਲ ਰਲ ਕੇ ਕੰਮ ਕਰਨ ਦੀ ਗੱਲ ਕਰ ਲਓ, ਤਾਂ ਕੈਨੇਡੀਅਨ ਦੀ ਸਿਹਤ ਦੀ ਬਿਹਤਰੀ ਦੇ ਲਈ ਔਰ ਕੈਨੇਡੀਅਨ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਦੇ ਲਈ, ਇਕਨੋਮਿਕ ਪ੍ਰੋਸਪੈਰਿਟੀ ਲਈ ਪ੍ਰਧਾਨ ਮੰਤਰੀ ਉਹਨਾਂ ਨੇ ਇੱਕ ਬੜੀ ਵੱਡੀ ਖੁੱਲ੍ਹਦਿਲੀ ਜਿਹੜੀ ਆ ਉਹ ਦਿਖਾਈ ਹੈਗੀ ਆ। ਬਿਲਕੁਲ। ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਕੱਲੇ ਬਜਟ ਦੇ ਬਿੰਦੂ ਦੇ ਉੱਪਰ। ਤੇ ਧਾਲੀਵਾਲ ਸਾਹਿਬ, ਜਿਵੇਂ ਆਪਾਂ ਗੱਲ ਕੀਤੀ ਕਿ ਜਿਹੜਾ ਇਹ ਬਜਟ ਆ, ਇਹਦੇ ਵਿੱਚ ਲਗਭਗ 101 ਬਿਲੀਅਨ ਡਾਲਰ ਜਿਹੜਾ ਹੈ ਉਹ ਖਰਚ ਕੀਤਾ ਜਾਣਾ ਵਾ ਇਕਨੋਮੀ ਨੂੰ ਸਟਿਮੂਲਸ ਕਰਨ ਦੇ ਲਈ। ਜਿਹੜੇ ਮਾਹਰ ਨੇ ਔਰ ਖਾਸ ਕਰਕੇ ਅਪੋਜੀਸ਼ਨ ਪਾਰਟੀ ਦੇ ਲੀਡਰ ਨੇ, ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਜਿਹੜਾ ਬਜਟ ਆ ਇਹ ਪੈਂਡੈਮਿਕ ਫੋਕਸ ਬਜਟ ਹੋਣਾ ਚਾਹੀਦਾ ਸੀ, ਪਰ ਐਵੇਂ ਲੱਗਦਾ ਕਿ ਇਹ ਜਿਹੜਾ ਬਜਟ ਆ ਇਹ ਇਲੈਕਸ਼ਨ ਬਜਟ ਆ। ਹਰ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਟੈਂਪਰੇਰੀ ਅਰੇਂਜਮੈਂਟ ਜਿਹੜੇ ਆ ਉਹ ਕੀਤੇ ਗਏ ਨੇ। ਕੋਈ ਕੰਕਰੀਟ ਜਿਹੜਾ ਇੱਕ ਰੋਡ ਮੈਪ ਆ ਇਕਨੋਮਿਕ ਰਿਕਵਰੀ ਦਾ, ਸਪੈਸ਼ਲੀ ਆਫਟਰ ਪੈਂਡੈਮਿਕ, ਉਹ ਨਜ਼ਰ ਨਹੀਂ ਆਉਂਦਾ। ਕੀ ਕਹਿਣਾ ਚਾਹੋਗੇ? ਇਹ ਬਿਲਕੁਲ ਦੇਖੋ, ਉਹਨਾਂ ਦੀ ਜਿਹੜੀ ਸਟੇਟਮੈਂਟ ਹੈਗੀ ਆ, ਜਿਹੜੇ ਸਤਿਕਾਰਯੋਗ ਆਪੋਜੀਸ਼ਨ ਦੇ ਲੀਡਰ ਮਿਸਟਰ ਓਟੂਲ ਨੇ, ਇਹ ਜੀ ਇੱਕ ਫਾਲਸ ਸਟੇਟਮੈਂਟ ਹੈਗੀ ਆ। ਜਦੋਂ ਆਪਾਂ ਇਸ ਬਜਟ ਦੀ ਗੱਲ ਕਰਦੇ, ਤੁਸੀਂ ਗੱਲ ਕੀਤੀ ਆ 101.4 ਬਿਲੀਅਨ ਡਾਲਰ ਜਿਹੜੇ ਨੇ ਉਹ ਇਨਵੈਸਟਮੈਂਟਸ ਜਿਹੜੀ ਕਰਨੀ ਹੈਗੀ ਆ ਆਉਣ ਵਾਲੇ 3 ਸਾਲਾਂ ਦੇ ਵਿੱਚ, ਉਹਦੇ ਜੀ ਨਾਲ ਕੀ ਹੋਣਾ, ਇਹਨੇ ਜਿਹੜੀ ਆ ਇਕਨੋਮਿਕ ਰਿਕਵਰੀ ਆ ਉਹਨੂੰ ਇਹਨਾਂ ਨੇ ਫਿਊਲ ਕਰਨਾ ਹੈਗਾ। ਔਰ ਨਾਲ ਹੀ ਜਿਹੜਾ ਹੈਗਾ, ਸਾਡਾ ਜਿਹੜਾ ਟੀਚਾ ਹੈਗਾ ਤਕਰੀਬਨ 1 ਮਿਲੀਅਨ ਜਿਹੜੀਆਂ ਜੌਬਸ ਐਂਡ ਆਫ 2021 ਕ੍ਰੀਏਟ ਕਰਨੀਆਂ ਹੈਗੀਆਂ, ਉਹ ਵੀ ਅਸੀਂ ਜਿਹੜਾ ਉਹ ਮਿਥਿਆ ਹੈਗਾ। ਇਹ ਜਿਹੜੀਆਂ ਮੇਜਰਸ ਇਹਦੇ ਵਿੱਚ ਲਈਆਂ ਗਈਆਂ ਨੇ, ਉਹਦੇ ਵਿੱਚ ਤਕਰੀਬਨ 5 ਲੱਖ ਦੇ ਕਰੀਬ ਜਿਹੜੀਆਂ ਹੈਗੀਆਂ ਨੇ ਉਹ ਟ੍ਰੇਨਿੰਗ ਤੇ ਵਰਕ ਜਿਹੜੀਆਂ ਅਪਰਚੂਨਿਟੀਜ਼ ਪ੍ਰੋਵਾਈਡ ਕੀਤੀਆਂ ਗਈਆਂ ਨੇ। ਔਰ ਉਹਦੇ ਵਿੱਚੋਂ 2,15,000 ਜਿਹੜੇ ਹਾਂਜੀ ਸਾਡੇ ਯੂਥ ਆ, ਯੰਗ ਪੀਪਲ ਨੇ, ਨੌਜਵਾਨ ਵਰਗ ਆ, ਉਹਨਾਂ ਲਈ ਇਹ ਜਿਹੜੀਆਂ ਜੌਬਸ ਨੇ ਉਹ ਕ੍ਰੀਏਟ ਕੀਤੀਆਂ ਗਈਆਂ ਹੈਗੀਆਂ ਨੇ। ਆਉਣ ਵਾਲੇ 3 ਸਾਲਾਂ ਦੇ ਵਿੱਚ ਜਦੋਂ ਆਪਾਂ ਦੇਖਦੇ ਹੈਗੇ ਆ, ਜਦੋਂ ਇਹ 101.4 ਬਿਲੀਅਨ ਡਾਲਰ ਕਮਿਊਨਿਟੀਜ਼ ਦੇ ਵਿੱਚ ਇਨਵੈਸਟ ਹੋਣਗੇ, ਉਹਦੇ ਨਾਲ ਜਿਹੜਾ ਹੈਗਾ ਉਹ ਅੱਗੇ ਵਧਣਗੇ। ਇਕੱਲਾ ਇਹੀ ਨਹੀਂ, ਜਦੋਂ ਆਪਾਂ ਅੱਜ ਬਿਜ਼ਨਸ ਦੀ ਗੱਲ ਕਰਦੇ ਹੈਗੇ ਆ, ਜਾਂ ਇਨਕਮ ਸਪੋਰਟ ਪ੍ਰੋਗਰਾਮਸ ਦੀ ਗੱਲ ਕਰਦੇ ਆ ਕੈਨੇਡੀਅਨ ਦੇ ਲਈ, ਉਹ ਵੀ ਜਿਹੜਾ ਵਾ ਇਹਦੇ ਵਿੱਚ ਜਿਸ ਤਰ੍ਹਾਂ ਬੇਸ ਸਬਸਿਡੀ ਨੂੰ ਵਾਧਾ ਦੇ ਦਿੱਤਾ ਫਾਲ ਤੱਕ, ਇਹ ਸਾਰੇ ਹੀ ਪ੍ਰੋਗਰਾਮ ਜਿਹੜੇ ਨੇ ਉਹ ਇਸ ਕਰਕੇ ਲਿਆਂਦੇ ਗਏ ਕਿ ਇਹ ਜਿਹੜੇ ਨੇ ਇਹ ਇਕੱਲਾ ਇਲੈਕਸ਼ਨ ਪਲੇਟਫਾਰਮ ਨਹੀਂ, ਇਨਫੈਕਟ ਜਿਹੜਾ ਇਹ ਲੋਕਾਂ ਦੀ ਸਹਾਇਤਾ ਕਰਨਾ। ਮੈਨੂੰ ਨਹੀਂ ਲੱਗਦਾ ਕਿ ਹਜੇ ਜਿਹੜੇ ਮਿਸਟਰ ਓਟੂਲ ਨੇ ਉਹਨਾਂ ਨੇ ਬਜਟ ਡਾਕੂਮੈਂਟ ਜਿਹੜਾ ਹਜੇ ਉਹਨੂੰ ਪੜ੍ਹਿਆ ਹੈ। ਮੈਨੂੰ ਲੱਗਦਾ ਜੀ, ਕਿਉਂਕਿ ਡਾਕੂਮੈਂਟ ਕਾਫੀ ਵੱਡਾ ਵਾ, ਵਿਸ਼ਾਲ ਆ, ਔਰ ਨੈਚੁਰਲੀ ਪੜ੍ਹਨ ਲੱਗਿਆ ਜਿਹੜੇ ਮਾਹਰ ਨੇ, ਆਪੋਜੀਸ਼ਨ ਪਾਰਟੀ ਦੇ ਲੀਡਰ ਨੇ, ਉਹਨਾਂ ਨੂੰ ਸਮਾਂ ਵੀ ਲੱਗੇਗਾ, ਵਿਚਾਰ ਚਰਚਾ ਵੀ ਹੋਵੇਗੀ। ਇੱਕ ਹੋਰ ਪਹਿਲੂ ਦੇ ਉੱਪਰ ਗੱਲ ਕਰ ਲੈਂਦੇ ਆ ਜੀ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਚਾਈਲਡ ਕੇਅਰ ਜਿਹੜਾ ਇੱਕ ਪ੍ਰੋਗਰਾਮ ਹੈਗਾ ਵਾ, ਉਸ ਦੇ ਵਿੱਚ ਇੱਕ ਸੈਂਟਰ ਪੀਸ ਡਿਵੈਲਪਮੈਂਟ ਜਿਹੜੀ ਆ ਉਹ ਮੈਂਸ਼ਨ ਕੀਤੀ ਗਈ ਆ ਕਿ 30 ਬਿਲੀਅਨ ਡਾਲਰਸ ਅਗਲੇ 5 ਸਾਲਾਂ ਦੇ ਵਿੱਚ ਖਰਚ ਕੀਤੇ ਜਾਣਗੇ, ਜਿਸ ਨਾਲ ਇੱਕ $10 ਅ ਡੇ ਚਾਈਲਡ ਕੇਅਰ ਸਿਸਟਮ ਜਿਹੜਾ ਵਾ ਉਹ ਕ੍ਰੀਏਟ ਕੀਤਾ ਜਾ ਸਕੇ। ਇੱਥੇ ਮੈਂ ਤੁਹਾਡੇ ਨਾਲ ਥੋੜੇ ਜਿਹੇ ਡਾਟਾ ਸ਼ੇਅਰ ਕਰ ਲੈਣਾ ਜੀ।
ਕਿ ਅਗਰ ਗੱਲ ਕੀਤੀ ਜਾਵੇ ਜੀ ਓਨਟਾਰੀਓ ਦੇ ਵਿੱਚ ਤੇ $73 ਪਰ ਡੇ ਉੱਥੇ ਖਰਚ ਹੁੰਦੇ ਨੇ ਇੱਕ ਚਾਈਲਡ ਦੇ ਪਿੱਛੇ। ਇਸੇ ਤਰ੍ਹਾਂ ਐਡਮਿੰਟਨ ਦੇ ਵਿੱਚ $44 ਜਿਹੜੇ ਆ ਉਹ ਪਰ ਡੇ ਖਰਚ ਹੁੰਦੇ ਨੇ, ਔਰ ਕਿਊਬਿਕ ਦੀ ਗੱਲ ਕਰੀਏ ਤਾਂ ਉੱਥੇ ਲੈਸ ਦੈਨ $10 ਖਰਚ ਹੁੰਦੇ ਨੇ। ਤੁਹਾਨੂੰ ਲੱਗਦਾ ਵੀ ਇਹ ਜਿਹੜਾ ਪਲਾਨ ਤੁਸੀਂ ਡਿਜ਼ਾਈਨ ਕੀਤਾ ਵਾ ਇਹ ਕਿਊਬਿਕ ਤੋਂ ਪ੍ਰੇਰਿਤ ਆ, ਜਾਂ ਇਸ ਦਾ ਜਿਹੜਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਇਕਨੋਮੀ ਦੇ ਉੱਪਰ ਕੀ ਫਰਕ ਪਵੇਗਾ, ਕੀ ਬੈਨੀਫਿਟਸ ਹੋ ਸਕਦੇ ਨੇ? ਦੇਖੋ, ਜਿਹੜੀ ਜਦੋਂ ਕੈਨੇਡਾ ਚਾਈਲਡ ਬੈਨੀਫਿਟ ਦੀ ਗੱਲ ਕਰਦੇ ਹੈਗੇ ਆ, ਇਹ ਲਿਬਰਲ ਪਾਰਟੀ ਦੀ ਹਮੇਸ਼ਾ ਹੀ ਪ੍ਰਾਇੋਰਟੀ ਰਹੀ ਹੈ ਮਨਜੀਤ ਸਿੰਘ ਜੀ। ਜਦੋਂ ਪੁਰਾਣੇ ਵੀ ਆਪਾਂ ਇਹਨਾਂ ਦਾ ਰੈਕਡ ਦੇਖੀਏ ਤਾਂ ਜਦੋਂ 2005 ਦੇ ਵਿੱਚ ਪ੍ਰਾਈਮ ਮਿਨਿਸਟਰ ਪਾਲ ਮਾਰਟਨ ਸੀਗੇ ਔਰ ਕੈਨ ਡਰਾਈਡਨ ਜਿਹੜੇ ਸੀ ਉਸ ਵੇਲੇ ਮੰਤਰੀ ਸੀਗੇ, ਉਦੋਂ ਵੀ ਉਹ ਜਿਹੜਾ ਸੀਗਾ ਉਹਨਾਂ ਨੇ ਇੱਕ ਲੈਂਡਮਾਰਕ ਐਗਰੀਮੈਂਟ ਸੂਬਿਆਂ ਦੇ ਤੇ ਟੈਰੀਟਰੀਜ਼ ਦੇ ਨਾਲ ਸਾਈਨ ਕੀਤਾ ਸੀ, ਜਿਹੜਾ ਕੈਨੇਡਾ ਚਾਈਲਡ ਬੈਨੀਫਿਟ ਜਿਹੜਾ ਸੀ ਉਹਨੂੰ ਪ੍ਰੋਵਾਈਡ ਕਰਨ ਦਾ। ਉਹਦੇ ਵਿੱਚ ਕੀ ਹੋਇਆ ਕਿ ਉਸ ਵੇਲੇ ਐਨਡੀਪੀ ਨੇ ਜਿਹੜੀ ਸੀ ਕੰਜ਼ਰਵੇਟਿਵ ਨਾਲ ਰਲ ਕੇ ਸਰਕਾਰ ਸਿੱਟ ਦਿੱਤੀ। ਉਹਦੇ ਕਰਕੇ ਜਦੋਂ ਆਪਾਂ ਚਾਹੇ ਕਲੋਨਾ ਅਕੋਰਡ ਦੀ ਗੱਲ ਕਰ ਲਓ, ਇੰਡੀਜੀਨਸ ਪੀਪਲਸ ਨੂੰ ਸਪੋਰਟ ਕਰਨ ਦੀ, ਚਾਹੇ এনवायरमेंट ਦੀ ਗੱਲ ਕਰ ਲਈਏ, ਕਿਓਟੋ ਦੀ, ਚਾਹੇ ਉਹ ਕੈਨੇਡਾ ਚਾਈਲਡ ਜਿਹੜੇ ਸੀ ਐਗਰੀਮੈਂਟ ਜਿਹੜੇ ਸੀਗੇ ਸੂਬਿਆਂ ਨਾਲ, ਉਹ ਸਾਰੇ ਜਿਹੜੇ ਸੀ ਠੁੱਸ ਹੋ ਗਏ ਸੀ। ਉਸ ਤੋਂ ਬਾਅਦ ਵੀ ਜੇ ਦੇਖਿਆ ਜਾਵੇ, ਜਦੋਂ 2015 ਦੇ ਵਿੱਚ ਸੱਤਾ ਸੰਭਾਲੀ ਆ, ਉਹਦੇ ਵਿੱਚ ਵੀ ਜਿਹੜੀ ਵੱਡੀ ਪ੍ਰਾਇੋਰਟੀ ਹੈਗੀ ਆ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਔਰ ਸਾਡੀ ਗਵਰਨਮੈਂਟ ਨੇ, ਉਹ ਕੈਨੇਡਾ ਚਾਈਲਡ ਬੈਨੀਫਿਟਸ ਨੂੰ ਦਿੱਤੇ ਆ। ਔਰ ਮੈਂ ਇਹ ਕਹਿ ਸਕਦਾ ਕਿ ਸਾਡੀ ਕੱਲੀ ਮੇਰੀ ਕੰਸਟੀਟੂਐਂਸੀ ਦੇ ਵਿੱਚ ਐਵਰੀ ਮੰਥ ਜਿਹੜਾ ਹੈਗਾ ਉਹ 7 ਮਿਲੀਅਨ ਦੇ ਕਰੀਬ ਡਾਲਰ ਜਿਹੜੇ ਨੇ ਉਹ ਕੈਨੇਡਾ ਚਾਈਲਡ ਬੈਨੀਫਿਟ ਨੂੰ ਜਾ ਰਹੇ ਆ, ਔਰ ਲੋਕ ਬੜੇ ਖੁਸ਼ ਨੇ। ਔਰ ਅੱਜ ਜਦੋਂ ਇਹ $30 ਬਿਲੀਅਨ ਦੀ ਗੱਲ ਕਰਦੇ ਹੈਗੇ ਇਨਵੈਸਟਮੈਂਟ ਦੀ, ਇੱਕ ਵੱਡੀ ਇਨਵੈਸਟਮੈਂਟ ਹੈਗੀ ਆ। ਇਹਦੇ ਨਾਲ ਦੇਖੋ, ਕਬੈਕ 'ਚ ਤਾਂ ਪਹਿਲਾਂ ਹੈਗਾ ਹੀ ਸੀ। ਕਬੈਕ ਤੋਂ ਬਾਹਰ 2022 ਦੇ ਵਿੱਚ ਜਿਹੜੀ ਡੇ ਕੇਅਰ ਕਾਸਟ ਹੈਗੀ ਆ ਇਸ ਵੇਲੇ, ਉਹ 50% ਜਿਹੜੀ ਆ ਉਹ ਰਹਿ ਜੂਗੀ, ਔਰ 2026 ਤੱਕ ਇਹ ਜਿਹੜਾ ਚਾਈਲਡ ਕੇਅਰ ਹੈਗਾ $10 ਇਹ ਡੇ ਚਾਈਲਡ ਕੇਅਰ ਜਿਹੜਾ ਹੈਗਾ ਉਹ ਪ੍ਰੋਵਾਈਡ ਕੀਤਾ ਜਾਊਗਾ। ਔਰ ਉਸ ਤੋਂ ਬਾਅਦ ਕੱਲਾ ਇਹ ਨਹੀਂ, $30 ਬਿਲੀਅਨ ਪਾ ਦਿੱਤੇ, ਇਨਵੈਸਟ ਕਰ ਦਿੱਤੇ ਆ। ਉਹਦੇ ਬਾਅਦ ਜਿਹੜਾ ਔਨਗੋਇੰਗ ਸਪੋਰਟ ਜਿਹੜੀ ਆ $1 ਬਿਲੀਅਨ ਈਅਰ ਜਿਹੜੀ ਆ, ਉਹ ਔਨਗੋਇੰਗ ਸਪੋਰਟ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਜਾਊ, ਕਿਉਂਕਿ ਇਹ ਸੂਬਿਆਂ ਦੀ ਪਾਲਿਸੀ ਹੈਗੀ ਹੈ। ਸੂਬਿਆਂ ਦੇ ਨਾਲ ਸਾਨੂੰ ਰਲ ਕੇ ਕੰਮ ਕਰਨਾ ਪਊ। ਆਸ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਹਫ਼ਤਿਆਂ ਦੇ ਵਿੱਚ, ਮਹੀਨਿਆਂ ਦੇ ਵਿੱਚ ਜਿਹੜੇ ਸੂਬੇ ਆ, ਟੈਰੀਟਰੀਜ਼ ਰਲ ਕੇ ਕੰਮ ਕਰਨੀਆਂ। ਔਰ ਕਬੈਕ ਤੋਂ ਬਾਹਰ ਜਿਹੜਾ ਹੈਗਾ, ਕਬੈਕ 'ਚ ਆਲਰੇਡੀ ਹੈਗਾ, ਉਸ ਤੋਂ ਬਾਹਰ ਜਿਹੜੇ ਸਾਰੇ ਸੂਬੇ ਤੇ ਟੈਰੀਟਰੀਜ਼ ਹੈਗੇ, ਉਹ $10 ਡੇ ਕੇਅਰ ਜਿਹੜਾ ਹੈਗਾ ਉਹ ਪ੍ਰੋਵਾਈਡ ਜਿਹੜਾ ਕਰੂ। ਉਹਦੇ ਨਾਲ ਜਦੋਂ ਆਪਾਂ ਡੇ ਕੇਅਰ ਪ੍ਰੋਵਾਈਡ ਹੋਊਗਾ, ਉਹਦੇ ਨਾਲ ਇੱਕ ਪ੍ਰੋਡਕਟਿਵਿਟੀ ਵੀ ਵਧੂਗੀ। ਔਰ ਸਾਡੀ ਆਪਾਂ ਆਲਰੇਡੀ ਗੱਲ ਕਰਕੇ ਹਟੇ ਹਾਂ, ਸਾਡੇ ਮਹਿਲਾ ਜਿਹੜੇ ਨੇ ਡਿਪਟੀ ਪ੍ਰਧਾਨ ਮੰਤਰੀ ਔਰ ਫਾਈਨੈਂਸ ਮਿਨਿਸਟਰ, ਆਪਾਂ ਜਦੋਂ ਗੱਲ ਕਰਦੇ ਹਾਂ ਕਿ ਇਹਦੇ ਨਾਲ ਜਦੋਂ ਸਾਡੀਆਂ ਬੱਚੀਆਂ ਨੇ, ਉਹਨਾਂ ਨੂੰ ਇੰਸਪੀਰੇਸ਼ਨ ਮਿਲਣੀ ਹੈਗੀ ਆ। ਜੇ ਇੱਕ ਚੰਗਾ ਚਾਈਲਡ ਕੇਅਰ ਐਂਡ ਅਰਲੀ ਲਰਨਿੰਗ ਸਿਸਟਮ ਹੋਏਗਾ, ਤਾਂ ਉਹ ਜਿਹੜੀਆਂ ਨੇ ਉਹ ਐਕਟਿਵਲੀ ਜਿਹੜਾ ਹੈਗਾ ਸਾਡੇ ਸਮਾਜ ਦੇ ਵਿੱਚ ਜਿਹੜੀ ਪ੍ਰੋਡਕਟਿਵਿਟੀ ਦੇ ਵਿੱਚ, ਲੀਡਰਸ਼ਿਪ ਦੇ ਵਿੱਚ ਆਪਦਾ ਰੋਲ ਜਿਹੜਾ ਉਹ ਅਦਾ ਕਰ ਸਕਣਗੀਆਂ। ਮੈਨੂੰ ਲੱਗਦਾ ਕਿਤੇ ਨਾ ਕਿਤੇ ਭਾਜੀ ਇਹਦੇ ਨਾਲ ਜੌਬ ਕ੍ਰੀਏਸ਼ਨਸ ਦੇ ਵਿੱਚ ਔਰ ਇਕਨੋਮਿਕ ਗਰੋਥ ਦੇ ਵਿੱਚ ਕਾਫੀ ਹੁਲਾਰਾ ਮਿਲ ਸਕਦਾ। ਦੇਖੋ, ਇਕਨੋਮਿਕ ਗਰੋਥ ਤੇ ਜਿਹੜੀ ਆ ਉਹ ਹੋਣੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ ਜਦੋਂ ਆਪਾਂ ਦੇਖਦੇ ਹੈਗੇ ਆ $101 ਬਿਲੀਅਨ ਇਦੋਂ ਬਿਨਾਂ ਜਿਹੜੇ ਇਨਵੈਸਟ ਕੀਤੇ ਆ, ਉਹਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਜੌਬਸ ਜਿਹੜੀਆਂ ਉਹ ਕ੍ਰੀਏਟ ਕਰਨੀਆਂ ਹੈਗੀਆਂ, ਜਿਹਦੇ ਵਿੱਚ 1 ਮਿਲੀਅਨ ਜੌਬ ਸਾਡਾ ਟੀਚਾ ਹੈਗਾ ਐਂਡ ਆਫ 2021। ਔਰ ਉਸ ਤੋਂ ਬਾਅਦ ਵੀ ਜਦੋਂ ਦੇਖਦੇ ਆ, ਇੱਕ ਇਕਨੋਮਿਕ ਫੋਰਕਾਸਟ ਵੀ ਦੇਖਦੇ ਆ ਆਉਣ ਵਾਲੇ 3 ਸਾਲਾਂ ਦੀ, ਉਹ ਬੜੀ ਪੋਜ਼ਿਟਿਵ ਹੈਗੀ ਆ। ਔਰ ਉਹ 3 ਸਾਲਾਂ ਦੀ ਫੋਰਕਾਸਟ ਦੇ ਮੁਤਾਬਕ ਜਿੱਥੇ ਜਿਹੜਾ ਹੈਗਾ ਵਾ ਉਹ ਜੌਬਸ ਦੇ ਵਿੱਚ ਕੈਨੇਡਾ ਦੇ ਵਿੱਚ ਵਾਧਾ ਹੋਏਗਾ ਹੀ। ਧਾਲੀਵਾਲ ਸਾਹਿਬ, ਰੀਸੈਂਟਲੀ ਲਿਬਰਲ ਗਵਰਨਮੈਂਟ ਵੱਲੋਂ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵੱਲੋਂ 90,000 ਜਿਹੜੇ ਇੱਥੇ ਆਲਰੇਡੀ ਸਟੂਡੈਂਟਸ ਨੇ ਜਾਂ ਵਰਕ ਪਰਮਿਟ ਤੇ ਕੰਮ ਕਰ ਰਹੇ ਨੇ, ਉਹਨਾਂ ਨੂੰ ਪੱਕਿਆਂ ਕਰਨ ਦੀ ਗੱਲਬਾਤ ਕੀਤੀ ਗਈ ਆ। ਇਹ ਜਿਹੜਾ ਡਿਸੀਜਨ ਆ, ਇਹਦੇ ਕੀ ਪੋਜ਼ਿਟਿਵ ਜਾਂ ਨੈਗੇਟਿਵ ਇੰਪਲੀਕੇਸ਼ਨਸ ਹੋ ਸਕਦੀਆਂ ਨੇ? ਦੇਖੋ, ਨੈਗੇਟਿਵ ਇੰਪਲੀਕੇਸ਼ਨ ਤਾਂ ਹੋਣੀ ਕੋਈ ਨਹੀਂ, ਕਿਉਂਕਿ ਜਦੋਂ ਅੱਜ ਆਪਾਂ ਦੇਖਦੇ ਹੈਗੇ ਆ, ਸਾਰਿਆਂ ਨਾਲ ਪਹਿਲੀ ਗੱਲ ਤਾਂ ਆਪਾਂ ਨੂੰ ਪੋਜ਼ਿਟਿਵ ਜਿਹੜੀ ਆਪਾਂ ਨੂੰ ਸੋਚਣਾ ਚਾਹੀਦਾ, ਇਹ ਦੇਖਣਾ ਚਾਹੀਦਾ ਵੀ COVID-19 ਦੀ ਦਸ਼ਾ ਦੇ ਵਿੱਚ ਸਟੂਡੈਂਟਸ ਨੇ ਔਰ ਜਿਹੜੇ ਲੋਕ ਇੱਥੇ ਟੈਂਪਰੇਰੀ ਫੋਰਨ ਵਰਕਰਸ ਆਏ ਸੀ, ਉਹਨਾਂ ਨੇ ਕੈਨੇਡੀਅਨ ਦੇ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਵਾ ਉਹ ਫਰੰਟ ਲਾਈਨ ਤੇ ਕੰਮ ਕੀਤਾ। ਚਾਹੇ ਅੱਜ ਕੈਸ਼ੀਅਰਸ ਦੀ ਗੱਲ ਕਰ ਲਓ, ਚਾਹੇ ਫਾਰਮ ਵਰਕਰਸ ਦੀ ਗੱਲ ਕਰ ਲਓ, ਚਾਹੇ ਤੁਸੀਂ ਹੈਲਥ ਕੇਅਰ ਪ੍ਰੋਫੈਸ਼ਨਲ ਦੇ ਵਿੱਚ ਜਿਹੜੇ ਸੀਗੇ ਉਹਨਾਂ ਦੀ ਗੱਲ ਕਰ ਲਓ, ਔਰ ਕਿਸੇ ਵੀ ਖਿੱਤੇ ਦੇ ਵਿੱਚ ਟਰੱਕ ਡਰਾਈਵਰਸ ਨੇ ਇਹ ਜਿਹੜਾ ਸੀਗਾ ਰਲ ਕੇ ਹਿੱਸਾ ਜਿਹੜਾ ਵਾ ਉਹ ਪਾਇਆ। ਇੱਕ ਜਿਹੜਾ ਵਾ ਫਾਰਮ ਲੇਬਰ
ਤੋਂ ਸ਼ੁਰੂ ਹੋ ਕੇ ਜਿਹੜਾ ਟੌਪ ਪ੍ਰੋਫੈਸ਼ਨਲ ਤੱਕ ਜਿਹੜੇ ਨੇ। ਸੋ ਹੁਣ ਸਾਡਾ ਵੀ ਫਰਜ਼ ਬਣਦਾ ਸੀ ਨਾ, ਦੇਖੋ ਇਹਨਾਂ ਨੇ ਪਹਿਲਾਂ ਇਹਨਾਂ ਦੀ ਕੰਟਰੀਬਿਊਸ਼ਨ ਨੂੰ ਅਸੀਂ ਐਪਰੀਸ਼ੀਏਟ ਕਰੀਏ। ਜਿਹੜਾ ਇਹ ਸਟੈਪ ਲੈ ਕੇ ਆਉਣਾ, ਨੰਬਰ 1 ਹੈਗਾ ਕਿ ਅਸੀਂ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈਗੀਆਂ ਕੈਨੇਡਾ ਲਈ ਔਰ ਕੈਨੇਡੀਅਨ ਸੋਸਾਇਟੀ ਲਈ, ਉਹਨੂੰ ਅਸੀਂ ਐਪਰੀਸ਼ੀਏਟ ਕਰ ਰਹੇ ਹਾਂ। ਮੰਤਰੀ ਜੀ ਐਪਰੀਸ਼ੀਏਟ ਕਰਦੇ, ਪ੍ਰਧਾਨ ਮੰਤਰੀ ਨੇ ਐਪਰੀਸ਼ੀਏਟ ਕੀਤਾ, ਉਹਨਾਂ ਨੂੰ ਮੌਕਾ ਦਿੱਤਾ। ਔਰ ਦੂਸਰਾ ਇਹ ਹੈਗਾ ਕਿ ਉਹ ਜਦੋਂ ਪੱਕੇ ਹੋਣਗੇ ਇਸ ਵੇਲੇ, ਉਹ ਉਹਨਾਂ ਨੂੰ ਆਲਰੇਡੀ ਉਹ ਸਿਸਟਮ ਦੇ ਥਰੂ ਗਏ ਹੋਏ ਨੇ। ਇੰਗਲਿਸ਼ ਦੀ ਕੋਈ ਸਮੱਸਿਆ ਨਹੀਂ, ਕਲਚਰ ਨੂੰ ਅੰਡਰਸਟੈਂਡ ਕਰਦੇ ਆ, ਕੈਨੇਡੀਅਨ ਵੈਲਿਊਜ਼ ਨੂੰ ਅੰਡਰਸਟੈਂਡ ਕਰਦੇ ਹੋਏ ਉਹ ਜਿਹੜੇ ਨੇ ਛੇਤੀ ਇੰਟੀਗ੍ਰੇਟ ਜਿਹੜਾ ਨੇ ਉਹ ਜਿਹੜੇ ਨੇ ਉਹ ਸੁਸਾਇਟੀ ਦੇ ਵਿੱਚ ਹੋ ਜਾਣਗੇ। ਔਰ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਕਨੋਮਿਕ ਪ੍ਰੋਸਪੈਰਿਟੀ ਦੇ ਵਿੱਚ, ਜਿੱਥੇ ਸਾਡੀ ਇਮੀਡੀਏਟ ਨੀਡਸ ਹੈਗੀਆਂ ਕੋਵਿਡ ਪੈਂਡੈਮਿਕ ਨੂੰ ਨਜਿੱਠਣ ਦੀਆਂ, ਜਿੱਥੇ ਉਹਦੇ ਵਿੱਚ ਮਦਦ ਕਰਨਗੇ, ਉਹਦੇ ਨਾਲ ਲੌਂਗ ਟਰਮ ਐਂਡ ਸ਼ਾਰਟ ਟਰਮ ਇਕਨੋਮਿਕ ਪ੍ਰੋਸਪੈਰਿਟੀ ਉਹਦੇ ਵਿੱਚ ਵੀ ਇਹਨਾਂ ਨੇ ਹੈਲਪ ਕਰਨੀ। ਮੈਂ ਤੁਹਾਨੂੰ ਕੁਝ ਅੰਕੜੇ ਦੇਵਾਂ ਮਨਜੀਤ ਸਿੰਘ ਜੀ। ਜੇ ਅੱਜ ਆਪਾਂ ਦੇਖੀਏ 2017 ਦੇ ਵਿੱਚ ਜੇ 4 ਬੰਦੇ ਜਿਹੜੇ ਸੀਗੇ ਉਹ ਇੱਕ ਸੀਨੀਅਰ ਨੂੰ ਸਪੋਰਟ ਕਰਦੇ ਸੀ, ਅੱਜ ਜਿਹੜਾ ਹੈਗਾ ਉਹ 3 ਵਰਕਿੰਗ ਪੀਪਲ ਜਿਹੜੇ ਨੇ ਇੱਕ ਸੀਨੀਅਰ ਨੂੰ ਸਪੋਰਟ ਜਿਹੜਾ ਉਹ ਕਰਦੇ ਹੈਗੇ ਆ। 2035 ਦੇ ਵਿੱਚ ਜਦੋਂ ਆਪਾਂ ਦੇਖਦੇ ਹੈਗੇ ਆ ਤਾਂ ਜੇ ਇਸੇ ਤਰ੍ਹਾਂ ਹੀ ਡੈਮੋਗ੍ਰਾਫਿਕ ਰਹੀ ਜਿਸ ਤਰ੍ਹਾਂ ਚੱਲ ਰਹੀ ਸੀਗੀ, ਉਹਦੇ ਵਿੱਚ 2 ਜਿਹੜੇ ਨੇ ਉਹ ਵਰਕਰਸ ਇੱਕ ਸੀਨੀਅਰ ਨੂੰ ਸਪੋਰਟ ਕਰਨਗੇ। ਪਰ ਜੇ ਅਸੀਂ ਇਹਨੂੰ ਰਿਵਰਟ ਕਰਨਾ ਹੈਗਾ, ਰਿਵਰਸ ਕਰਨਾ ਹੈਗਾ, ਤਾਂ ਸਾਨੂੰ ਯੰਗ ਪੀਪਲ ਜਿਹੜੇ ਨੇ, ਜਿਸ ਤਰ੍ਹਾਂ ਤੁਸੀਂ ਸਟੂਡੈਂਟਸ ਦੀ ਗੱਲ ਕੀਤੀ ਹੈਗੀ ਆ, ਜਾਂ ਜਿਹੜੇ ਇੰਟਰਨੈਸ਼ਨਲ ਫੋਰਨ ਵਰਕਰ ਛੋਟੀ ਉਮਰ ਦੇ ਆਏ ਆ, ਉਹ ਕੀ ਹੈ ਜਦੋਂ ਉਹ ਇਸ ਦੇ ਵਿੱਚ ਪੱਕੇ ਹੋਣਗੇ, ਪਹਿਲਾਂ ਤਾਂ ਇਹ ਸਟੈਟਿਸਟਿਕ ਦੱਸਦੇ ਵੀ ਜਦੋਂ ਉਹ ਪੱਕੇ ਹੋ ਜਾਂਦੇ ਆ 1 ਸਾਲ ਦੇ ਵਿੱਚ ਉਹਨਾਂ ਦੀ ਸੈਲਰੀ ਜਿਹੜੀ ਵੱਧ ਜਾਂਦੀ ਹੈ। ਜੋ ਸੈਲਰੀ ਵਧਣੀ ਹੈ, ਨੈਚੁਰਲੀ ਇਨਕਮ ਟੈਕਸਿਸ ਵੀ ਵਧਣਗੇ, ਉਹ ਵੀ ਜਿਹੜਾ ਵਾ ਵਾਪਸ ਆਉਣੇ ਆ। ਔਰ ਦੂਸਰਾ ਇਹ ਹੈਗਾ ਕਿ ਇਹਨਾਂ ਨੇ ਜਿਹੜੇ ਹੁਣ 19 20 21 22 24 ਸਾਲ ਦੇ ਨੇ, ਇਹ 65 ਸਾਲ ਤਾਈਂ ਆਉਣ ਵਾਲੇ 40 ਸਾਲ ਤਕਰੀਬਨ ਜਿਹੜਾ ਹੈਗਾ ਉਹ ਕੰਟਰੀਬਿਊਟ ਕਰਨਗੇ। ਸਾਡੇ ਸੋਸ਼ਲ ਬੈਨੀਫਿਟਸ ਜਿਹੜੇ ਨੇ ਉਹ ਚੱਲਦੇ ਰਹਿਣਗੇ, ਫਿਰ ਜਾ ਕੇ ਇਹਨਾਂ ਨੇ ਕਿਤੇ ਕੋਈ ਫਾਇਦਾ ਲੈਣਾ। ਸੋ ਦੋਨੇ ਪਾਸਿਓਂ ਜਦੋਂ ਦੇਖਦੇ ਹਾਂ, ਕਿਉਂਕਿ ਅੱਗੇ ਹੁੰਦਾ ਸੀ ਕਿ ਇਮੀਗ੍ਰੇਸ਼ਨ ਜਿਹੜੀ ਸੀ ਇੱਕ ਸੋਸ਼ਲ ਨੀਤੀ ਰਹਿ ਗਈ, ਅੱਜ ਇਹ ਸੋਸ਼ਲ ਨੀਤੀ ਨਹੀਂ, ਇਨਫੈਕਟ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਇਸ ਵੇਲੇ ਕੈਨੇਡਾ ਦੀ ਇਕਨੋਮਿਕ ਨੀਤੀ ਹੈਗੀ ਆ। ਜੇ ਅਸੀਂ ਇਕਨੋਮਿਕ ਪ੍ਰੋਸਪੈਰਿਟੀ ਲੈ ਕੇ ਆਉਣੀ ਕੈਨੇਡਾ 'ਚ, ਇੱਕੋ ਇੱਕ ਤਰੀਕੇ ਨਾਲ ਆ ਸਕਦੀ ਆ ਜੇ ਅਸੀਂ ਇਮੀਗ੍ਰੈਂਟਸ ਲਿਆਉਂਦੇ ਆ। ਔਰ ਪਰਟੀਕੂਲਰਲੀ ਯੰਗ ਪੀਪਲ, ਜਿਹੜੇ ਸਟੂਡੈਂਟਸ, ਜਿਹੜੇ ਇੰਟਰਨੈਸ਼ਨਲ ਜਿਹੜੇ ਨੇ ਵਰਕਰਸ, ਜਿਨ੍ਹਾਂ ਨੇ ਐਡਾ ਵੱਡਾ ਯੋਗਦਾਨ ਪਾਇਆ ਪਿਛਲੇ ਸਮੇਂ 'ਚ, ਉਹਨਾਂ ਨੂੰ ਪੱਕੇ ਕਰਨਾ ਮੈਂ ਇਹ ਸੋਚਦਾ ਕਿ ਅਸੀਂ ਇੱਕ ਆਪਣਾ ਫਰਜ਼ ਜਿਹੜਾ ਹੈਗਾ ਉਹ ਉਹਨਾਂ ਪ੍ਰਤੀ ਨਿਭਾਇਆ ਹੈਗਾ। ਵਾਕਿਆ ਧਾਲੀਵਾਲ ਸਾਹਿਬ, ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਾਂ ਫੋਰਨ ਵਰਕਰਸ ਨੇ, ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਜੋ ਇਹਨਾਂ ਨੂੰ ਕਹਿ ਲਓ ਵੀ ਐਡਵਾਂਟੇਜ ਦਿੱਤਾ ਗਿਆ, ਰਿਵਾਰਡ ਦਿੱਤਾ ਗਿਆ, ਉਹ ਡਿਜ਼ਰਵ ਕਰਦੇ ਸੀਗੇ। ਪਰ ਮੈਨੂੰ ਲੱਗਦਾ ਵੀ ਕੈਨੇਡਾ ਵਿੱਚ ਅਜੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਮੀਗ੍ਰੈਂਟਸ ਦੀ ਜ਼ਰੂਰਤ ਹੈਗੀ, ਕਿਉਂਕਿ ਜਿਹੜੀ ਵਰਕਿੰਗ ਏਜ ਗਰੁੱਪ ਹੈਗੀ ਆ ਉਹਦੀ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਲਗਾਤਾਰ ਕਮੀ ਆ ਰਹੀ ਆ। ਤੋ ਆਈ ਬਿਲੀਵ ਕਿ ਬੈਸਟ ਹੈਗਾ ਵਾ ਕਿ ਵੱਧ ਤੋਂ ਵੱਧ ਜਿਹੜੇ ਇਮੀਗ੍ਰੈਂਟਸ ਨੇ, ਖਾਸ ਕਰਕੇ ਜਿਹੜੇ ਪੜ੍ਹੇ ਲਿਖੇ ਨੇ, ਵਰਕਿੰਗ ਏਜ ਵਾਲੇ ਨੇ, ਉਹ ਕੈਨੇਡਾ ਦੇ ਵਿੱਚ ਆਉਣ ਤਾਂ ਆਪਣਾ ਜਿਹੜਾ ਸੁਨਹਿਰੀ ਭਵਿੱਖ ਜਿਹੜਾ ਉੱਥੇ ਦੇਖਣ। ਦੇਖੋ, ਜਦੋਂ ਆਪਾਂ ਗੱਲ ਕਰਦੇ ਹੈਗੇ ਆ ਫਿਊਚਰ ਦੀ, ਠੀਕ ਹੈ ਨਾ, ਇੱਕ ਜਿਹੜੀ ਅਸੀਂ ਆਲਰੇਡੀ ਜਿਹੜੀ ਆ ਸਾਡੇ ਮੰਤਰੀ ਮੈਂਡੀਚੀਨੋ ਹੈਗੇ ਆ, ਉਹਨਾਂ ਨੇ 3 ਸਾਲਾਂ ਦੀ ਪਲਾਨ ਜਿਹੜੀ ਆ ਉਹ ਰਿਲੀਜ਼ ਕੀਤੀ। ਉਹਦੇ ਵਿੱਚ 1.2 ਮਿਲੀਅਨ ਜਿਹੜੇ ਨੇ ਅਸੀਂ ਨਵੇਂ ਇਮੀਗ੍ਰੈਂਟਸ ਜਿਹੜੇ ਆ ਉਹ ਲੈ ਕੇ ਆਉਣੇ ਹੈਗੇ ਆ, ਠੀਕ ਹੈ ਨੀ। ਉਹਦੇ ਵਿੱਚੋਂ 4 ਲੱਖ ਦੇ ਕਰੀਬ ਇਸ ਸਾਲ, 4 ਲੱਖ ਅਗਲੇ ਸਾਲ, 4 ਉਦੋਂ ਅਗਲੇ। ਸੋ ਇਸ ਸਾਲ ਦਾ ਕੋਟਾ ਜਿਹੜਾ ਸੀ ਉਹ ਨੰਬਰ ਪੂਰੇ ਕਰਨ ਨੂੰ ਸਾਰਿਆਂ ਨਾਲੋਂ ਪਹਿਲਾ ਸਟੈਪ ਤਾਂ ਸੀਗਾ ਅਸੀਂ ਜਿਹੜੇ 27,232 ਪਹਿਲਾਂ ਜਿਹੜੇ ਸੀ ਉਹ ਪੱਕੇ ਕੀਤੇ। ਉਹਦੇ ਵਿੱਚ ਵੀ ਬਹੁਤ ਵੱਡੀ ਗਿਣਤੀ 'ਚ ਸਟੂਡੈਂਟਸ ਜਿਹੜੇ ਨੇ ਉਹ ਆਉਣਗੇ ਜਿਨ੍ਹਾਂ ਦਾ 1 ਸਾਲ ਦਾ ਤਜਰਬਾ ਸੀ। ਔਰ 75 ਪੁਆਇੰਟ ਤਾਂ ਉਹਦੇ ਬਣ ਜਾਂਦੇ ਜਿਹਦੀ ਏਜ ਜਿਹੜੀ ਹੈ 30 ਸਾਲ ਤੋਂ ਥੱਲੇ ਹੈਗੀ। ਸੋ ਕੋਈ ਵੀ ਅਸੀਂ ਉਹਦੇ ਵਿੱਚ ਨਹੀਂ ਛੱਡਿਆ ਜਿਹਨੇ ਐਪਲੀਕੇਸ਼ਨ ਪਾਈ ਹੋਵੇ ਜੀ, ਔਰ ਉਹਨੂੰ ਨਾ ਜਿਹੜਾ ਹੈਗਾ ਉਹ ਅਪਰਚੂਨਿਟੀ ਮਿਲੀ ਹੋਵੇ। ਉਸ ਤੋਂ ਬਾਅਦ 5,000 ਫੇਰ ਕੱਢੇ, ਹੁਣ 90,000। ਸੋ ਜਦੋਂ ਆਪਾਂ ਇਹ ਜਿਹੜੀਆਂ ਟੈਂਪਰੇਰੀ ਜਿਹੜੀਆਂ ਦੇਖਦੇ ਆ ਪਬਲਿਕ ਪਾਲਿਸੀ ਲੈ ਕੇ ਆ ਰਹੇ ਆ ਇਮੀਗ੍ਰੇਸ਼ਨ ਡਿਪਾਰਟਮੈਂਟ, ਉਹ ਸਿਰਫ ਤੇ ਸਿਰਫ ਇਸੇ ਕਰਕੇ ਹੀ ਆ ਵੀ ਉਹਨਾਂ ਲੋਕ ਜਿਹੜੇ ਨੇ ਆਲਰੇਡੀ ਇੱਥੇ ਕੰਮ ਕਰਦੇ ਆ ਉਹਨਾਂ ਨੂੰ ਪੱਕੇ ਕੀਤਾ। ਮੈਂ ਵੈਸੇ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ 2 ਕਮੇਟੀਜ਼ ਤੇ ਬੈਠਾ, ਯੂਜਲੀ ਮੈਂ ਇੱਕ ਕਮੇਟੀ ਤੇ ਰਿਹਾ ਹਮੇਸ਼ਾ ਆਪਣੇ ਕਰੀਅਰ ਦੌਰਾਨ। ਹੁਣ ਜਦੋਂ ਮੈਨੂੰ ਦੂਜੀ ਕਮੇਟੀ ਤੇ ਪਾਇਆ ਕੈਨੇਡੀਅਨ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ, ਤੇ ਮੈਂ ਬੜਾ ਮਾਣ ਵੀ ਮਹਿਸੂਸ ਕੀਤਾ ਔਰ ਮੈਂ ਬੜਾ ਇੰਜੋਏ ਵੀ ਕਰਦਾ ਉਸਨੂੰ। ਕਿਉਂਕਿ ਇੱਕ ਜਿਹੜਾ ਇਮੀਗ੍ਰੇਸ਼ਨ ਮਸਲਾ ਇਹ ਸਾਡੇ ਇਮੀਗ੍ਰੈਂਟਾਂ ਦੇ ਨਾਲ ਹੀ ਆਇਆ ਤੇ ਨਾਲ ਹੀ ਜਾਣਾ। ਡਜ਼ਨਟ ਮੈਟਰ ਕਿਹੜੀ ਆਪਾਂ ਜਨਰੇਸ਼ਨ ਦੀ ਗੱਲ ਕਰ ਲਈਏ। ਪ੍ਰਾਈਮ ਮਿਨਿਸਟਰ PR ਐਲੀਅਟ ਟਰੂਡੋ ਸੀਗੇ, ਉਹਨਾਂ ਨੇ ਇੱਕ ਵੱਡੀ ਮਾਤਰਾ ਦੇ ਵਿੱਚ ਜਿਹੜੀ ਸੀਗੀ ਇਮੀਗ੍ਰੇਸ਼ਨ 1970s ਦੇ ਵਿੱਚ ਜਿਹੜੀ ਸੀਗੀ ਸਾਊਥ ਏਸ਼ੀਅਨਸ ਦੀ ਖੋਲੀ। ਪਰ ਜਦੋਂ ਅੱਜ ਦੇਖਦੇ ਹਾਂ
ਤਾਂ ਉਦੋਂ ਵੀ ਵੱਡੇ ਕਦਮ ਜਿਹੜੇ ਨੇ ਜਸਟਿਨ ਟਰੂਡੋ ਉਹਨਾਂ ਦੀ ਗਵਰਨਮੈਂਟ, ਸਾਡੀ ਜਿਹੜੀ ਲਿਬਰਲ ਗਵਰਨਮੈਂਟ ਆ, ਉਹ ਕਰ ਰਹੀ ਆ। ਉਸ ਤੋਂ ਬਾਅਦ ਜੇ ਮਾਸ ਇਮੀਗ੍ਰੇਸ਼ਨ ਵੱਡੀ ਗਿਣਤੀ ਦੇ ਵਿੱਚ ਜੇ ਮਿਲਿਆ ਹੈਗਾ ਤਾਂ ਇਹ ਹੈਗਾ। ਹੁਣ ਤੁਸੀਂ ਗੱਲ ਕੀਤੀ ਆ, ਮੈਂ ਹਮੇਸ਼ਾ ਹੀ ਆਵਾਜ਼ ਉਠਾਉਂਦਾ ਰਿਹਾ ਕਮੇਟੀ ਦੇ ਉੱਤੇ ਵੀ ਕਿ ਸਾਨੂੰ ਚਾਹੀਦਾ ਕਿ ਅਸੀਂ ਡਾਕਟਰਸ, ਇੰਜੀਨੀਅਰਸ, ਅਕਾਊਂਟੈਂਟਸ, ਲਾਇਰਸ, ਉਹਨਾਂ ਨੂੰ ਤਾਂ ਅਸੀਂ ਲਿਆਉਨੇ ਆ, ਉਹਨਾਂ ਤਾਂ ਆ ਜਾਣਾ। ਸਾਡੇ ਬੱਚੇ ਵੀ ਹੁਣ ਇੱਥੋਂ ਸਟੱਡੀ ਜਿਹੜੀ ਕਰਕੇ ਉਹਨਾਂ ਪੋਜੀਸ਼ਨ ਤੇ ਪਹੁੰਚ ਰਹੇ, ਪਰ ਇਸ ਵੇਲੇ ਬੜਾ ਗੈਪ ਹੈਗਾ ਜਿਹੜੀਆਂ ਲੋ ਸਕਿੱਲ ਜਿਹੜੀਆਂ ਜੌਬਸ ਹੈਗੀਆਂ, ਜਾਂ ਲੈ ਫਾਰਮਰਸ ਤੋਂ ਲੈ ਕੇ ਚਾਹੇ ਉਹ ਕੰਸਟਰਕਸ਼ਨ ਦੇ ਵਿੱਚ ਹੋਣ, ਚਾਹੇ ਕਲੀਨਿੰਗ ਦੇ ਵਿੱਚ ਹੋਣ, ਕਿਸੇ ਵੀ ਖੇਤਰ ਦੇ ਵਿੱਚ, ਉਹ ਇਹ ਜਿਹੜਾ ਹੈਗਾ ਇੱਕ ਚੰਗਾ ਕਦਮ ਸੀ। ਉਹ ਮੈਂ ਬਾਰ-ਬਾਰ ਮਿਨਿਸਟਰ ਨੂੰ ਦੱਸਦਾ ਰਹਿੰਦਾ ਸੀ, ਦੂਜੇ ਮੈਂਬਰਸ ਪਾਰਲੀਮੈਂਟ ਨਾਲ ਵੀ ਡਿਸਕਸ ਕਰਦਾ ਸੀ, ਕਮੇਟੀ ਤੇ ਵੀ ਜਿਹੜੇ ਅਕ੍ਰੋਸ ਪਾਰਟੀ ਲਾਈਨਸ ਜਿਹੜੀ ਸੀ ਮੈਂ ਗੱਲਬਾਤ ਕਰਦਾ ਰਹਿੰਦਾ ਸੀ ਮੈਂਬਰਸ ਨਾਲ, ਵੀ ਇਹ ਮਸਲਾ ਜਿਹੜਾ ਇਹ ਰਿਕਮੈਂਡੇਸ਼ਨ ਅਸੀਂ ਮੇਕ ਕਰੀਏ, ਔਰ ਇਹ ਜਿਹੜੀ ਪੂਰੀ ਕੀਤੀ ਆ, ਇਹ ਇੱਕ ਬੜੀ ਪੋਜ਼ਿਟਿਵ ਕਿਰਨ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਆਸ ਆ ਕਿ ਹੋਰ ਇਹੋ ਜਿਹੀਆਂ ਜਿਹੜੀਆਂ ਟੈਂਪਰੇਰੀ ਪਾਲਿਸੀ ਲੈ ਕੇ ਆਵਾਂਗੇ। ਹੁਣ ਮੇਰਾ ਜ਼ੋਰ ਜਿਹੜਾ ਇਸ ਵੇਲੇ ਲੱਗਿਆ, ਉਹ ਇਹ ਲੱਗਿਆ ਕਿ ਸਾਡੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਜਿਹੜੇ ਆ, ਉਹ ਕਲਾਸ ਜਿਹੜੀ ਆ ਉਹਦੇ ਵਿੱਚ ਆਉਣਾ ਚਾਹੀਦਾ। ਉਹਦੇ ਵਿੱਚ ਜਿਹੜੇ ਨੇ ਮਿਨਿਸਟਰ ਸਾਡੇ ਨਾਲ, ਉਹਨਾਂ ਨੇ ਵਾਅਦਾ ਕੀਤਾ ਕਿ ਉਹ ਜਲਦੀ ਜਿਹੜਾ ਹੈਗਾ ਇੱਕ ਫੈਸਲਾ ਕਰਨਗੇ, ਜਿਹਦੇ ਵਿੱਚ 30,000 ਨਵੀਆਂ ਐਪਲੀਕੇਸ਼ਨ ਜਿਹੜੀਆਂ ਨੇ ਉਹ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਨੂੰ ਸਪਾਂਸਰ ਕਰਨ ਦੀਆਂ, ਜਿਹੜੀਆਂ 2005 ਤੋਂ ਬਾਅਦ ਜਿਹੜਾ ਇੱਕ ਵੱਡੀ ਤੋਂ ਵੱਡੀ ਮਾਤਰਾ ਦੇ ਵਿੱਚ ਇੱਕ ਸਾਲ ਦੇ ਵਿੱਚ ਜੇ ਐਪਲੀਕੇਸ਼ਨਾਂ ਐਕਸੈਪਟ ਕਰਨੀਆਂ ਤਾਂ ਉਹ ਇਹ ਹੋਣਗੀਆਂ। ਬਿਲਕੁਲ ਜੀ, ਇਮੀਗ੍ਰੇਸ਼ਨ ਦੇ ਵਿੱਚ ਤੇ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਦਰਵਾਜ਼ੇ ਖੋਲ ਦਿੱਤੇ ਕੈਨੇਡਾ ਦੇ, ਭਾਵੇਂ ਉਹ ਤੁਸੀਂ ਸਟੂਡੈਂਟ ਦੀ ਗੱਲ ਕਰ ਲਓ, ਇਹਨਾਂ ਸਾਰਿਆਂ ਲਈ ਇੱਕ ਸੁਨਹਿਰੀ ਮੌਕਾ ਸੀਗਾ। ਧਾਲੀਵਾਲ ਸਾਹਿਬ, ਇੱਕ ਨਾ ਬ੍ਰੇਕ ਦਾ ਸਮਾਂ ਹੋ ਚੁੱਕਿਆ ਵਾ, ਬ੍ਰੇਕ ਲੈ ਲੈਂਦੇ ਹਾਂ, ਔਰ ਉਸ ਤੋਂ ਬਾਅਦ ਹੋਰ ਵੀ ਬਜਟ ਨਾਲ ਅਹਿਮ ਰਿਲੇਟਡ ਗੱਲਾਂ ਨੇ, ਉਹਨਾਂ ਪਰ ਵੀ ਜ਼ਿਕਰ ਕਰਦੇ ਹਾਂ ਜੀ। ਪ੍ਰੋਗਰਾਮ ਐਡਮਿੰਟਡ ਆਈ ਦੇ ਵਿੱਚ ਬ੍ਰੇਕ ਤੋਂ ਬਾਅਦ ਦੁਬਾਰਾ ਆਪ ਜੀ ਦਾ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਆ ਨਿਊਟਨ ਸਰੀ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸੁਖ ਧਾਲੀਵਾਲ ਜੀ ਨਾਲ। ਧਾਲੀਵਾਲ ਸਾਹਿਬ, ਵੈਕਸੀਨ ਰੋਲ ਆਊਟ, ਵੈਕਸੀਨ ਪ੍ਰੋਕਿਉਰਮੈਂਟ ਤੇ ਵੈਕਸੀਨ ਮੈਨੂਫੈਕਚਰਿੰਗ ਕਾਫੀ ਅਹਿਮ ਮੁੱਦਾ ਵਾ ਕੈਨੇਡੀਅਨਸ ਦੇ ਲਈ। ਜੇਕਰ ਆਪਾਂ ਗੱਲ ਕਰੀਏ ਵੈਕਸੀਨ ਪ੍ਰੋਕਿਉਰਮੈਂਟ ਦੀਆਂ, ਤੇ ਬਿਗਨਿੰਗ ਦੇ ਵਿੱਚ ਕੈਨੇਡਾ ਨੂੰ ਕੁਝ ਸਮੱਸਿਆਵਾਂ ਜਿਹੜੀਆਂ ਉਹ ਫੇਸ ਕਰਨੀਆਂ ਪਈਆਂ। ਵੱਖ-ਵੱਖ ਕਾਰਨ ਸੀ, ਯੂਰਪ ਦੇ ਵਿੱਚ ਕੁਝ ਮੈਨੂਫੈਕਚਰਿੰਗ ਦੀ ਪ੍ਰੋਬਲਮ ਆ ਗਈ ਸੀਗੀ। ਹਾਲਾਂਕਿ ਨੋ ਡਾਊਟ ਇਹਦੇ ਵਿੱਚ ਕਾਫੀ ਸੁਧਾਰ ਕਰ ਲਿਆ ਗਿਆ। ਇੱਕ ਅਹਿਮ ਗੱਲ ਇਹ ਹੈਗੀ ਆ ਕਿ ਫਾਈਨਾਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਵੱਲੋਂ ਬਜਟ ਜਦੋਂ ਪੇਸ਼ ਕੀਤਾ, ਉਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਕੈਨੇਡਾ ਦੇ ਕੋਲ ਆਲਾ ਦਰਜੇ ਦੇ ਸਾਇੰਟਿਸਟ ਨੇ ਔਰ ਬੈਸਟ ਲੈਬਸ ਅਵੇਲੇਬਲ ਨੇ। ਫਿਰ ਮੇਰਾ ਸਵਾਲ ਇਹ ਹੈ ਜੀ ਕਿ ਕੈਨੇਡਾ ਦੇ ਵਿੱਚ ਆਪਣੀ ਵੈਕਸੀਨ ਪੈਦਾ ਕਰਨ ਦੇ ਵਿੱਚ ਸਮੱਸਿਆਵਾਂ ਕੀ ਨੇ, ਕਿੱਥੇ ਕਮੀ ਪੇਸ਼ੀ ਰਹਿ ਗਈ ਲੱਗਦੀ ਤੁਹਾਨੂੰ? ਦੇਖੋ, ਕਮੀ ਪੇਸ਼ੀ ਨਹੀਂ ਰਹੀ। ਇਨਫੈਕਟ ਜਦੋਂ ਦੇਖਦੇ ਹੈਗੇ ਆ, ਕੱਲ ਵੀ ਜੇ ਕਮੇਟੀ ਦੇ ਉੱਤੇ ਜਿਹੜਾ ਸੀਗਾ ਇੰਟਰਨੈਸ਼ਨਲ ਟ੍ਰੇਡ ਕਮੇਟੀ ਤੇ ਅਪੀਅਰ ਹੋਏ ਡਿਫਰੈਂਟ ਵਿਟਨੈਸ, ਉਹਨਾਂ ਨੇ ਵੀ ਕਿਹਾ ਕਿ ਜਿਹੜਾ ਗਵਰਨਮੈਂਟ ਨੇ ਜਿਹੜੀ ਆ ਆਪਦੀ ਬਣਦੀ ਸਪੋਰਟ ਜਿਹੜੀ ਆ ਉਹ ਦਿੱਤੀ ਸਮੇਂ ਮੁਤਾਬਕ। ਜਿਹੜੇ ਟਰਾਇਲ ਚੱਲ ਰਹੇ ਨੇ, ਕੰਪਨੀਆਂ ਨੂੰ ਦੇ ਰਹੇ ਆ ਉਹ ਪੈਸੇ ਦਿੱਤੇ। ਪਰ ਜਦੋਂ ਆਪਾਂ ਇਸ ਸਿਚੁਏਸ਼ਨ ਨੂੰ ਦੇਖਦੇ ਆ ਨਾ ਮਨਜੀਤ ਸਿੰਘ ਜੀ, ਬੜੇ ਆਪਾਂ ਨੂੰ ਕੇਅਰਫੁਲੀ ਇਹ ਜਿਹੜਾ ਵਾ ਉਹ ਸੋਚਣਾ ਪਏਗਾ, ਕਿਉਂਕਿ ਇਹ ਜਿਹੜੀ ਆਈ ਆ ਵਿਪਤਾ, ਆਈ ਸੰਸਾਰ ਤੇ ਇਕੱਲੇ ਕੈਨੇਡਾ ਤੇ ਨਹੀਂ, ਇਨਫੈਕਟ ਜਦੋਂ ਸਾਰੇ ਗਲੋਬ ਦੇ ਵਿੱਚ, ਸਾਰੀ ਦੁਨੀਆ 'ਚ ਹੀ ਆ ਗਈ, ਤਾਂ ਉਸ ਵੇਲੇ ਜਿਹੜਾ ਸੀਗਾ ਫਸਟ ਸਟੈਪ ਇਹ ਸੀਗਾ ਉਸ ਵੇਲੇ ਦੇਖਣ ਦਾ, ਕੈਨੇਡਾ ਦੇ ਵਿੱਚ ਜਦੋਂ ਆਪਾਂ ਦੇਖਦੇ ਪ੍ਰਧਾਨ ਮੰਤਰੀ ਉਹਨਾਂ ਨੇ ਵੀ ਅਸੀਂ ਜਿਹੜੇ ਲੋਕ ਨੇ ਉਹਨਾਂ ਦੀ ਰੋਟੀ ਪਾਣੀ ਦਾ ਪ੍ਰਬੰਧ ਕਿਸ ਤਰੀਕੇ ਨਾਲ ਕਰਨਾ, ਔਰ ਦੂਸਰਾ ਉਹਨਾਂ ਦੇ ਉੱਤੇ ਜਿਹੜੀ ਰਹਿਣ ਲਈ ਛੱਤ ਜਿਹੜੀ ਆ ਉਹ ਹੋਣੀ ਚਾਹੀਦੀ ਆ। ਉਸ ਨੂੰ ਮੱਦੇਨਜ਼ਰ ਰੱਖਦੇ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਪ੍ਰੋਗਰਾਮ ਅਨਾਉਂਸ ਕੀਤਾ, ਸਾਡਾ ਜਿਹੜਾ ਫੋਕਸ ਸੀਗਾ, ਇਮੀਡੀਏਟ ਫੋਕਸ ਜਿਹੜਾ ਸੀ ਉਹ ਇਹ ਸੀਗਾ ਕਿ ਅਸੀਂ ਉਹ ਸਹੂਲਤਾਂ ਜਿਹੜੀਆਂ ਨੇ, ਚਾਹੇ ਉਹ ਇੰਡੀਵਿਜੂਅਲ ਤੁਸੀਂ ਜਿਸ ਤਰ੍ਹਾਂ ਪਹਿਲਾਂ ਮੈਂਸ਼ਨ ਕੀਤਾ, ਚਾਹੇ ਉਹ ਕਾਮੇ ਸੀ, ਚਾਹੇ ਉਹ ਵਿਦਿਆਰਥੀ ਸੀ, ਚਾਹੇ ਸੀਨੀਅਰ ਸੀ, ਚਾਹੇ ਸਟੂਡੈਂਟ ਸੀ, ਚਾਹੇ ਉਹ ਕੈਨੇਡਾ ਚਾਈਲਡ ਬੈਨੀਫਿਟ ਸੀਗੇ, ਚਾਹੇ ਸਬਸਿਡੀ ਸੀ ਬਿਜ਼ਨਸ ਨੂੰ, ਲੋਨ ਸੀਗੇ ਬਿਜ਼ਨਸ ਨੂੰ, ਉਹ ਜਿਹੜੇ ਸੀਗੇ ਉਹ ਸਮੇਂ ਮੁਤਾਬਕ ਅਸੀਂ ਉਹ ਪ੍ਰੋਵਾਈਡ ਕੀਤੇ, ਉਹ ਤੇ ਫੋਕਸ ਕੀਤਾ। ਉਸ ਤੋਂ ਬਾਅਦ ਇਮੀਡੀਏਟਲੀ ਜਿਹੜਾ ਸੀਗਾ ਉਹ ਇਹ ਸੀ, ਜਦੋਂ ਵੈਕਸੀਨ ਦੀਆਂ ਗੱਲਾਂ ਚੱਲਣ ਲੱਗੀਆਂ ਤਾਂ ਕੈਨੇਡਾ ਨੇ ਜਿਹੜਾ ਸੀਗਾ, ਜੇ ਇੰਟਰਨੈਸ਼ਨਲ ਤੌਰ ਤੇ ਦੇਖਦੇ ਹਾਂ ਜਿਹੜੀਆਂ ਇਹ ਸਹੂਲਤਾਂ ਦਿੱਤੀਆਂ, ਤਾਂ ਇੱਕੋ ਇੱਕ ਦੇਸ਼ ਹੋਇਆ ਮੇਰੇ ਹਿਸਾਬ ਦੇ ਨਾਲ ਜਿਹਨੇ, ਜਦੋਂ ਆਪਾਂ ਦੇਖਦੇ ਗਏ, ਕਿਉਂਕਿ ਕਿਸੇ ਵੀ ਲੀਡਰ ਦੀ ਪਰਫਾਰਮੈਂਸ ਦੇਖਣੀ ਆ ਉਹ ਇੰਟਰਨੈਸ਼ਨਲ ਸੀਨ ਤੇ ਦੇਖੀ ਜਾ ਸਕਦੀ ਆ। ਵਰਲਡ ਵਾਰ ਤੋਂ ਬਾਅਦ ਪਹਿਲੀ ਵਾਰ ਇਹ ਮੌਕਾ ਮਿਲਿਆ, ਉੱਥੇ ਜਿਹੜਾ ਸੀਗਾ ਜਸਟਿਨ ਟਰੂਡੋ ਉਹਨਾਂ ਦੀ ਪਰਫਾਰਮੈਂਸ ਜਿਹੜੀ ਇਸ ਵਿਸ਼ੇ ਤੇ ਠੀਕ ਰਹੀ। ਉਸ ਤੋਂ ਬਾਅਦ ਸੀਗਾ ਅਸੀਂ ਵੈਕਸੀਨ ਸਿਕਿਉਰ ਕਰਨੀ ਸੀ। ਉਦੋਂ ਬਾਅਦ 7 ਕੰਪਨੀ ਜਿਹੜੀਆਂ ਨੇ
ਉਹਨਾਂ ਦੇ ਨਾਲ ਜਿਹੜਾ ਸੀਗਾ ਅਸੀਂ ਜਿਹੜੇ ਸੀਗੇ ਉਹ ਕੰਟਰੈਕਟ ਫਾਰਮ ਕੀਤੇ, ਜਿਹਦੇ ਵਿੱਚ ਤਕਰੀਬਨ 400 ਮਿਲੀਅਨ ਦੇ ਕਰੀਬ ਡੋਜ਼ ਜਿਹੜੀਆਂ ਸੀਗੀਆਂ ਉਹ ਸਿਕਿਉਰ ਕਰ ਲਈਆਂ ਗਈਆਂ। ਔਰ ਉਹਦੇ ਵਿੱਚੋਂ ਦੋ ਕੰਪਨੀ ਜਿਹੜੀਆਂ ਸੀਗੀਆਂ ਫਾਈਜ਼ਰ ਐਂਡ ਮੋਡਰਨਾ ਪਹਿਲਾਂ ਅਪਰੂਵ ਹੋਈ, ਹੁਣ ਐਸਟਰਾਜੈਨਕਾ ਜਿਹੜੀ ਸੀ ਉਹ ਅਪਰੂਵ ਹੋ ਗਈ। ਉਸ ਨੂੰ ਮੱਦੇਨਜ਼ਰ ਰੱਖਦਿਆਂ ਜਿਸ ਤਰੀਕੇ ਦੇ ਨਾਲ ਜਿਹੜੀ ਸੀਗੀ ਵੈਕਸੀਨ ਜਿਹੜੀ ਸੀਗੀ ਉਹ ਆ ਰਹੀ ਸੀ, ਪਰ ਤੁਸੀਂ ਬਿਲਕੁਲ ਸਹੀ ਕਿਹਾ ਕਿ ਯੂਰਪ ਦੇ ਵਿੱਚ ਇਸ਼ੂਜ਼ ਆਉਣ ਕਰਕੇ ਜਿਹੜੀ ਸੀਗੀ ਉਹ ਫਾਈਜ਼ਰ ਨੂੰ ਚਾਹੇ ਧੱਕਾ ਲੱਗਾ, ਪਰ ਮੈਂ ਅੱਜ ਪ੍ਰੋਡਕਸ਼ਨ ਤੱਕ ਘਟ ਗਈ ਦੱਸ ਸੀ ਜੀ। ਰਾਈਟ ਪਰ ਅੱਜ ਦੱਸ ਸਕਦਾ ਅਸੀਂ ਹੁਣ ਪੂਰੇ ਟਰੈਕ ਤੇ ਆ। ਫੇਰ ਉਹਦੇ ਵਿੱਚ ਕੀ ਆ ਕਿ ਅੱਜ ਤੱਕ ਜੇ ਦੇਖਿਆ ਜਾਵੇ ਮੋਰ ਦੈਨ 12.7 ਮਿਲੀਅਨ ਜਿਹੜੀਆਂ ਡੋਜ਼ਸ ਜਿਹੜੀਆਂ ਨੇ ਉਹ ਸੂਬਿਆਂ ਨੂੰ ਜਿਹੜੀਆਂ ਨੇ ਉਹ ਦੇ ਦਿੱਤੀਆਂ ਗਈਆਂ ਟੈਰੀਟਰੀਜ਼ ਨੂੰ, ਔਰ ਉਹਦੇ ਵਿੱਚ ਹੀ 9.7 ਮਿਲੀਅਨ ਡੋਜ਼ਸ ਜਿਹੜੀਆਂ ਹੈਗੀਆਂ ਨੇ ਉਹ ਐਡਮਿਨਿਸਟਰ ਕੀਤੀਆਂ ਗਈਆਂ ਕੈਨੇਡੀਅਨਸ ਨੂੰ, ਠੀਕ ਹੈ ਨਹੀਂ। ਬਿਲਕੁਲ ਉਹਦੇ ਨਾਲ ਹੀ ਪ੍ਰਧਾਨ ਮੰਤਰੀ ਉਹਨਾਂ ਨੇ, ਤੁਸੀਂ ਦੇਖਿਆ ਹੋਣਾ ਫਰਾਈਡੇ ਸੁਣਿਆ ਹੋਣਾ, ਇੱਕ ਬਿਆਨ ਦਿੱਤਾ ਸੀ ਜਿਹਦੇ ਵਿੱਚ ਫਾਈਜ਼ਰ ਨੇ ਕਿਹਾ ਸੀ ਵੀ ਜਿੰਨੀਆਂ ਅਸੀਂ ਪ੍ਰੋਮਿਸ ਕੀਤੀਆਂ 8 ਮਿਲੀਅਨ ਡੋਜ਼ ਉਦੋਂ ਵਾਧੂ ਜਿਹੜੀਆਂ ਨੇ ਉਹ ਹੋਰ ਜਿਹੜੀਆਂ ਉਹ ਦੇਣਗੇ। ਜਦੋਂ ਆਪਾਂ ਦੇਖਦੇ ਹੈਗੇ ਆ ਚਾਹੇ ਉਹ ਸਲੋ ਡਾਊਨ ਯੂਰਪ ਦੇ ਵਿੱਚ, ਪਰ ਜੂਨ ਦੇ ਐਂਡ ਤੱਕ ਕੈਨੇਡਾ ਕੋਲ 44 ਮਿਲੀਅਨ ਡੋਜ਼ਸ ਜਿਹੜੀਆਂ ਨੇ ਉਹ ਪਹੁੰਚ ਜਾਣਗੀਆਂ। ਜਿਸ ਤਰੀਕੇ ਦੇ ਨਾਲ ਹੁਣ ਦੇਖਦੇ ਹਾਂ ਆਪਾਂ ontario ਸੂਬੇ ਦੇ ਵਿੱਚ, BC ਦੇ ਵਿੱਚ ਸੂਬਿਆਂ ਨੇ ਆਲਰੇਡੀ ਜਿਹੜਾ ਵਾ ਉਹ ਕਹਿ ਦਿੱਤਾ ਕਿ ਜਿਹੜੇ 40 ਸਾਲ ਤੋਂ ਉੱਤੇ ਹੈਗੇ ਨੇ ਬਿਲਕੁਲ ਉਹ ਜਾ ਕੇ ਐਸਟਰਾਜੈਨਕਾ ਜਿਹੜੇ ਨੇ ਉਹ ਫਾਰਮੇਸੀ ਦੇ ਵਿੱਚ ਲਵਾ ਸਕਦੇ, ਮੁਹੱਈਆ ਉਹਨਾਂ ਨੂੰ ਕੀਤੀਆਂ ਜਾ ਰਹੀਆਂ ਨੇ। ਔਰ ਉਹਦੇ ਵਿੱਚ ਸਾਡੇ BC ਦੇ ਪ੍ਰੀਮੀਅਰ ਜਿਹੜੇ ਨੇ, ਪ੍ਰੀਮੀਅਰ ਹਾਰਗਨ, ਉਹਨਾਂ ਨੇ ਆਲਰੇਡੀ ਟੀਕਾ ਜਿਹੜਾ ਵਾ ਉਹ ਲਵਾਇਆ ਐਸਟਰਾਜੈਨਕਾ ਦਾ, ਔਰ ਅੱਜ ਜਿਹੜਾ ਵਾ ਉਹ ਪ੍ਰਧਾਨ ਮੰਤਰੀ ਵੀ ਇਸ ਚੀਜ਼ ਨੂੰ ਕੁਆਲੀਫਾਈ ਕਰਕੇ ਆ ਸਕੇ, ਉਹ ਵੀ ਇਸ ਨੂੰ ਲਵਾਉਣਗੇ। ਸੋ ਜਦੋਂ ਗੱਲ ਕਰਦੇ ਹਾਂ ਅੱਜ ਬਿਲਕੁਲ ਅਸੀਂ ਔਨ ਟਰੈਕ ਹਾਂ, ਔਰ ਸਤੰਬਰ ਦੇ ਐਂਡ ਤੱਕ ਅਸੀਂ ਵਾਅਦਾ ਕੀਤਾ ਸੀ ਕਿ ਹਰ ਇੱਕ ਕੈਨੇਡੀਅਨ ਉਹ ਜਿਹੜਾ ਹੈ ਜਿਹਨੂੰ ਜਿਹੜਾ ਮਹਿਸੂਸ ਕਰੂਗਾ, ਜਿਹੜਾ ਚਾਹੂਗਾ ਕਿ ਜਿਹੜੀ ਵੈਕਸੀਨ ਆ ਉਹਨਾਂ ਦੇ ਲੱਗੇ, ਉਹ ਹਰ ਇੱਕ ਕੈਨੇਡੀਅਨ ਨੂੰ ਜਿਹੜੀ ਆ ਐਂਡ ਆਫ ਸਪਟੈਂਬਰ ਤੋਂ ਪਹਿਲਾਂ ਜਿਹੜੀ ਆ ਉਹ ਵੈਕਸੀਨ ਜਿਹੜੀ ਆ ਉਹ ਮੁਹੱਈਆ ਕਰਾਈ ਜਾਊਗੀ। ਧਾਲੀਵਾਲ ਸਾਹਿਬ ਤੁਹਾਡੇ ਕੁਲੀਗ ਨੇ ਜੀ, ਸਾਡੇ ਐਡਮਿੰਟਨ ਤੋਂ ਮੈਂਬਰ ਪਾਰਲੀਮੈਂਟ ਵੀ ਰਹੇ ਨੇ, ਮੰਤਰੀ ਸਾਹਿਬ ਵੀ ਰਹੇ ਨੇ, ਅਮਰਜੀਤ ਸੋਹੀ ਜੀ, ਉਹਨਾਂ ਨੇ ਵੀ ਐਸਟਰਾਜੋਨਿਕਾ ਦੀ ਜਿਹੜੀ ਵੈਕਸੀਨ ਉਹ ਲੈ ਲਈ ਹੋਈ ਹੈ। ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਲੀਡਰਸ਼ਿਪ ਕੋਸ਼ਿਸ਼ ਕਰ ਰਹੀ ਹੈ ਕਿ ਜਿਵੇਂ ਕੁਝ ਗਲਤ ਫਹਿਮੀਆਂ ਚੱਲ ਰਹੀਆਂ ਨੇ, ਕੁਝ ਕੇਸਿਸ ਆਏ ਨੇ ਬਲੱਡ ਕਲੌਟਿੰਗ ਨੂੰ ਲੈ ਕੇ, ਕਿ ਲੋਕਾਂ ਦੇ ਵਿੱਚ ਲੀਡਰਸ਼ਿਪ ਕੁਆਲਿਟੀਜ਼ ਦੇ ਰਾਹੀਂ ਦੱਸਿਆ ਜਾਵੇ ਵੀ ਇਹ ਜਿਹੜੀ ਵੈਕਸੀਨ ਹੈਗੀ ਆ ਸੇਫ ਹੈਗੀ ਆ, ਤੇ ਸਾਰਿਆਂ ਨੂੰ ਜਲਦ ਤੋਂ ਜਲਦ ਜਿਹੜੀ ਆ ਲਗਵਾ ਲੈਣੀ ਚਾਹੀਦੀ ਹੈ। ਬਿਲਕੁਲ, ਮੈਂ ਵੀਰ ਜੀ ਅਮਰਜੀਤ ਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਲੀਡਰਸ਼ਿਪ ਜਿਹੜੀ ਆ ਉਹ ਦਿਖਾਈ ਹੈਗੀ ਆ। ਇਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਐਗਜ਼ਾਮਪਲ ਦੇ ਚੁੱਕਿਆ ਪ੍ਰੀਮੀਅਰ ਹਾਰਗਨ ਉਹਨਾਂ ਦੀ ਔਰ ਪ੍ਰਾਈਮ ਮਿਨਿਸਟਰ ਹੋਣੀ। ਉਹਦੇ ਨਾਲ ਹੀ ਅਸੀਂ ਕੀ ਕੀਤਾ ਕਿ ਪਿੱਛੇ ਸਰ ਮਨਜੀਤ ਸਿੰਘ ਜੀ, ਇੱਕ ਨਾ ਤੁਸੀਂ ਸੁਣਿਆ ਹੋਣਾ ਕਿ ਸਾਊਥ ਏਸ਼ੀਅਨ ਕੋਵਿਡ ਟਾਸਕ ਫੋਰਸ ਬਣੀ ਹੈਗੀ ਆ, ਜਿਹਦੇ ਵਿੱਚ ਅਕ੍ਰੋਸ ਦਾ ਕੰਟਰੀ, ਤੁਹਾਡੇ ਅਲਬਰਟਾ ਤੋਂ ਵੀ ਨੇ ਜਿਹੜੇ ਨੇ ਉਹ ਹੈਲਥ ਪ੍ਰੋਫੈਸ਼ਨਲਜ਼ ਨੇ, ਉਹਨਾਂ ਨੇ ਰਲ ਕੇ ਉਹ ਬਣਾਈ ਆ। ਅਸੀਂ ਉਹਨਾਂ ਦੀਆਂ 2 ਮੀਟਿੰਗ ਕੀਤੀਆਂ। ਇੱਕ ਦਿਨ ਮੀਟਿੰਗ ਜਿਹੜੀ ਸੀਗੀ ਉਹ ਮਿਨਿਸਟਰ ਦੇ ਨਾਲ, ਹੈਲਥ ਮਿਨਿਸਟਰ ਦੇ ਨਾਲ ਕਰਵਾਈ, 3 ਹੋ ਗਈਆਂ ਇਨਫੈਕਟ 3। ਇੱਕ ਜਿਹੜੀ ਸੀਗੀ ਪਹਿਲੀ ਮੀਟਿੰਗ ਹੈਲਥ ਮਿਨਿਸਟਰ ਨਾਲ ਕਰਾਈ, ਦੂਸਰਾ ਅਸੀਂ ਓਪਨ ਜਿਹੜਾ ਸੀਗਾ ਟਾਊਨ ਹਾਲ ਰੱਖੀ। ਸਾਡੇ ਰਣਦੀਪ ਸਿੰਘ, ਸਾਡੇ ਮੇਰੇ ਨੈਕਸਟ ਡੋਰ MP ਨੇ, ਛੋਟੇ ਭਾਈ, ਉਹਨਾਂ ਨੇ ਤੇ ਮੈਂ ਰਲ ਕੇ ਜਿਹੜਾ ਸੀ ਉਹਨਾਂ ਨੂੰ ਲੈ ਕੇ ਆਂਦਾ, ਤਾਂ ਕਿ ਅਸੀਂ ਜਿਹੜਾ ਹੈ ਲੋਕਾਂ ਥਾਈਂ ਆਵਾਜ਼ ਜਿਹੜੀ ਆ ਉਹ ਪਹੁੰਚਾ ਸਕੀਏ, ਦੱਸ ਸਕੀਏ, ਪ੍ਰੋਫੈਸ਼ਨਲ ਦੱਸ ਸਕਣ ਕਿ ਤਿੰਨੇ ਹੀ ਵੈਕਸੀਨ ਜਿਹੜੀਆਂ ਵੈਕਸੀਨ ਅਪਰੂਵ ਹੋਈਆਂ ਨੇ ਉਹ ਕੈਨੇਡਾ ਦੇ ਵਿੱਚ, ਉਹ ਕੈਨੇਡੀਅਨਸ ਦੇ ਲਈ ਸੇਫ ਨੇ, ਉਹਦਾ ਕੋਈ ਖਤਰਾ ਨਹੀਂ। ਉਸ ਤੋਂ ਬਾਅਦ ਇੱਕ ਮੀਟਿੰਗ ਜਿਹੜੀ ਸੀਗੀ ਜਦੋਂ ਅਸੀਂ ਸਿੱਖਾਂ ਦਾ ਇਤਿਹਾਸਕ ਮਹੀਨਾ ਹੈਰੀਟੇਜ ਮੰਥ ਅਪ੍ਰੈਲ ਹੈਗਾ ਉਹ ਮਨਾ ਰਹੇ ਸੀ, ਔਰ ਪ੍ਰਾਈਮ ਮਿਨਿਸਟਰ ਨੇ ਉਹ ਕੋਵਿਡ ਟਾਸਕ ਫੋਰਸ ਦੇ ਔਰ ਡਾਕਟਰਸ ਐਂਡ ਨਰਸ ਜਿਹੜੀਆਂ ਅਕ੍ਰੋਸ ਦਾ ਨੇਸ਼ਨ ਜਾਂ ਉਹਨਾਂ ਦੇ ਨਾਲ ਜਿਹੜਾ ਵਿਸਾਖੀ ਦਾ ਔਰ ਖਾਲਸਾ ਦਾ ਸਿਰਜਣਾ ਦਿਵਸ ਤੇ ਜਿਹੜਾ ਸੀ ਸਿੱਖਾਂ ਦਾ ਇਤਿਹਾਸਕ ਮਹੀਨਾ ਮਨਾਇਆ, ਉਹਦੇ ਵਿੱਚ ਵੀ ਉਹਨਾਂ ਨੇ ਬੜਾ ਕਲੀਅਰ ਕੀਤਾ ਕਿ ਜਿਹੜੀ ਇਹ ਵੈਕਸੀਨ ਹੈਗੀ ਆ, ਇਹ ਸਾਰੀਆਂ ਵੈਕਸੀਨ ਸੇਫ ਹੈਗੀਆਂ ਤਿੰਨੇ ਜੀ। ਤੇ ਧਾਲੀਵਾਲ ਸਾਹਿਬ, ਹੁਣ ਆਪਾਂ ਥੋੜੀ ਜਿਹੀ ਗੱਲਬਾਤ ਕਰ ਲੈਂਦੇ ਹਾਂ ਫੈਡਰਲ ਡੈਫਿਸਿਟ ਦੇ ਉੱਪਰ। ਨਵੰਬਰ ਦੇ ਵਿੱਚ ਕ੍ਰਿਸਟੀਆ ਫਰੀਲੈਂਡ ਵੱਲੋਂ ਇੱਕ ਨਾ ਇਕਨੋਮਿਕ ਅਪਡੇਟ ਦਿੱਤੀ ਗਈ ਸੀ ਕਿ ਕੋਸ਼ਿਸ਼ ਕਰਾਂਗੇ ਕਿ 2020-21 ਦਾ ਜਿਹੜਾ ਡੈਫਿਸਿਟ ਆ ਉਹ 382 ਬਿਲੀਅਨ ਡਾਲਰ ਤੱਕ ਕੀਤਾ ਜਾਵੇ। ਪਰ ਮੈਨੂੰ ਲੱਗਦਾ ਵੀ ਉਹਨਾਂ ਨੇ ਵੱਧ ਕੋਸ਼ਿਸ਼ ਕੀਤੀ, ਵੱਧ ਐਫਰਟ ਕੀਤੇ, ਔਰ ਕਿਤੇ ਨਾ ਕਿਤੇ ਡੈਫਿਸਿਟ ਨੂੰ ਘੱਟ ਕਰਨ ਦੇ ਵਿੱਚ ਉਹ ਕਾਮਯਾਬ ਵੀ ਰਹੇ ਨੇ। ਔਰ ਇਸੇ ਤਰ੍ਹਾਂ ਉਹਨਾਂ ਜਿਹੜੀ ਅਗਲੇ ਸਾਲ ਦੀ ਪ੍ਰੋਜੈਕਸ਼ਨ ਕੀਤੀ ਹੋਈ ਆ ਉਹ 154.7 ਬਿਲੀਅਨ ਡਾਲਰ ਜਿਹੜੀ ਆ ਉਹ ਰੱਖੀ ਗਈ ਆ। ਸੋ ਉਹਨਾਂ ਨੇ ਵੀ ਕਿਹਾ ਕਿ 2025-26 ਤੱਕ ਜਿਹੜੀ ਇਹ ਡੈਫਿਸਿਟ ਹੈਗਾ ਵਾ ਇਹ 30.7 ਬਿਲੀਅਨ ਤੱਕ ਲੈ ਆਂਦਾ ਜਾਵੇਗਾ। ਸੋ ਕੀ ਲੱਗਦਾ ਵਾ ਵੀ ਕਿਹੜੇ ਤਰੀਕੇ ਜਾਂ ਕਿਹੜੇ ਰੋਡ ਮੈਪ ਜਿਹੜੇ ਤਿਆਰ ਕੀਤੇ ਗਏ ਨੇ ਲਿਬਰਲ ਗਵਰਨਮੈਂਟ ਵੱਲੋਂ ਇਸ ਮੰਤਵ ਨੂੰ ਪੂਰਾ ਕਰਨ ਲਈ?
ਦੇਖੋ, ਜਦੋਂ ਆਪਾਂ ਦੇਖਦੇ ਹਾਂ ਕਿ ਤੁਸੀਂ $354.2 ਬਿਲੀਅਨ ਡੈਫਿਸਿਟ ਦੀ ਗੱਲ ਕਰਦੇ ਹਾਂ, ਜੀ, ਇਹ ਆਪਾਂ ਨੂੰ ਸਭ ਨੂੰ ਪਤਾ ਵੀ ਕ੍ਰੀਏਟ ਕਿਉਂ ਹੋਇਆ। ਸਪੈਂਡਿੰਗਸ ਕਿਉਂਕਿ ਬਹੁਤ ਹੋਈਆਂ, ਬਿਲਕੁਲ। ਜਿਹੜੀ ਇਨਵੈਸਟਮੈਂਟਸ ਜਿਹੜੀਆਂ ਸੀਗੀਆਂ, ਉਹ ਕਰਨੀਆਂ ਪਈਆਂ ਗੌਰਮੈਂਟ ਨੂੰ ਟੂ ਮੇਕ ਸ਼ੋਰ ਕਿ ਲੋਕਾਂ ਦੇ ਲਈ ਜਿਹੜਾ ਹੈਗਾ, ਉਹ ਜਨਜੀਵਨ ਉਹਨਾਂ ਦਾ ਚੱਲਦਾ ਰਵੇ, ਫੂਡ ਔਨ ਦੀ ਟੇਬਲ ਬਿਜ਼ਨਸ ਹੋਵੇ ਜੀ, ਚੱਲਦੇ ਬਿਲਕੁਲ। ਰਹਿਣ, ਫੂਡ ਔਨ ਦਾ ਟੇਬਲ। ਸੋ ਇਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਆ। ਔਰ ਤੁਸੀਂ ਬਿਲਕੁਲ ਜਿਹੜੀ ਆ ਉਹ ਜਿਹੜੀ ਕਿੱਲ ਦੇ ਉੱਤੇ ਨਹੀਂ ਮਾਰੀ ਦੀ, ਜਿਹੜੀ ਨੋਕ ਦੇ ਉੱਤੇ ਉਹ ਮਾਰਿਆ ਜੀ, ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਇਹ ਵੀ ਆਪਾਂ ਕੀਤਾ ਹੈਗਾ ਫੋਰਕਾਸਟ ਕਿ ਜਦੋਂ ਹੂੰ, 2025-26 ਦੀ ਗੱਲ ਆਉਂਦੀ, ਤੁਸੀਂ ਕਿਹਾ 30.7 ਦੇ ਉੱਤੇ ਇਹ ਚਲੇ ਜਾਊਗਾ। ਜਦੋਂ ਆਪਾਂ ਉਹ ਨੰਬਰਸ ਨੂੰ ਦੇਖਦੇ ਹਾਂ ਤਾਂ ਉਹ 1% ਆਫ ਦੀ ਜੀਡੀਪੀ ਰਹਿ ਜਾਂਦਾ, ਜਿਹੜਾ ਕਿ ਉਹ ਆਮ ਜਿਹੜਾ ਉਸ ਵੇਲੇ ਜਿਹੜਾ ਵਾ ਉਹ ਡੂਏਬਲ ਬਜਟ ਜਿਹੜਾ ਉਹ ਹੈਗਾ। ਪਰ ਜੀ, ਆਪਾਂ ਜੇ ਦੇਖਿਆ ਜਾਵੇ ਆਉਣ ਵਾਲੇ 3 ਤੋਂ 5 ਸਾਲ ਦੇ ਵਿੱਚ ਇਕਨੋਮਿਕ ਗਰੋਥ ਹੋਣੀ ਹੈਗੀ ਆ, ਰਾਈਟ। ਇਹ ਦੇਖਿਓ ਤੁਸੀਂ, ਇਕਨੋਮਿਕ ਇੰਨੀ ਜ਼ਿਆਦਾ ਇਕਨੋਮਿਕ ਗਰੋਥ ਹੋਊ, ਉਹਦੇ ਨਾਲ ਕੀ ਹੋਊਗਾ, ਉਹ ਟੈਕਸ ਬੇਸ ਜਿਹੜਾ ਵਾ ਉਹ ਵਧੂਗਾ, ਉਹਦੇ ਨਾਲ ਜਿਹੜਾ ਵਾ ਉਹ ਡੈਫੀਸਿਟ ਸਾਡਾ ਜਿਹੜਾ ਹੈਗਾ ਉਹ ਥੱਲੇ ਆਊਗਾ। ਸੋ ਹੁਣ ਜੇ ਦੇਖਿਆ ਜਾਵੇ, ਅਸੀਂ ਜਿਹੜਾ ਵਾ ਉਹ ਕੋਵਿਡ-19 ਦੀ ਸਿਚੁਏਸ਼ਨ 'ਚ ਇਨਵੈਸਟ ਕਰ ਰਹੇ ਹਾਂ। ਅਸੀਂ ਕੈਨੇਡੀਅਨਸ ਦੇ ਲਈ ਇਨਵੈਸਟ ਕਰ ਰਹੇ ਹਾਂ। ਇਹੀ ਕਾਰਨ ਆ ਕਿ ਜੇ ਅਸੀਂ ਬੇਸ ਸਬਸਿਡੀ ਅੱਗੇ ਵਧਾਈ ਹੈਗੀ ਆ, ਉਹ ਸਿਰਫ ਇਸ ਲਈ ਸੀਗੀ। ਪਰ ਜਦੋਂ ਗੱਲ ਕਰਦੇ ਹਾਂ ਡੈਫਿਸਿਟ ਨੂੰ ਕੰਟਰੋਲ ਕਰਨ ਦੀ, ਉਹ ਆਸ ਆ ਕਿ 2025-26 ਤੱਕ ਜਿਸ ਤਰ੍ਹਾਂ ਕਿਹਾ ਹੈਗਾ, ਉਹ 30 ਬਿਲੀਅਨ ਦੇ ਕਰੀਬ ਜਿਹੜਾ ਉਹ ਆ ਜਾਏਗਾ। ਧਾਲੀਵਾਲ ਸਾਹਿਬ, ਨਾਲ ਦੇ ਨਾਲ ਆਪਾਂ ਫੈਡਰਲ ਡੈਟ ਦੀ ਗੱਲ ਕਰ ਲੈਂਦੇ ਹਾਂ। ਨੋ ਡਾਊਟ ਕਿ ਜੇਕਰ ਫਿਸਕਲ ਡੈਫਿਸਿਟ ਹੋਇਆ ਵਾ ਤੇ ਜਿਹੜੇ ਤੁਹਾਨੂੰ ਖਰਚੇ ਕਰਨੇ ਪੈਣੇ ਆ, ਉਹਦੇ ਵਾਸਤੇ ਉਧਾਰ ਵੀ ਲੈਣਾ ਪੈਣਾ। ਸੋ ਜਿਹੜੀਆਂ ਬੋਰੋਵਿੰਗਸ ਕੀਤੀਆਂ ਨੇ ਟੂ ਸਪੈਂਡ, ਉਹ ਜੀ ਕਹਿ ਰਹੇ ਨੇ ਕਿ 2021-22 ਦੇ ਵਿੱਚ 51.2% ਆਫ ਜੀਡੀਪੀ ਹੋ ਜਾਵੇਗਾ, ਵਿਚ ਇਜ਼ ਟੂ ਹਾਈ ਡੈਫੀਨੇਟਲੀ। ਔਰ ਕਿਹਾ ਵੀ 2025-26 ਦੇ ਵਿੱਚ ਇਹਨੂੰ 49.2% ਆਫ ਜੀਡੀਪੀ ਜਿਹੜਾ ਵਾ ਉਹ ਕੀਤਾ ਜਾਵੇਗਾ। ਪਰ 2019-20 ਦੇ ਵਿੱਚ ਇਹ ਜਿਹੜਾ ਫੈਡਰਲ ਡੈਟ ਸੀਗਾ ਜੀ, ਇਹ 30% ਆਫ ਜੀਡੀਪੀ ਸੀਗਾ। ਸੋ ਤੁਹਾਨੂੰ ਲੱਗਦਾ ਵੀ ਕਿਹੜੇ ਤਰੀਕੇ ਅਪਣਾਏ ਜਾ ਸਕਦੇ ਨੇ ਕਿ ਇਹ ਜਿਹੜਾ ਡੈਟ ਆ, ਇਸ ਨੂੰ ਘੱਟ ਕੀਤਾ ਜਾ ਸਕੇ? ਦੇਖੋ, ਇੱਕੋ ਹੀ ਤਰੀਕਾ ਹੈਗਾ, ਉਹ ਹੈਗਾ ਕਿ ਇਕਨੋਮਿਕ ਪ੍ਰੋਸਪੈਰਿਟੀ ਜਿਹੜੀ ਆ ਉਹ ਕ੍ਰੀਏਟ ਕਰਨੀ ਪੈਣੀ ਸਾਨੂੰ। ਪੋਸਟ ਕੋਵਿਡ ਸਾਡੀ ਰਿਕਵਰੀ ਜਿਹੜੀ ਪਲਾਨ ਆ, ਉਹ ਬੜੀ ਸਟਰੋਂਗ ਹੋਣੀ ਚਾਹੀਦੀ ਆ। ਉਹਦੇ ਵਿੱਚ ਜਿਹੜਾ ਹੈਗਾ, ਸਾਡੀ ਸਰਕਾਰ ਨੇ ਆਲਰੇਡੀ ਜਿਹੜੇ ਹੈਗੇ, ਤੁਹਾਨੂੰ ਦੱਸਿਆ 101.5 ਬਿਲੀਅਨ ਦੇ ਕਰੀਬ ਡਾਲਰ ਜਿਹੜੇ ਨੇ ਉਹ ਇਨਵੈਸਟ ਜੀ, ਕੀਤੇ। ਕਿਉਂ ਕੀਤੇ ਆ? ਕਿਉਂਕਿ ਉਹਦੇ ਨਾਲ ਜਿਹੜੀਆਂ ਹਾਈ ਪੇਇੰਗ ਜੌਬਸ ਕ੍ਰੀਏਟ ਹੋਣਗੀਆਂ। ਜਦੋਂ ਹਾਈ ਪੇਇੰਗ ਜੌਬਸ 1 ਮਿਲੀਅਨ ਜੌਬਸ ਕ੍ਰੀਏਟ ਹੋਣਗੀਆਂ, ਤਾਂ ਉਹ ਜਿਹੜੇ 1 ਮਿਲੀਅਨ ਲੋਕ ਕੰਮ ਕਰਨਗੇ, ਉਹ ਟੈਕਸਿਸ ਦੇਣਗੇ। ਸੋ ਹੌਲੀ ਹੌਲੀ ਜਿਹੜਾ ਸਾਡਾ ਜਿੱਦਾਂ ਜਿੱਦਾਂ ਸਾਡਾ ਡੈਫਿਸਿਟ ਜਿਹੜਾ ਵਾ ਉਹ ਥੱਲੇ ਆਊਗਾ, ਡੈਟ ਜਿਹੜਾ ਵਾ ਉਹ ਥੱਲੇ ਆਊਗਾ, ਉਹਦੇ ਨਾਲ ਜਿਹੜਾ ਹੈਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਬੈਕ ਟੂ ਨਾਰਮਲ ਆਉਣ ਨੂੰ, ਠੀਕ ਆ, ਕੁਝ ਸਾਲ ਲੱਗਣੇ ਨੇ। ਉਹਦੇ ਵਿੱਚ ਇਕੱਲਾ ਇਹ ਨਹੀਂ, ਜੇ ਤੁਸੀਂ ਐਰਨੋ ਟੂਲ ਦੀ ਗੱਲ ਕਰਦੇ ਆ, ਇੱਕ ਪਾਸੇ ਉਹ ਕ੍ਰਿਟੀਸਾਈਜ਼ ਕਰ ਰਹੇ ਆ ਡੈਫਿਸਿਟ ਨੂੰ, ਦੂਸਰੇ ਪਾਸੇ ਉਹ ਕਹਿ ਰਹੇ ਆ ਕਿ ਵੀ ਜੇ ਮੇਰੀ ਗਵਰਨਮੈਂਟ ਆਉਂਦੀ ਹੈ ਤਾਂ ਮੈਨੂੰ ਡੈਕੇਡਸ ਲੱਗ ਜਾਣਗੇ ਜਿਹੜਾ ਵਾ ਉਹ ਡੈਫਿਸਿਟ ਖਤਮ ਕਰਨ ਨੂੰ। ਸੋ ਆਪ ਹੀ ਜੀ, ਮੰਨਦੇ ਨੇ ਕਿ ਜੇ ਵੀ ਮੈਨੂੰ ਬਜਟ ਆਫਟਰ ਬਜਟ ਜਿਹੜਾ ਹੈਗਾ ਉਹ ਡੈਫਿਸਿਟ ਬਜਟ ਲੈ ਕੇ ਆਉਣਾ ਪਊ। ਪਰ ਜਦੋਂ ਗੱਲ ਕਰਦੇ ਆ ਅੱਜ ਦੀ, ਚਾਹੇ ਉਹ ਆਪਣੇ ਬਲਾਕ ਕਬੈਕਵਾ ਦੇ ਲੀਡਰ ਨੇ, ਉਹਨਾਂ ਦੀ ਗੱਲ ਕਰ ਲਈਏ, ਜਗਮੀਤ ਸਿੰਘ ਉਹਨਾਂ ਦੀ ਗੱਲ ਕਰ ਲਈਏ, ਉਹਨਾਂ ਦੋਹਾਂ ਨੇ ਜਿਹੜਾ ਹੈਗਾ ਉਹ ਬਜਟ ਨੂੰ ਡਾਇਰੈਕਟਲੀ ਔਰ ਇਨਡਾਇਰੈਕਟਲੀ ਜਿਹੜਾ ਵਾ ਉਹ ਸਪੋਰਟ ਕਰਨ ਲਈ ਜਿਹੜਾ ਆਪਣੀ ਇੱਛਾ ਜ਼ਾਹਰ ਕੀਤੀ। ਕਿਉਂ? ਕਿਉਂਕਿ ਇਹ ਇੱਕ ਬਜਟ ਜਿਹੜਾ ਸੀਗਾ ਉਹ ਲੋੜੀਂਦਾ ਬਜਟ ਸੀ। ਜੇ ਡੈਫਿਸਿਟ ਕ੍ਰੀਏਟ ਹੋਇਆ, ਉਹ ਲੋੜੀਂਦਾ ਡੈਫਿਸਿਟ ਸੀਗਾ। ਕਿਉਂਕਿ ਜਿਹੜੀ ਇਸ ਵੇਲੇ ਪ੍ਰਾਇਓਰਟੀ ਜਿਹੜੀ ਸੀ ਉਹ ਡੈਫਿਸਿਟ ਨਹੀਂ ਸੀ। ਇਸ ਵੇਲੇ ਹੂੰ, ਪ੍ਰਾਇਓਰਟੀ ਜਿਹੜੀ ਸੀ ਕੈਨੇਡਾ ਦੇ ਲੋਕ, ਕੈਨੇਡੀਅਨ ਬਿਜ਼ਨਸ, ਉਹਨਾਂ ਦੀ ਸਿਹਤ, ਉਹਦੇ ਉੱਤੇ ਅਸੀਂ ਜਿਹੜਾ ਪੂਰਾ ਧਿਆਨ ਦਿੱਤਾ ਔਰ ਪੂਰਾ ਅਮਲ ਜਿਹੜਾ ਅਸੀਂ ਉਹ ਇਹਦੇ ਤੇ ਕੀਤਾ ਹੈਗਾ। ਬਿਲਕੁਲ। ਧਾਲੀਵਾਲ ਸਾਹਿਬ, ਇਸ ਬਜਟ ਦੇ ਵਿੱਚ ਇੱਕ ਹੋਰ ਅਹਿਮ ਪਹਿਲੂ ਸੀਗਾ ਕਿ ਫੈਡਰਲ ਮਿਨੀਮਮ ਵੇਜ ਜਿਹੜੀ ਆ ਉਹ ਵਧਾਈ ਗਈ ਆ, $15 ਕਰ ਦਿੱਤੀ ਗਈ ਆ। ਹਾਂਜੀ। ਤੇ ਇਸ ਨਾਲ ਦੱਸਿਆ ਜਾ ਰਿਹਾ ਵੀ 26,000 ਜਿਹੜੇ ਵਰਕਰਸ ਨੇ, ਜਿਹੜੇ ਫੈਡਰਲ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਨੂੰ ਬੈਨੀਫਿਟ ਹੋਵੇਗਾ। ਸੋ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਇਸ ਵੇਲੇ ਚਾਹੀਦਾ ਵੀ ਹੈ, ਕਿਉਂਕਿ ਮਹਿੰਗਾਈ ਵੱਧਦੀ ਜਾ ਰਹੀ ਆ। ਉਹਦੇ ਨਾਲ ਕੀ ਸੀ, ਕਿਉਂਕਿ ਚਾਹੇ ਜਿਹੜੇ ਤੁਸੀਂ ਵੇਜੇਜ ਦੀ ਗੱਲ ਕੀਤੀ, ਮੋਸਟ ਆਫ ਦੇ ਜਿਹੜੇ ਵਰਕਰਸ ਨੇ ਉਹ ਪ੍ਰੋਵਿੰਸ਼ੀਅਲ ਬੇਸ ਰੈਗੂਲੇਸ਼ਨ ਜਿਹੜੇ ਨੇ ਉਹਨਾਂ 'ਚ ਫਾਲ ਕਰਦੇ ਹੈਗੇ ਆ। ਇਹ ਹੈਗੇ ਨੇ ਉਹ ਜਿਹੜੇ ਕੈਨੇਡੀਅਨ ਜਿਹੜੇ ਨੇ, ਚਾਹੇ ਉਹ ਪੋਸਟ ਕੈਨੇਡਾ ਲਾ ਲਓ, ਹੋਰ ਜਿਹੜੀਆਂ ਕਾਊਂਟ ਕਾਰਪੋਰੇਸ਼ਨ ਉਹਨਾਂ 'ਚ ਕੰਮ ਕਰਦੇ, ਉਹਨਾਂ 'ਚ। ਪਰ ਜਦੋਂ $15 ਅਸੀਂ ਮਿਨੀਮਮ ਵੇਜ ਰੇਜ਼ ਕੀਤੀ ਆ,
ਉਹਦੇ ਨਾਲ ਜਿੱਥੇ ਉਹਨਾਂ ਨੂੰ ਸਹਾਰਾ ਮਿਲਣਾ, ਉਹਨਾਂ ਨੂੰ ਮੋਟੀਵੇਸ਼ਨ ਮਿਲਣੀ ਹੈ, ਇੰਸਪੀਰੇਸ਼ਨ ਮਿਲਣੀ, ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੂਬੇ ਵੀ ਜਿਹੜੇ ਨੇ ਉਹ ਜਿਹੜੀ ਲੀਡਰਸ਼ਿਪ ਲੈਣਗੇ, ਤਾਂ ਕਿ ਆਮ ਸਧਾਰਨ ਇਨਸਾਨ ਆ ਜਿਹੜੀ ਉਹਦੀ ਜਿਹੜੀ ਆ ਮਿਨੀਮਮ ਵੇਜ ਆ ਉਹ ਉੱਪਰ ਜਾਵੇ, ਉਹਦਾ ਜਨ ਜੀਵਨ ਜਿਹੜਾ ਉਹ ਵਧੀਆ ਬਣੇ। ਅਲਬਰਟਾ ਦੇ ਵਿੱਚ ਤੇ ਜੀ ਆਲਰੇਡੀ ਅਸੀਂ $15 ਕਰ ਦਿੱਤੇ ਹੋਏ ਨੇ ਇੱਥੇ। ਬਿਲਕੁਲ, ਦੇਖੋ ਇਵੈਂਚੁਅਲੀ ਸਾਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਜਿਹੜੇ ਸੂਬੇ ਦੇ ਜੀ, ਵਿੱਚ ਇਹ ਹੈ ਆ। ਜਿੱਥੇ ਜੇਸਨ ਕੈਨੀ ਹੋਣੀ ਜੇ ਇਹ ਕਰਨਗੇ ਮੈਂ ਉਹਨੂੰ ਐਪਰੀਸ਼ੀਏਟ ਕਰੂੰਗਾ, ਪਰ ਜਦੋਂ ਰਿਗਰੈਸਿਵ ਇਮੀਗ੍ਰੇਸ਼ਨ ਪਾਲਿਸੀ ਦੀ ਗੱਲ ਆਈ ਆ, ਜਿੰਨੀਆਂ ਰਿਗਰੈਸਿਵ ਇਮੀਗ੍ਰੇਸ਼ਨ ਪਾਲਿਸੀ ਜੇਸਨ ਕੈਨੀ ਲੈ ਕੇ ਆਇਆ, ਜਿੰਨਾ ਭੱਠਾ ਜਿਹੜਾ ਸੀਗਾ ਉਹ ਇਮੀਗ੍ਰੇਸ਼ਨ ਸਿਸਟਮ ਦਾ ਜੇਸਨ ਕੈਨੀ ਬਿਠਾ ਕੇ ਗਏ ਆ, ਉਹ ਜਿਹੜਾ ਵਾ ਕੋਈ ਹੋਰ ਮੰਤਰੀ ਜਿਹੜਾ ਉਹਨਾਂ ਨੇ ਨਹੀਂ ਬਿਠਾਇਆ। ਉਹਦੇ ਕਰਕੇ ਹੀ ਅੱਜ ਆਪਾਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਕੀਤਾ ਸੀ ਵੀ ਉਹ ਜਿਹੜੀ ਆ ਇਹਨੂੰ ਸੋਸ਼ਲ ਜਸਟਿਸ ਪਾਲਿਸੀ ਲੈਂਦੇ ਸੀ, ਜੇ ਉਸ ਵੇਲੇ ਇਕਨੋਮਿਕ ਪਾਲਿਸੀ ਲਈ ਜਾਂਦੀ ਤਾਂ ਅੱਜ ਜਿਹੜੇ ਲੋਕ ਸੀਗੇ ਉਹ ਹੋਰ ਬੜੇ ਖੁਸ਼ਹਾਲ ਸੀ, ਤੇ $15 ਦੇ ਉੱਤੇ ਜਿਹੜੇ ਬੰਦੇ ਆ ਇਸ ਵੇਲੇ ਨਹੀਂ ਲੱਭ ਰਹੇ, ਉਹ ਵੀ ਤੁਸੀਂ ਦੇਖਿਆ ਹੋਣਾ ਹਾਂਜੀ, ਕਿ ਜੀ, ਜੀ। ਵੈਸੇ ਜੀ ਅਲਬਰਟਾ ਦੇ ਵਿੱਚ ਜਿਹੜੀ $15 ਮਿਨੀਮਮ ਵੇਜਸ ਕੀਤੀਆਂ ਸੀ, ਇਹਦਾ ਕ੍ਰੈਡਿਟ ਜਿਹੜਾ ਹੈ ਐਨਡੀਪੀ ਸਰਕਾਰ ਨੂੰ ਐਨਡੀਪੀ ਜਾਂਦਾ ਵਾ, ਸਰਕਾਰ ਨੂੰ ਉਹਦੇ ਚ ਜਾਂਦਾ ਹੈ, ਨੋਟਰੀ ਹੋਣਾ ਨਹੀਂ ਕੀਤਾ ਨੋਟ ਸੀਗਾ। ਨਹੀਂ ਜਾਣਾ। ਹਾਂਜੀ, ਅਗਲੀ ਗੱਲਬਾਤ ਅਸੀਂ ਕਰ ਲੈਂਦੇ ਹਾਂ ਜੀ, ਹੈਲਥ ਕੈਨੇਡਾ ਵੱਲੋਂ ਅਗਲੇ 5 ਸਾਲਾਂ ਦੇ ਵਿੱਚ ਨਾ ਪ੍ਰੋਵਿੰਸਸ ਐਂਡ ਟੈਰੀਟਰੀਜ਼ ਨੂੰ $3 ਬਿਲੀਅਨ ਦਿੱਤਾ ਜਾਣਾ ਵਾ, ਤਾਂ ਕਿ ਜਿਹੜੇ ਲੌਂਗ ਟਰਮ ਕੇਅਰ ਸੈਂਟਰਸ ਨੇ ਉਹਨਾਂ ਦਾ ਜਿਹੜਾ ਸਟੈਂਡਰਡਸ ਨੇ ਉਹਨਾਂ ਨੂੰ ਇੰਪਰੂਵ ਕੀਤਾ ਜਾ ਸਕੇ। ਇਸੇ ਤਰ੍ਹਾਂ ਬਜ਼ੁਰਗਾਂ ਦੇ ਲਈ ਜਿਹੜੇ 75 ਸਾਲ ਨੇ ਇਸ ਤੋਂ ਉੱਪਰ ਨੇ, ਉਹਨਾਂ ਦੇ ਲਈ ਇੱਕ ਤੇ $500 ਵਨ ਟਾਈਮ ਪੇਮੈਂਟ ਜਿਹੜੀ ਆ ਉਹ ਦਿੱਤੀ ਜਾਣੀ ਹੈ, ਔਰ ਨਾਲ ਦੇ ਨਾਲ ਉਹਨਾਂ ਲਈ ਹਰ ਮਹੀਨੇ ਜੋ ਉਹਨਾਂ ਨੂੰ ਪੈਨਸ਼ਨਸ ਮਿਲਦੀਆਂ ਨੇ ਉਹਦੇ ਵਿੱਚ 10% ਜਿਹੜਾ ਵਾਧਾ ਜਿਹੜਾ ਵਾ ਉਹ ਵੀ ਕੀਤਾ ਜਾਣਾ। ਇਹ ਵੀ ਕਾਫੀ ਇੱਕ ਕਾਬਿਲ ਤਾਰੀਫ ਕਦਮ ਹੈ ਜੀ ਬਜਟ ਦੇ ਵਿੱਚ। ਦੇਖੋ ਸਾਰਿਆਂ ਨਾਲੋਂ ਪਹਿਲਾਂ ਤਾਂ ਜਦੋਂ ਆਪਾਂ ਬਜ਼ੁਰਗਾਂ ਦੀ ਗੱਲ ਕਰਦੇ ਹੈਗੇ ਆ, ਸੀਨੀਅਰਸ ਨੇ ਸਾਡੇ ਦੇਸ਼ ਲਈ, ਸਾਡੀ ਸੁਸਾਇਟੀ ਲਈ ਇੱਕ ਬਹੁਤ ਅਹਿਮ ਰੋਲ ਅਦਾ ਕੀਤਾ ਹੁੰਦਾ ਹੈਗਾ। ਜੀ, ਉਹਦੇ ਵਿੱਚ ਸਾਰੀ ਉਮਰ ਘਾਲਣਾ ਘਾਲੀ ਹੁੰਦੀ। ਤੁਹਾਨੂੰ ਪਤਾ ਹੋਵੇਗਾ ਕਿ 2015 ਦੇ ਵਿੱਚ ਜਦੋਂ ਪਹਿਲੀ ਵਾਰ ਦੁਆਰਾ ਲਿਬਰਲ ਸਰਕਾਰ ਬਣੀ ਸੀਗੀ, ਤਾਂ ਉਸ ਵੇਲੇ ਜਿਹੜੇ ਕੰਜ਼ਰਵੇਟਿਵ ਸੀਗੀ ਸਰਕਾਰ, ਉਹ ਕਹਿੰਦੇ ਸੀਗੇ ਵੀ ਅਸੀਂ ਜਿਹੜੀ ਆ ਰਿਟਾਇਰਮੈਂਟ ਦੀ ਏਜ 65 ਤੋਂ ਵਧਾ ਕੇ 67 ਕਰ ਦੇਣੀ ਸੀ। ਸਾਡੇ 2 ਸਾਲ ਹੋਰ ਸਾਡੇ ਸੀਨੀਅਰ ਜਿਹੜੇ ਸੀ ਉਹਨਾਂ ਨੂੰ ਪਾਵਰਟੀ ਵੇਟ ਦੇ ਕਰਨੀ ਥਰੂ ਪੈਣੀ ਸੀ। ਲੰਘਣਾ ਪੈਣਾ ਬਿਲਕੁਲ। ਸੀ, ਵੇਟ ਕਰਨੀ ਪੈਣੀ ਸੀ। ਉਹ ਅਸੀਂ ਜਿਹੜਾ ਸੀ ਮੇਨਟੇਨ ਕੀਤਾ, 65 ਤੇ ਲੈ ਕੇ ਆਏ। ਹੁਣ ਜਿਹੜਾ ਹੈਗਾ, ਜਿਹੜਾ ਨਵਾਂ ਅਨਾਉਂਸਮੈਂਟ ਹੈ, ਇੱਕ ਬੜੀ ਵਧੀਆ ਅਨਾਉਂਸਮੈਂਟ, ਉਹਦੇ ਵਿੱਚ ਇਮੀਡੀਏਟਲੀ ਜਿਹੜਾ ਹੈਗਾ ਉਹ $500 ਜਿਹੜਾ ਉਹ ਵਨ ਟਾਈਮ ਪੇਮੈਂਟ ਉਹਨਾਂ ਸੀਨੀਅਰਸ ਨੂੰ ਕਰਨੀ ਜਿਨ੍ਹਾਂ ਦੀ ਉਮਰ ਜੂਨ 2022 ਦੇ ਵਿੱਚ 75 ਸਾਲ ਦੀ ਹੋ ਜਾਏਗੀ, ਜੀ, ਉਹਨਾਂ ਨੂੰ। ਔਰ 2022 ਜੁਲਾਈ ਤੋਂ ਜਿਹੜੇ ਸੀਨੀਅਰਸ ਹੈਗੇ ਆ, ਉਹਨਾਂ ਦੀ ਜਿਹੜੀ 올ਡ ਏਜ ਸਿਕਿਉਰਿਟੀ ਹੈਗੀ ਆ ਉਹਦੇ ਵਿੱਚ 10% ਦਾ ਵਾਧਾ ਹੋਏਗਾ। ਇਹਦੇ ਨਾਲ 3.3 ਮਿਲੀਅਨ ਹੂੰ, 3.3 ਮਿਲੀਅਨ ਸੀਨੀਅਰ ਜਿਹੜੇ ਨੇ ਕੈਨੇਡਾ ਦੇ ਵਿੱਚ, ਉਹਨਾਂ ਨੂੰ ਇਹਦਾ ਜਿਹੜਾ ਉਹ ਫਾਇਦਾ ਹੋਊਗਾ। ਇਹ ਤਕਰੀਬਨ ਜਦੋਂ ਆਪਾਂ ਪ੍ਰਤੀ ਸਾਲ ਗੱਲ ਕਰਦੇ ਆ, ਉਹ $766 ਜਿਹੜੇ ਨੇ ਉਹ ਹਰ ਇੱਕ ਸੀਨੀਅਰ ਨੂੰ ਇਹਦਾ ਫਾਇਦਾ ਜਿਹੜਾ ਹੈਗਾ ਉਹ ਜੁਲਾਈ 2022 ਤੋਂ ਬਾਅਦ ਇਹਦਾ ਹੋਏਗਾ। ਸੋ ਇਹ ਇੱਕ ਜਿਹੜੀ ਹੈਗੀ ਹੈ ਇੱਕ ਫਾਈਨੈਂਸ਼ੀਅਲ ਸਿਕਿਉਰਿਟੀ ਅਸੀਂ ਉਹਨਾਂ ਲੋਕਾਂ ਨੂੰ, ਸੀਨੀਅਰਸ ਨੂੰ ਪ੍ਰੋਵਾਈਡ ਕੀਤੀ ਜਦੋਂ ਜਿਹੜੇ ਇਸ ਵੇਲੇ ਐਕਸਪੈਂਸਿਸ ਵੀ ਹਾਈ ਹੋਏ ਨੇ, ਔਰ ਦੂਸਰੇ ਪਾਸੇ ਆਪਾਂ ਉਹਨਾਂ ਦੀ ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ ਨੇ ਜ਼ਿੰਦਗੀ ਭਰ ਜਿਹੜੇ ਹੁੰਦੀਆਂ ਆਪਣੀਆਂ ਕੰਟਰੀਬਿਊਸ਼ਨ ਸਾਡੇ ਦੇਸ਼ ਲਈ ਕੀਤੀਆਂ ਹੁੰਦੀਆਂ ਨੇ। ਜੀ। ਧਾਲੀਵਾਲ ਸਾਹਿਬ ਇੱਕ ਬ੍ਰੇਕ ਹੋਰ ਲੈ ਲੈਂਦੇ ਆ ਜੀ, ਔਰ ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਮੁੱਦੇ ਨੇ ਬਜਟ ਨਾਲ ਸੰਬੰਧਿਤ, ਉਹਨਾਂ ਉੱਪਰ ਵੀ ਗੱਲਬਾਤ ਕਰ ਲਾਂਗੇ ਜੀ। ਮਿਹਰਬਾਨੀ ਜੀ। ਠੀਕ ਹੈ ਜੀ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ, ਔਰ ਸਾਡੀ ਗੱਲਬਾਤ ਚੱਲ ਰਹੀ ਆ ਸਰਦਾਰ ਸੁਖ ਧਾਲੀਵਾਲ ਜੀ, ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਸਰੀ ਨਿਊਟਨ ਤੋਂ, ਔਰ ਚਰਚਾ ਚੱਲ ਰਹੀ ਹੈ ਜੀ ਬਜਟ ਤੇ। ਧਾਲੀਵਾਲ ਸਾਹਿਬ, ਇੱਕ ਬਜਟ ਦਾ ਹੋਰ ਅਹਿਮ ਪਹਿਲੂ ਆ ਕਿ ਕੈਨੇਡੀਅਨ ਗਵਰਨਮੈਂਟ ਵੱਲੋਂ ਇੱਕ ਨਵਾਂ ਟੈਕਸ, ਜਿਹੜਾ ਨੈਸ਼ਨਲ ਟੈਕਸ ਦਾ ਨਾਮ ਦਿੱਤਾ ਗਿਆ ਉਹਨੂੰ, ਵੈਕੈਂਟ ਪ੍ਰਾਪਰਟੀਜ਼ ਓਨਡ ਬਾय ਨਾਨ ਰੈਜ਼ੀਡੈਂਟ ਐਂਡ ਨਾਨ ਕੈਨੇਡੀਅਨਸ ਉੱਪਰ ਲਗਾਇਆ ਜਾ ਰਿਹਾ। ਇਹਦੇ ਕੀ ਮੰਤਵ ਨੇ? ਦੇਖੋ ਇਹ ਜਿਹਾ ਇੱਕ ਟੈਕਸ ਜਿਹੜਾ ਸੀਗਾ ਉਹ ਪਹਿਲਾਂ BC ਦੇ ਵਿੱਚ ਵੀ ਜਿਹੜਾ ਸੀਗਾ, BC ਸੂਬਾ ਸਰਕਾਰ ਨੇ ਵੀ ਲਾਇਆ ਸੀਗਾ। ਮੇਰੇ ਹਿਸਾਬ ਦੇ ਨਾਲ ਇਹ ਟਾਈਮਲੀ ਨੀਡਡ ਹੈਗਾ। ਉਹਦੇ ਵਿੱਚ ਕੀ ਹੈਗਾ ਸੀਗਾ ਕਿ ਕਈ ਪ੍ਰਾਪਰਟੀ ਜਿਹੜੀਆਂ ਸੀਗੀਆਂ ਲੋਕ ਰਹਿ ਨਹੀਂ ਸੀ ਰਹੇ, ਵੇਕੈਂਟ ਛੱਡ ਕੇ ਚਲੇ ਜਾਂਦੇ ਆ। ਜੀ, ਉਹਦੇ ਨਾਲ ਜਿਹੜੀ ਅਫੋਰਡੇਬਿਲਟੀ ਦੀ ਗੱਲ ਕਰਦੇ, ਕਿਉਂਕਿ ਜਦੋਂ ਸਟਾਕ ਘਟ ਜਾਣਾ ਵਾ, ਅਵੇਲੇਬਿਲਟੀ ਘਟ ਜਾਣੀ ਆ ਮਾਰਕੀਟ ਦੇ ਵਿੱਚ, ਰਾਈਟ, ਤਾਂ ਉਹ ਜਿਹੜੀਆਂ ਨੇ ਪ੍ਰਾਈਸਿਸ ਉੱਪਰ ਜਾ ਰਹੀਆਂ ਨੇ। ਹੁਣ ਜੇ ਉਹ ਅਫੋਰਡੇਬਿਲਟੀ ਨੂੰ, ਹਾਊਸਿੰਗ ਅਫੋਰਡੇਬਿਲਟੀ ਨੂੰ ਥੱਲੇ ਲੈ ਕੇ ਆਉਣਾ, ਉਹਦੇ ਵਿੱਚ ਇੱਕ ਇਹ ਪੋਜ਼ਿਟਿਵ ਕਦਮ ਹੈਗਾ। ਪਹਿਲਾਂ ਮੈਂ ਦੱਸਿਆ ਸੀਗਾ BC ਸੂਬੇ ਨੇ ਵੀ ਸਾਡੇ ਲਾਇਆ, ਜੇ ਖਾਲੀ ਘਰ ਪਏ ਨੇ ਉਹਨਾਂ ਤੇ ਟੈਕਸ ਲਾਓ।
ਤੇ ਜਿਹੜਾ ਇਹ ਅਸੀਂ ਹੁਣ ਪਾਲਿਸੀ ਲੈ ਕੇ ਆਂਦੀ ਆ ਮੈਂ ਸੋਚਦਾ ਕਿ ਇੱਕ ਇਹਦੇ ਨਾਲ ਜਿਹੜੀ ਆ ਉਹ ਡਿਸਕਰੇਜਮੈਂਟ ਹੋਊਗੀ ਕਿ ਉਹ ਜਿਹੜੇ ਫੋਰਨ ਆਫਸ਼ੋਰ ਜਿਹੜੇ ਲੋਕ ਨੇ ਜਿਹੜੇ ਇੱਥੇ ਪ੍ਰਾਪਰਟੀਜ਼ ਲੈ ਕੇ ਛੱਡ ਜਾਂਦੇ ਨੇ ਵਿੱਚ ਕੋਈ ਇਨਵੈਸਟਮੈਂਟ ਰਹਿ ਨਹੀਂ ਕਰਦੇ ਨੇ ਰਿਹਾ ਜੀ ਪ੍ਰੋਫਿਟਸ ਹੋਈ। ਇਨਵੈਸਟਮੈਂਟ ਬਿਲਕੁਲ ਜਿਹੜੀਆਂ ਨੇ ਉਹ ਮੇਰੇ ਹਿਸਾਬ ਦੇ ਨਾਲ ਜਿਹੜਾ ਹੈਗਾ ਉਹ ਜਿਹੜੀ ਅਵੇਲੇਬਿਲਿਟੀ ਘਟਾ ਦਿੰਦੇ ਨੇ। ਉਹਦੇ ਕਰਕੇ ਜਿਹੜੀ ਪ੍ਰਾਈਸ ਆ ਇਸ ਵੇਲੇ ਵੱਧ ਰਹੀ ਆ। ਅਫੋਰਡੇਬਿਲਿਟੀ ਜਿਹੜੀ ਆ ਉਹ ਆਊਟ ਆਫ ਕੰਟਰੋਲ ਜਿਹੜੀ ਸੀਗੀ ਉਹ ਹੋਈ ਸੀ। ਯੰਗ ਪੀਪਲ ਦੇ ਲਈ ਜਿਹੜੀ ਨੇ ਘਰ ਅਫੋਰਡ ਕਰਨਾ ਜਿਹੜਾ ਇਸ ਵੇਲੇ ਇੱਕ ਬਹੁਤ ਵੱਡਾ ਜਿਹੜਾ ਹੈਗਾ ਉਹ ਚੈਲੰਜ ਬਣਿਆ ਹੈ ਜੀ। ਤੇ ਧਾਲੀਵਾਲ ਸਾਹਿਬ, ਇਸ ਬਜਟ ਨੂੰ ਲੈ ਕੇ ਐਨਡੀਪੀ ਲੀਡਰ ਜਗਮੀਤ ਸਿੰਘ ਜੀ ਵੱਲੋਂ ਬਿਆਨ ਦਿੱਤਾ ਗਿਆ ਕਿ ਜਦੋਂ ਸਪੀਚ ਫਰੋਮ ਥਰੋਨ ਦਿੱਤੀ ਗਈ ਸੀ ਲਿਬਰਲ ਪਾਰਟੀ ਦੀ ਸਰਕਾਰ ਵੱਲੋਂ, ਉਸ ਵਿੱਚ ਜ਼ਿਕਰ ਕੀਤਾ ਗਿਆ ਸੀਗਾ ਕਿ ਜਿਹੜਾ ਨੈਸ਼ਨਲ ਫਾਰਮਾ ਕੇਅਰ ਆ, ਜਿਹਦੇ ਵਿੱਚ ਡੈਂਟਲ ਕੇਅਰ ਦੀ ਵੀ ਗੱਲ ਕੀਤੀ ਗਈ ਸੀਗੀ, ਉਹ ਸ਼ਾਮਿਲ ਕੀਤਾ ਜਾਵੇਗਾ। ਪਰ ਬਜਟ ਦੇ ਵਿੱਚ ਇਹ ਕਿਤੇ ਨਜ਼ਰ ਨਹੀਂ ਆਇਆ ਜੀ, ਕੀ ਕਰਨਾ? ਦੇਖੋ ਇਸ ਵੇਲੇ ਜਿਹੜਾ ਸੀਗਾ ਜਿਹੜਾ ਬਜਟ ਸਾਡਾ ਹੈਗਾ ਉਹ COVID-19 ਦੇ ਨੂੰ ਮੱਦੇਨਜ਼ਰ ਰੱਖ ਕੇ ਜਿਹੜਾ ਵਾ ਉਹ ਪੇਸ਼ ਕੀਤਾ ਗਿਆ। ਉਹਦੇ ਵਿੱਚ ਇਸ ਵੇਲੇ ਜਿਹੜੀ ਸਾਰਿਆਂ ਨਾਲੋਂ ਵੱਡੀ ਪਾਲਿਸੀ ਹੈਗੀ ਆ ਉਹ ਸੂਬਿਆਂ ਨੂੰ ਵਾਧੂ ਜਿਹੜੀਆਂ ਟਰਾਂਸਫਰਸ ਦੇਣੀਆਂ ਹੈਲਥ ਕੇਅਰ ਦੇ ਵਿੱਚ ਗੱਲ ਕਰ ਲਓ, ਕਿਉਂਕਿ ਤੁਸੀਂ ਪਹਿਲਾਂ ਮੈਂਸ਼ਨ ਕਰਕੇ ਹਟੇ ਹੋ, ਉਹ ਦਿੱਤੀਆਂ। ਔਰ ਜਿਹੜੀਆਂ ਪੁਰਾਣੀਆਂ ਜਿਹੜੀਆਂ ਜਾ ਰਹੀਆਂ ਸੀਗੀਆਂ ਹੈਲਥ ਟਰਾਂਸਫਰ ਉਹ ਸਿਕਿਉਰ ਕਰਨੀਆਂ, ਉਹ ਇੱਕ ਕਦਮ ਸੀਗਾ ਉਧਰਲੇ ਪਾਸੇ ਨੂੰ। ਔਰ ਦੂਸਰਾ ਹੁਣ ਜਿਹੜਾ ਹੈਗਾ ਚਾਈਲਡ ਕੇਅਰ ਜਿਹੜਾ ਇੱਕ ਵੱਡਾ ਮੁੱਦਾ ਹੈਗਾ ਉਹ ਉਧਰਲੇ ਪਾਸੇ ਇਨਵੈਸਟਮੈਂਟਸ ਮੇਕ ਕੀਤੀਆਂ ਗਈਆਂ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡਾ ਵਾਅਦਾ ਹੈਗਾ ਕਿ ਜਿਹੜਾ ਫਾਰਮਾ ਕੇਅਰ ਹੈ, ਨੈਸ਼ਨਲ ਫਾਰਮਾ ਕੇਅਰ, ਜਿਸ ਤਰ੍ਹਾਂ ਸਾਡੀ ਪਹਿਲਾਂ ਨੈਸ਼ਨਲ ਹਾਊਸਿੰਗ ਸਟ੍ਰੈਟਜੀ ਸੀ, ਫਿਰ ਕੈਨੇਡਾ ਚਾਈਲਡ ਬੈਨੀਫਿਟ ਆ ਗਿਆ, ਹੁਣ ਜਿਹੜਾ ਹੈਗਾ ਫੋਕਸ ਅੱਗੇ ਗਵਰਨਮੈਂਟ ਦਾ ਉਹ ਜਿਹੜਾ ਹੈਗਾ ਉਹ ਫਾਰਮਾ ਕੇਅਰ ਤੇ ਜਾਏਗਾ। ਪ੍ਰਾਈਮ ਮਿਨਿਸਟਰ ਔਰ ਮਿਨਿਸਟਰ ਜਿਹੜੇ ਨੇ ਉਹ ਕਮਿਟਡ ਹੈਗੇ ਨੇ ਇਸ ਵਿਸ਼ੇ ਤੇ ਜਦੋਂ ਫਾਰਮਾ ਕੇਅਰ ਦੀ ਗੱਲ ਆਉਂਦੀ, ਕਿਉਂਕਿ ਇਹ ਨੀਡਡ ਵੀ ਹੈਗਾ। ਦੇਖੋ ਇਹਦੇ ਵਿੱਚ ਦੋ ਰਾਇਆਂ ਨਹੀਂ ਹੈਗੀਆਂ। ਆਪਾਂ ਕਹੀਏ ਅਸੀਂ ਮਹਿਸੂਸ ਵੀ ਕਰਦੇ ਹਾਂ, ਰਿਕਮੈਂਡੇਸ਼ਨ ਆਈਆਂ ਹੋਈਆਂ ਨੇ, ਉਹ ਜਿਹੜੀ ਸਟੱਡੀ ਹੋਈ ਸੀਗੀ ਉਹ ਜਿਹੜੀਆਂ ਇੰਪਲੀਮੈਂਟ ਕਰਨ ਦੀ ਗੱਲ ਹੈਗੀ ਆ ਉਹ ਪ੍ਰਧਾਨ ਮੰਤਰੀ ਤਤਪਰ ਹੈਗੇ। COVID-19 ਦੀ ਸਿਚੁਏਸ਼ਨ ਚੋਂ ਨਿਕਲਦੇ ਆ ਤਾਂ ਮੈਨੂੰ ਲੱਗਦਾ ਕਿ ਫੋਕਸ ਜਿਹੜਾ ਸਰਕਾਰ ਦਾ ਉਹ ਇੱਧਰ ਹੋਏਗਾ। ਜਗਮੀਤ ਸਿੰਘ ਜੀ ਹੁਣਾਂ ਨੇ ਇਹ ਵੀ ਕਿਹਾ ਜੀ ਕਿ ਅਸੀਂ ਇਲੈਕਸ਼ਨ ਵਾਸਤੇ ਕਦੇ ਵੀ ਤੁਹਾਨੂੰ ਪ੍ਰੈਸ਼ਰਾਈਜ਼ ਨਹੀਂ ਕਰਾਂਗੇ। ਹਾਲਾਂਕਿ ਬਜਟ ਦੇ ਵਿੱਚ ਉਹਨਾਂ ਨੇ ਕੁਝ ਕਿੰਤੂ ਪਰੰਤੂ ਜ਼ਰੂਰ ਕੀਤੇ ਆ। ਨੈਚੁਰਲੀ ਜਦੋਂ ਜਗਮੀਤ ਸਿੰਘ ਜੀ ਨੇ ਇਹ ਵੀ ਕਿਹਾ ਸੀ ਕਿ ਸੈੱਲ ਫੋਨ ਬਿੱਲ ਜਿਹੜੇ ਆ ਜਾਂ ਇੰਟਰਨੈਟ ਦੇ ਬਿੱਲ ਆ, ਇਹਨਾਂ ਦੇ ਵਿੱਚ ਵੀ 25% ਜਿਹੜੀ ਕਟੌਤੀ ਕੀਤੀ ਜਾਣੀ ਚਾਹੀਦੀ ਆ। ਸੋ ਲਿਬਰਲ ਸਰਕਾਰ ਇਸ ਮੁੱਦੇ ਨੂੰ ਲੈ ਕੇ ਕਿੱਥੇ ਕਾ ਜੀ, ਕਿੰਨੀ ਕੁ ਕਾਮਯਾਬੀ ਮਿਲੀ ਆ? ਦੇਖੋ ਜਦੋਂ ਆਪਾਂ ਜਗਮੀਤ ਸਿੰਘ ਉਹਨਾਂ ਦੇ ਬਿਆਨ ਦੀ ਗੱਲ ਕਰਦੇ ਹਾਂ ਵੀ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਵਾ ਉਹ ਸਰਕਾਰ ਡੇਗਣ ਦੇ ਮੂਡ 'ਚ ਨਹੀਂ ਹੈਗੇ, ਪਰ ਚੰਗੀ ਗੱਲ ਆ। ਮੈਂ ਐਪਰੀਸ਼ੀਏਟ ਕਰਦਾ ਜਗਮੀਤ ਸਿੰਘ ਉਹਨਾਂ ਦਾ ਇਸ ਬਿਆਨ, ਕਿਉਂਕਿ ਉਹ ਰਲ ਕੇ ਚੱਲਣਾ ਚਾਹੁੰਦੇ ਨੇ ਇਸ ਵੇਲੇ। ਕਿਉਂਕਿ ਸਰਕਾਰ ਜਿਹੜੀ ਆ ਜਾਂ ਪ੍ਰਧਾਨ ਮੰਤਰੀ ਜਾਂ ਲਿਬਰਲ ਗਵਰਨਮੈਂਟ ਆ ਜਾਂ ਅਸੀਂ ਨਹੀਂ ਚਾਹੁੰਦੇ ਕਿ ਅੱਜ ਜਿਹੜਾ ਉਹ ਇਲੈਕਸ਼ਨ ਕਾਲ ਹੋਵੇ। ਕਿਉਂਕਿ ਅੱਜ ਤੁਸੀਂ ਦੇਖੋ ਓਨਟਾਰੀਓ ਦੀ ਸਿਚੁਏਸ਼ਨ ਦੇਖ ਲਓ, ਅਲਬਰਟਾ, BC, ਜਦੋਂ ਆਪਾਂ ਇਹ ਸਿਚੁਏਸ਼ਨ ਦੇਖਦੇ ਲੋਕਾਂ ਦੀ, ਇਹ ਹਾਲਾਤ ਨਹੀਂ ਗੇ ਅੱਜ ਇਲੈਕਸ਼ਨ ਦੇ ਵਿੱਚ ਜਾਣ ਦੇ। ਇਹ ਐਰਨ ਓਟੂਲ ਜ਼ਰੂਰ ਨੇ, ਹਮੇਸ਼ਾ ਇਲੈਕਸ਼ਨ ਦੀ ਗੱਲ ਕਰਦੇ ਰਹਿੰਦੇ ਆ। ਆਪੋਜੀਸ਼ਨ ਪਾਰਟੀਜ਼ ਇਲੈਕਸ਼ਨ ਦੀ ਗੱਲ ਕਰਦੀਆਂ। ਸਾਡਾ ਫੋਕਸ ਕੈਨੇਡਾ ਦੇ ਲੋਕ, ਕੈਨੇਡਾ ਦੇ ਬਿਜ਼ਨਸ ਨੇ। ਜੇ ਜਗਮੀਤ ਸਿੰਘ ਇਹਨੂੰ ਸਪੋਰਟ ਕਰਦੇ ਆ ਵੀ ਨਹੀਂ ਇਲੈਕਸ਼ਨ ਕਾਲ ਕਰਨਾ, ਐਪਰੀਸ਼ੀਏਟ। ਦੂਸਰਾ ਤੁਸੀਂ ਗੱਲ ਕੀਤੀ ਸੈੱਲ ਫੋਨ ਦੀ, ਮੈਨੂੰ ਪੂਰੀ ਆਸ ਆ ਕਿ ਜਦੋਂ ਸਾਡੇ ਮੰਤਰੀ ਸੀਗੇ ਮਿਸਟਰ ਬੈਂਸ ਨਵਦੀਪ ਸਿੰਘ, ਉਹਨਾਂ ਨੇ ਪੋਜ਼ਿਟਿਵ ਕਦਮ, ਇੱਕ ਬੜਾ ਦਲੇਰਾਨਾ ਕਦਮ ਚੁੱਕਿਆ ਸੀ। ਔਰ ਉਦੋਂ ਉਹਨਾਂ ਨੇ ਸਾਰੀਆਂ ਕੰਪਨੀ ਨੂੰ ਇਹ ਤਕੀਦ ਕੀਤੀ ਸੀ ਵੀ ਜਾਂ ਤੁਸੀਂ ਆਪਣੇ ਬਿੱਲ ਜਿਹੜੇ ਆ ਉਹਨੂੰ ਇਮੀਡੀਏਟਲੀ ਕੱਟ ਕਰ ਦਿਓ, ਜਿਹੜਾ 25%, ਨਹੀਂ ਤਾਂ ਜਿਹੜਾ ਹੈਗਾ ਅਸੀਂ ਨਵੀਆਂ ਕੰਪਨੀਆਂ ਜਾਂ ਨਵਾਂ ਕੰਪੀਟੀਸ਼ਨ ਹੈ ਜਿਹੜਾ ਉਹਨੂੰ ਲੈ ਕੇ ਆਵਾਂਗੇ। ਮੈਨੂੰ ਲੱਗਦਾ ਕਿ ਇਹ ਜਿਹੜੇ ਬਿੱਲ ਨੇ ਇਹਨਾਂ ਦੇ ਵਿੱਚ ਕਟੌਤੀ ਆਈ ਆ, ਪਰ ਮੈਂ ਫਿਰ ਵੀ ਇਸ ਕੁਐਸਚਨ ਨੂੰ ਜਿਹੜਾ ਹੈਗਾ ਉਹਨੂੰ ਫੋਲੋ ਅਪ ਜਿਹੜਾ ਹੈਗਾ ਉਹ ਮੰਤਰੀ ਜਿਹੜੇ ਨਵੇਂ ਹੈਗੇ ਆ ਉਹਨਾਂ ਦੇ ਡਿਪਾਰਟਮੈਂਟ ਦੇ ਨਾਲ ਇਹਨੂੰ ਫੋਲੋ ਅਪ ਕਰੂੰਗਾ ਜੀ। ਠੀਕ ਹੈ ਜੀ। ਤੇ ਨਾਲ ਦੇ ਨਾਲ ਜੀ ਕੰਜ਼ਰਵੇਟਿਵ ਲੀਡਰ ਨੇ ਜਿਹੜੇ ਐਰਨ ਓਟੂਲ, ਉਹ ਕਹਿੰਦੇ ਜੀ ਕਿ ਫੈਡਰਲ ਬਜਟ ਦੇ ਵਿੱਚ ਸਾਰਿਆਂ ਨੂੰ ਪੈਸੇ ਤੇ ਬਹੁਤ ਦਿੱਤੇ ਗਏ ਨੇ, ਪਰ ਇਹ ਟੈਂਪਰੇਰੀ ਅਰੇਂਜਮੈਂਟ ਕੀਤੇ ਗਏ ਨੇ, ਕੋਈ ਕੰਕਰੀਟ ਸਾਨੂੰ ਰੋਡ ਮੈਪ ਨਹੀਂ ਦਿਖਦਾ। ਨਾਲ ਦੇ ਨਾਲ ਉਹਨਾਂ ਕਿਹਾ ਕਿ ਜਿਹੜਾ ਚਾਈਲਡ ਕੇਅਰ ਸੰਬੰਧੀ ਅਸੀਂ $10 ਜਿਹੜਾ ਇੱਕ ਪ੍ਰਪੋਜ਼ਲ ਲੈ ਕੇ ਆਏ ਆ ਪਰ ਡੇ, ਇੰਸਟੈਡ ਆਫ ਦੈਟ ਕਹਿੰਦੇ ਵੀ ਤੁਸੀਂ ਚਾਈਲਡ ਬੈਨੀਫਿਟ ਵਧਾਓ, ਪੇਰੈਂਟਸ ਨੂੰ ਹੱਥੀਂ ਪੈਸੇ ਦਿਓ, ਖੁਦ ਡਿਸਾਈਡ ਕਰਨ ਵੀ ਕਿਵੇਂ ਮੈਨੇਜ ਕਰਨਾ ਵਾ ਆਪਣੇ ਬੱਚਿਆਂ ਦੀ ਕੇਅਰ ਨੂੰ ਔਰ ਘਰ ਦੇ ਜਿਹੜੇ ਖਰਚੇ ਨੇ ਉਹਨਾਂ ਨੂੰ। ਦੇਖੋ ਇਹ ਮੇਰੇ ਖਿਆਲ ਇਹੀ ਪ੍ਰੋਬਲਮ ਹੈਗੀ ਐਰਨ ਓਟੂਲ ਉਹਨਾਂ ਦੀ। ਮੈਨੂੰ ਨਹੀਂ ਲੱਗਦਾ ਜਾਂ ਤਾਂ ਉਹ ਪਾਲਿਸੀਜ਼ ਨਹੀਂ ਪੜ੍ਹਦੇ, ਠੀਕ ਹੈ ਨਾ। ਜੇ ਹੁਣ ਸਰੀ ਨਿਊਟਨ ਚ ਆ ਕੇ ਉਹ ਗੇੜਾ ਕੱਢ ਕੇ ਜਾਣ
ਜਦੋਂ ਉਹ ਦੇਖਣਗੇ ਕਿ 7.3 ਮਿਲੀਅਨ ਡਾਲਰ ਜਿਹੜੇ ਨੇ ਉਹ ਐਵਰੀ ਮੰਥ ਜਿਹੜਾ ਹੈਗਾ ਕੈਨੇਡਾ ਚਾਈਲਡ ਬੈਨੀਫਿਟ ਪੇਰੈਂਟਸ ਦੇ ਹੱਥ ਜਾ ਰਿਹਾ, ਔਰ ਪੇਰੈਂਟਸ ਆਪ ਡਿਸੀਜਨ ਮੇਕ ਕਰ ਰਹੇ ਆ ਵੀ ਉਹਨਾਂ ਨੇ ਆਪਣੇ ਬੱਚੇ ਜਿਹੜੇ ਆ ਉਹਨਾਂ ਨੂੰ ਕਿਹੋ ਜਿਹਾ ਚਾਈਲਡ ਕੇਅਰ ਜਿਹੜਾ ਵਾ ਉਹ ਦੇਣਾ ਹੈਗਾ। ਦੇਖੋ ਦੋਨੇ ਪਾਲਿਸੀਆਂ ਸਾਈਡ ਬਾਈ ਸਾਈਡ ਚੱਲੀਆਂ। ਜਿੱਥੇ ਜੀ। ਕੈਨੇਡਾ ਚਾਈਲਡ ਬੈਨੀਫਿਟ ਜਾ ਰਿਹਾ ਪੇਰੈਂਟਸ ਨੂੰ ਕੀ ਸੀਗਾ, ਜਦੋਂ ਐਰਨ ਓਟੂਲ ਉਹਨਾਂ ਨੂੰ ਪੁੱਛੇ, ਜਦੋਂ ਪ੍ਰਾਈਮ ਮਿਨਿਸਟਰ ਹਾਰਪਰ ਸੀਗੇ, ਉਹ ਕੀ ਕਰਦੇ ਸੀ? ਉਹ ਚਾਹੇ ਤੁਸੀਂ ਬਿਲੀਅਨ ਡਾਲਰ ਬਣਾਉਂਦੇ ਸੀ, ਚਾਹੇ ਮਿਲੀਅਨ ਬਣਾਉਂਦੇ ਸੀ, ਚਾਹੇ ਤੁਸੀਂ 10,000 ਬਣਾਉਂਦੇ ਸੀ, ਤੁਹਾਨੂੰ ਸਾਰਿਆਂ ਨੂੰ ਜਿਹੜਾ ਸੀ ਇੱਕੋ ਜਿਹੇ ਚੈੱਕ ਜਿਹੜੇ ਸੀ ਉਹ ਲਿਖੇ ਜਾਂਦੇ ਸੀ। ਹੂੰ। ਅਸੀਂ ਆ ਕੇ ਉਹ ਪਾਲਿਸੀ ਲੈ ਕੇ ਆਂਦੀ, ਇੱਕ ਲੈਂਡਮਾਰਕ ਕੈਨੇਡਾ ਚਾਈਲਡ ਬੈਨੀਫਿਟ ਪਾਲਿਸੀ, ਜਿਹੜੇ ਲੋਕਾਂ ਨੂੰ ਇਸ ਵੇਲੇ ਸਹੂਲਤ ਚਾਹੀਦੀ ਆ, ਨੀਡੀ ਨੇ ਉਹਨਾਂ ਨੂੰ ਦਿੱਤੀ ਗਈ, ਔਰ ਉਹਦੇ ਨਾਲ ਜਿਹੜੀਆਂ ਹੰਡਰਡਸ ਐਂਡ ਥਾਊਜ਼ੈਂਡਸ ਆਫ ਪੀਪਲ ਜਿਹੜੇ ਨੇ ਉਹਨਾਂ ਨੂੰ ਉਹਦਾ ਫਾਇਦਾ ਹੋਇਆ, ਬੱਚਿਆਂ ਨੂੰ। ਔਰ ਆਉਣ ਵਾਲੇ ਸਮੇਂ 'ਚ ਵੀ ਜਿਹੜੀ ਇਹ $10 ਡੇ ਕੇਅਰ ਪਾਲਿਸੀ ਹੈਗੀ ਆ, ਇਹ ਜਿਹੜੀ ਪਾਲਿਸੀ ਆ, ਇਹਦਾ ਵੱਡਾ ਫਾਇਦਾ ਜਿਹੜਾ ਹੈਗਾ ਉਹ ਸਾਡੇ ਬੱਚਿਆਂ ਨੂੰ ਹੋਣਾ, ਸਾਡੀ ਪ੍ਰੋਡਕਟਿਵਿਟੀ ਨੂੰ ਹੋਣਾ, ਸਾਡੀਆਂ ਬੀਬੀਆਂ ਜਿਹੜੀਆਂ ਨੇ, ਬੱਚੀਆਂ ਜਿਨ੍ਹਾਂ ਨੇ ਅੱਗੇ ਕੰਮਾਂ ਕਾਰਾਂ ਤੇ ਜਾਣਾ, ਉਹ ਐਟਲੀਸਟ ਪੀਸ ਆਫ ਮਾਈਂਡ ਹੋਊ ਉਹਨਾਂ ਨੂੰ ਕਿ ਉਹ ਇੱਕ ਵਧੀਆ ਜਿਹੜਾ ਰੈਗੂਲੇਟਡ ਚਾਈਲਡ ਕੇਅਰ ਹੋਊਗਾ, ਉਹਦੇ ਵਿੱਚ ਆਪਣੇ ਬੱਚੇ ਜਿਹੜੇ ਆ ਉਹ ਭੇਜ ਸਕਣਗੇ। ਐਰਨ ਓਟੂਲ ਜੇ ਇਸ ਵਿਸ਼ੇ ਤੇ ਫਿਊਚਰ ਦੇ ਵਿੱਚ ਇਲੈਕਸ਼ਨ ਲੜਨਾ ਚਾਹੁੰਦੇ ਨੇ ਤੇ ਉਹ ਲਿਆ ਸਕਦੇ ਆ ਆਪਣੀ ਪਾਲਿਸੀ, ਪਰ ਇਹ ਜੀ। ਦੱਸ ਸਕਦੇ ਆ ਵੀ ਜਿਹੜੀ ਅਸੀਂ ਪਾਲਿਸੀ ਲੈ ਕੇ ਆਏ, ਚਾਹੇ ਉਹ $10 ਡੇ ਚਾਈਲਡ ਕੇਅਰ ਜਿਹੜਾ ਵਾ ਉਹਦੀ ਗੱਲ ਕਰ ਲਈਏ, ਜਾਂ ਜਿਹੜੇ ਅਸੀਂ ਪਿੱਛੇ ਕੈਨੇਡਾ ਚਾਈਲਡ ਬੈਨੀਫਿਟਸ ਦਿੱਤੇ ਹੈਗੇ ਆ, ਤਕਰੀਬਨ $600 ਦੇ ਕਰੀਬ ਪ੍ਰਤੀ ਮਹੀਨਾ ਪਰ ਚਾਈਲਡ ਜਿਹੜਾ ਹੈਗਾ ਲੋੜੀਂਦੀਆਂ ਫੈਮਲੀਆਂ ਨੂੰ ਆ ਰਿਹਾ। ਉਹਦੇ ਵਿੱਚ ਮੈਨੂੰ ਅੱਜ ਤਾਈਂ ਕਿਸੇ ਨੇ ਨਹੀਂ ਕਿਹਾ, ਇਨਫੈਕਟ ਮੈਨੂੰ ਤਾਂ ਜਿਹੜੇ ਕੰਜ਼ਰਵੇਟਿਵ ਦੇ ਵੋਟਰ ਵੀ ਨੇ, ਯੰਗ ਫੈਮਲੀਜ਼ ਨੇ, ਉਹਨਾਂ ਨੇ ਵੀ ਕਿਹਾ ਵੀ ਅਸੀਂ ਅੱਗੇ ਕੰਜ਼ਰਵੇਟਿਵ ਨੂੰ ਵੋਟ ਪਾਉਂਦੇ ਸੀ, ਪਰ ਆਹ ਸਾਡਾ ਜਿਹੜਾ ਤੁਸੀਂ ਲੈ ਕੇ ਆਏ ਹੋ ਕੈਨੇਡਾ ਚਾਈਲਡ ਬੈਨੀਫਿਟ, ਇਹਨੇ ਸਾਨੂੰ ਬੜਾ ਇਨਕਰੇਜ ਕੀਤਾ। ਮੈਂ ਡੋਰ ਨੌਕਿੰਗ ਕਰਨ ਗਿਆ ਸੀ ਮੈਰਿਟ ਦੇ ਹਲਕੇ ਦੇ ਵਿੱਚ, ਔਰ ਓਕਾਨਾਗਨ ਦੇ ਵਿੱਚ। ਉੱਥੇ ਮੈਂ ਪੁੱਛਦਾ ਸੀ ਤੁਹਾਨੂੰ ਸਾਰਿਆਂ ਨਾਲੋਂ ਬੈਸਟ ਪਾਲਿਸੀ ਜਿਹੜੀ ਆ ਉਹ ਕਿਹੜੀ ਹੂੰ। ਲੱਗੀ? ਜਿਹੜੇ ਜਦੋਂ ਵੀ ਕਿਸੇ ਯੰਗ ਪੀਪਲ ਕੋਲ ਜਾਂਦੇ ਸੀਗੇ, ਕਪਲ ਕੋ, ਉਹ ਇਹੀ ਕਹਿੰਦੇ ਸੀ ਵੀ ਕੈਨੇਡਾ ਚਾਈਲਡ ਬੈਨੀਫਿਟ। ਸੋ ਮੈਂ ਟੇਕ ਪ੍ਰਾਈਡ ਕਰਦਾ ਜਿਹੜੀ ਲਿਬਰਲ ਗਵਰਨਮੈਂਟ ਨੇ ਆਪਣੀ ਪਾਲਿਸੀ ਲੈ ਕੇ ਆਂਦੀ, ਔਰ ਇਹ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਮਲ ਕਰਨਾ ਹੈਗਾ। ਇੱਕ ਲਾਸਟ ਕਮੈਂਟ ਲੈਣਾ ਚਾਹੂੰਗਾ ਜੀ ਤੁਹਾਡਾ। ਐਡਮਿੰਟਨ ਸ਼ਹਿਰ ਦੇ ਮੇਅਰ ਨੇ ਡੌਨ ਇਵੇਸਨ, ਉਹਨਾਂ ਵੱਲੋਂ ਸਟੇਟਮੈਂਟ ਆਈ ਹੈ ਕਿ ਜਿਹੜਾ ਤੁਸੀਂ ਰੈਪਿਡ ਹਾਊਸਿੰਗ ਦੇ ਲਈ $1.5 ਬਿਲੀਅਨ ਮਿਊਨਿਸਪੈਲਿਟੀਜ਼ ਨੂੰ ਦੇਣ ਜਾ ਰਹੇ ਜੇ, ਬਹੁਤ ਕਾਬਿਲੇ ਤਾਰੀਫ ਇੱਕ ਸਟੈਪ ਹੈਗਾ। ਪਰ ਉਹਨਾਂ ਨੇ ਕਿਹਾ ਕਿ ਜਿਹੜੀ ਫੈਡਰੇਸ਼ਨ ਆਫ ਕੈਨੇਡੀਅਨ ਮਿਊਨਿਸਪੈਲਿਟੀਜ਼ ਨੇ, ਉਹਨਾਂ ਨੇ $7 ਬਿਲੀਅਨ ਦੀ ਡਿਮਾਂਡ ਕੀਤੀ ਸੀ ਜੀ। ਤੇ ਉਹਦੇ ਨਾਲ ਜਿਹੜੀ ਹੋਮਲੈਸਨੈਸ ਆ, ਇਹ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਵੀ ਅੱਖੋਂ ਪਰੋਖੇ ਕਰ ਦਿੱਤੀ ਗਈ ਬਜਟ ਦੇ ਵਿੱਚ। ਦੇਖੋ, ਮੈਂ ਨਹੀਂ ਉਹਨਾਂ ਦੇ ਨਾਲ ਮੇਅਰ ਉਹਨਾਂ ਨਾਲ ਸਹਿਮਤ ਇਸ ਗੱਲ ਦੇ ਉੱਤੇ। ਜਦੋਂ ਮੈਂ ਲੋਕਲ ਮੇਅਰ ਮਕੈਲਮ ਨਾਲ ਗੱਲ ਕਰਦਾ ਤਾਂ ਬੜੇ ਖੁਸ਼ ਨੇ, ਹੂੰ। ਕਿਉਂਕਿ ਜਦੋਂ ਰੈਪਿਡ ਹਾਊਸਿੰਗ ਦੀ ਗੱਲ ਆਈ ਹੈ, ਜਦੋਂ ਅਸੀਂ ਇਹ ਤਜਵੀਜ਼ ਲੈ ਕੇ ਆਏ ਆ ਕਿ ਅਸੀਂ ਜਿਹੜਾ ਵਾ ਪਹਿਲਾਂ ਤਾਂ ਇਹ ਸੀਗਾ ਵੀ ਗਵਰਨਮੈਂਟ ਨੇ ਲੈਂਡਮਾਰਕ ਜਿਹੜੀ ਸੀਗੀ 10 ਈਅਰ ਪਾਲਿਸੀ ਲੈ ਕੇ ਆਂਦੀ, $44 ਬਿਲੀਅਨ ਜਿਹੜੇ ਸੀ ਉਹ ਇਨਵੈਸਟ ਕੀਤੇ ਹਾਊਸਿੰਗ ਦੇ ਵਿੱਚ। ਉਸ ਤੋਂ ਬਾਅਦ ਸੂਬਿਆਂ ਨਾਲ ਰਲ ਕੇ ਜਿਹੜਾ ਸੀਗਾ ਅਸੀਂ ਪ੍ਰੋਜੈਕਟ ਲੈ ਕੇ ਆਏ ਸੀ ਅਫੋਰਡੇਬਲ ਹਾਊਸਿੰਗ ਦੇ। ਮੇਰੀ ਆਪਣੀ ਕੰਸਟੀਚੁਐਂਸੀ 'ਚ ਉਹਨੇ ਪੋਜ਼ਿਟਿਵ ਅਸਰ ਦਿੱਤਾ। ਜਿਹੜਾ ਹੁਣ ਬਜਟ ਹੈਗਾ ਉਹ ਐਡੀਸ਼ਨਲ $2.5 ਬਿਲੀਅਨ ਜਿਹੜੇ ਨੇ 7 ਈਅਰਸ ਦੇ ਲਈ ਜਿਹੜਾ ਅੱਗੇ ਉਹ ਦੇਣੇ ਹੈਗੇ ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੂੰ, ਜਾਂ ਐਡੀਸ਼ਨਲ $1.5 ਬਿਲੀਅਨ ਜਿਹਦੀ ਤੁਸੀਂ ਗੱਲ ਕਰਦੇ ਹੈਗੇ ਹੋ ਰੈਪਿਡ ਹਾਊਸਿੰਗ ਦੀ ਇਨੀਸ਼ੀਏਟਿਵ ਦੀ, ਜਿਹੜਾ ਅਸੀਂ ਸ਼ੁਰੂ ਕੀਤਾ, ਉਹ ਹੂੰ। ਅਰਜੈਂਟ ਨੀਡ ਸੀ। ਉਹਦੇ ਵਿੱਚ ਜਿੱਥੇ ਮੇਅਰ ਮਕੈਲਮ ਨਾਲ ਗੱਲ ਹੋਈ ਆ ਸਾਡੇ, ਕਿਉਂਕਿ ਮੈਂ ਆਪਣੀ ਸਿਟੀ ਦੀ ਗੱਲ ਕਰ ਸਕਦਾ, ਜੀ। ਮੈਨੂੰ ਨਹੀਂ ਪਤਾ ਵੀ ਮੇਅਰ ਉਹਨਾਂ ਨਾਲ ਤੁਹਾਡੇ ਕੀ ਗੱਲ ਹੋਈ ਮਿਨਿਸਟਰ ਦੀ। ਜਿੱਦੇ ਮਿਨਿਸਟਰ ਉਹਨਾਂ ਨੇ ਫੋਨ ਕੀਤਾ, ਵਿਦਨ 24 ਆਵਰ ਜਿਹੜਾ ਸੀਗਾ ਮੇਅਰ ਮਕੈਲਮ ਜਿਹੜੇ ਸੀ ਉਹਨਾਂ ਨੇ ਇਨੀਸ਼ੀਏਟਿਵ ਦਿਖਾਇਆ, ਉਹਨਾਂ ਨੇ ਪ੍ਰੋਜੈਕਟ ਲਿਆ ਕੇ ਸਾਹਮਣੇ ਰੱਖਿਆ, $26 ਮਿਲੀਅਨ ਜਿਹੜੇ ਸੀ ਉਹਨਾਂ ਨੂੰ ਦਿੱਤੇ, ਔਰ ਉਹਨਾਂ ਨੇ ਉਹਦੀ ਸਲਾਹਨਾ ਕੀਤੀ। ਔਰ ਮੰਤਰੀ ਜੀ ਨੇ ਨਾਲ ਹੀ ਕਿਹਾ ਵੀ ਜੇਕਰ ਤੁਸੀਂ ਇਹਨੂੰ ਪ੍ਰੋਜੈਕਟ ਨੂੰ ਸਮੇਂ ਸਿਰ ਕੰਪਲੀਟ ਕਰ ਲੈਂਦੇ ਹੋ, ਫਿਨਿਸ਼ ਕਰ ਲੈਂਦੇ ਹੋ, ਤੁਹਾਨੂੰ ਹੋਰ ਐਡੀਸ਼ਨਲ ਜਿਹੜੇ ਆ ਅਸੀਂ ਰੈਪਿਡ ਹਾਊਸਿੰਗ ਦੇ ਵਿੱਚ ਦੇਵਾਂਗੇ। ਸੋ ਜਿੱਥੇ ਥਾਈਂ ਲੋਕਲ ਮੇਅਰਸ ਦੀ ਗੱਲ ਹੈਗੀ ਆ, ਉਹ ਬੜੇ ਖੁਸ਼ ਨੇ ਇਸ ਰੈਪਿਡ ਹਾਊਸਿੰਗ ਪ੍ਰੋਗਰਾਮ ਤੋਂ। ਹੋਪਫੁਲੀ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਹੈਗਾ, ਜੇ ਉਹਨਾਂ ਨੇ ਉਹ ਪਲਾਨ ਜਿਹੜੀ ਸੀਗੀ ਮਿਨਿਸਟਰ ਨੂੰ ਉਸ ਵੇਲੇ ਦਿੱਤੀ ਹੁੰਦੀ, ਜਿਹੜੇ ਇਨਵੈਸਟਮੈਂਟ ਉਹਨਾਂ ਨੇ ਕਰਨੀ ਆ ਔਰ ਪ੍ਰੋਜੈਕਟ ਸ਼ੁਰੂ ਕਰਨਾ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਉਹ ਪੂਰੀ ਨਾ ਕੀਤੀ ਹੋਵੇ। ਕਿਉਂਕਿ ਹਮੇਸ਼ਾ ਹੀ ਜਿਹੜਾ ਸੀ ਰੈਪਿਡ ਹਾਊਸਿੰਗ ਇਸੇ ਕਰਕੇ ਕਿਹਾ ਨਾ, ਸੀ ਪਹਿਲਾਂ ਅਸੀਂ ਸੂਬਿਆਂ ਦੇ ਥਰੂ ਮਿਊਨਿਸਪੈਲਿਟੀ ਪਾਉਂਦੇ ਸੀ, ਹੁਣ ਜੀ। ਮਿਨਿਸਟਰ ਨੇ ਸਿੱਧਾ ਰਾਬਤਾ ਪੈਦਾ ਕੀਤਾ ਮਿਊਨਿਸਪੈਲਿਟੀ ਦੇ ਮੇਅਰ ਦੇ ਔਰ ਕਾਉਂਸਲ ਦੇ ਨਾਲ, ਤਾਂ ਕਿ ਉਹਨਾਂ ਨਾਲ ਰਲ ਕੇ ਕੰਮ ਕਰੀਏ। ਸੋ ਜੇ ਉਹਨਾਂ ਨੂੰ ਇਹਦੇ ਬਾਰੇ ਇਸ਼ੂ ਹੈਗਾ
ਲੋਕਲ ਮੈਂਬਰਸ ਆਫ ਪਾਰਲੀਮੈਂਟ ਨੇ, ਉਹਨਾਂ ਕੋਲ ਮੇਅਰ ਜਾ ਸਕਦੇ, ਉਹਨਾਂ ਨਾਲ ਮੀਟਿੰਗ ਕਰ ਸਕਦੇ ਆ। ਉਹ ਇਸ਼ੂ ਜਿਹੜਾ ਹੈਗਾ ਉਹ ਮਿਨਿਸਟਰ ਕੋਲ ਲਿਜਾ ਕੇ ਲੈ ਕੇ ਜਾ ਸਕਦੇ। ਮੈਨੂੰ ਲੱਗਦਾ ਇਹ ਇੰਡੀਵਿਜੂਅਲ ਮਸਲਾ ਹੋਏਗਾ, ਜੀ ਨਾ ਕਿ ਜਿਹੜੀ ਆ ਇਹ ਜਨਰਲ ਪਾਲਿਸੀ ਦੀ ਗੱਲ ਜਿਹੜੀ ਆ ਉਹ ਕਰ ਰਹੇ ਨੇ ਮੇਅਰ। ਧਾਲੀਵਾਲ ਸਾਹਿਬ, ਮੈਨੂੰ ਲੱਗਦਾ ਵੀ ਅਸੀਂ ਬਜਟ ਦੇ ਇਕੱਲੇ ਬਿੰਦੂ ਦੇ ਉੱਪਰ ਵਿਸਥਾਰ ਸਹਿਤ ਚਰਚਾ ਕੀਤੀ ਹੈ, ਔਰ ਬਜਟ ਜਿਹੜਾ ਵਾ ਜੀ, ਮੈਨੂੰ ਲੱਗਦਾ ਵੀ ਹਰੇਕ ਤਬਕੇ ਦੇ ਲਈ, ਹਰੇਕ ਵਰਗ ਦੇ ਲਈ ਕੁਛ ਨਾ ਕੁਛ ਅਰੇਂਜਮੈਂਟ ਜਿਹੜੇ ਨੇ, ਉਹ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਕੀ ਲੱਗਦਾ ਕਿ ਬਜਟ ਦੇ ਪਾਸ ਹੋਣ ਦੇ ਵਿੱਚ ਕੋਈ ਦਿੱਕਤਾਂ ਆ ਸਕਦੀਆਂ ਨੇ ਜੀ? ਦੇਖੋ, ਜਿਹੜਾ ਬਜਟ ਪਾਸ ਹੋਣਾ ਉਹ ਆਪੋਜੀਸ਼ਨ ਪਾਰਟੀ ਤੇ ਡਿਪੈਂਡ ਕਰਦਾ ਹੈਗਾ। ਇੱਕ ਵਧੀਆ ਬਜਟ ਆ, ਉਹਦੇ ਵਿੱਚ ਆਲਰੇਡੀ ਜਿਹੜਾ ਵਾ ਤੁਸੀਂ ਜਿਸ ਤਰ੍ਹਾਂ ਦੱਸਿਆ, ਐਨਡੀਪੀ ਦੇ ਲੀਡਰ ਸਰਦਾਰ ਜਗਮੀਤ ਸਿੰਘ ਹੋਣੀ ਨੇ, ਉਹਨਾਂ ਨੇ ਆਲਰੇਡੀ ਇਹ ਫੈਸਲਾ ਲੈ ਲਿਆ ਕਿ ਉਹ ਬਜਟ ਦੀ ਸਪੋਰਟ ਕਰਨਗੇ। ਇੱਕ ਵਧੀਆ ਪੋਜ਼ਿਟਿਵ ਕਦਮ ਹੈਗਾ। ਔਰ ਨਾਲ ਹੀ ਮੈਨੂੰ ਲੱਗਦਾ ਕਿ ਜਦੋਂ ਬਲਾਕ ਕੁਬੈਕਵਾ ਦੇ ਲੀਡਰ ਦੀ ਗੱਲ ਵੀ ਕਰਦੇ ਹਾਂ, ਕੱਲ ਉਹਨਾਂ ਦੇ ਵਿੱਚੋਂ ਵੀ ਇਹੀ ਝਲਕ ਪੈ ਰਹੀ ਸੀ ਕਿ ਉਹਨਾਂ ਨੇ ਵੀ ਇਹ ਕਿਹਾ ਸੀ ਕਿ ਇਹ ਬਜਟ ਜਿਹੜਾ ਹੈਗਾ ਇਹ ਕੁਬੈਕ ਸੂਬੇ ਲਈ ਵੀ ਇੱਕ ਪੋਜ਼ਿਟਿਵ ਚੀਜ਼ਾਂ, ਇਹਦੇ ਵਿੱਚ ਕਾਫੀ ਚੀਜ਼ਾਂ ਨੇ ਜਿਹੜੀਆਂ ਉਹ ਹੈਲਪ ਕਰਨਗੀਆਂ, ਉਹ ਲੈ ਕੇ ਆ ਰਿਹਾ। ਸੋ ਅਸੀਂ ਜਿਹੜੀ ਹੈਗੀ ਆ ਇਹਦੀ ਸਪੋਰਟ ਜਿਹੜੀ ਆ ਉਹ ਕਰਾਂਗੇ। ਜਦੋਂ ਬਾਕੀ ਸੂਬਿਆਂ ਦੀ ਗੱਲ ਕਰਦੇ ਹਾਂ, ਕੁਬੈਕ ਦੇ ਵਿੱਚ ਤਾਂ $10 ਡੇ ਕੇਅਰ ਹੈਗਾ ਹੀ ਆ, ਜੀ ਜੀ ਠੀਕ ਹੈ ਨਹੀਂ? ਤੇ ਇਹ ਤਾਂ ਬਾਕੀ ਸੂਬਿਆਂ ਨੂੰ ਇੱਕ ਲੈਂਡਮਾਰਕ ਪਾਲਿਸੀ ਜਿਹੜੀ ਲੈ ਕੇ ਆਂਦੀ ਆ, ਉਹਦਾ ਵੱਡਾ ਅਸਰ ਹੋਣਾ ਹੈਗਾ। ਸੋ ਜਿਹੜੀਆਂ ਦੂਜੀਆਂ ਪਾਰਟੀਆਂ ਹੈਗੀਆਂ ਉਹਨੂੰ ਕੈਨੇਡੀਅਨਜ਼ ਐਟ ਲਾਰਜ ਨੂੰ ਮੱਦੇਨਜ਼ਰ ਰੱਖਦਿਆਂ ਪੂਰੀ ਸਪੋਰਟ ਕਰਨਗੀਆਂ। ਮੈਨੂੰ ਤਾਂ ਲੱਗਦਾ ਕਿ ਉਹ ਟੂਲ ਵੀ ਜਿਹੜੇ ਆ ਉਹਨਾਂ ਨੂੰ ਵੀ ਚਾਹੀਦਾ ਕਿ ਇਸ ਵਾਰੀ ਇਹ ਬਜਟ ਦੀ ਜਿਹੜੀ ਆ ਉਹ ਸਪੋਰਟ ਕਰਨ, ਜਿਹਦੇ ਵਿੱਚ, ਕਿਉਂਕਿ ਜਦੋਂ ਆਪਾਂ ਇਕਨੋਮਿਕ ਅਪਰਚੂਨਿਟੀ ਦੀ ਗੱਲ ਕਰਦੇ ਹਾਂ, ਜਿੱਥੇ 1 ਮਿਲੀਅਨ ਨਵੀਆਂ ਜੌਬਸ ਕ੍ਰੀਏਟ ਕਰਨੀਆਂ ਹੈਗੀਆਂ, ਐਡੀ ਵੱਡੀ ਗਿਣਤੀ ਦੇ ਵਿੱਚ $1.9 ਬਿਲੀਅਨ ਦੇ ਕਰੀਬ ਇਨਫਰਾਸਟ੍ਰਕਚਰ ਦੇ ਵਿੱਚ ਐਡੀਸ਼ਨਲ ਇਨਵੈਸਟਮੈਂਟਸ ਕਰਨੀਆਂ ਨੇ, 올ਡ ਏਜ ਸੀਨੀਅਰ ਜਿਹੜੀ ਆ ਉਹਨਾਂ ਦੀ ਪੈਨਸ਼ਨ 10% ਵਧਾਉਣੀ ਹੈਗੀ ਆ, ਹੈਲਥ ਟਰਾਂਸਫਰ ਜਿਹੜੀਆਂ ਨੇ ਸੂਬਿਆਂ ਨੂੰ ਉਹਦੇ ਵਿੱਚ ਜੀ ਵਾਧਾ ਕਰਨਾ ਹੈ। ਸੋ ਇਹ ਜਦੋਂ ਦੇਖਦੇ ਹਾਂ ਸਾਰੀਆਂ ਚੀਜ਼ਾਂ, $101 ਬਿਲੀਅਨ ਇਨਵੈਸਟਮੈਂਟ ਕਰਨੇ ਹੈਗੇ ਆ ਨਵੀਆਂ ਇਨੋਵੇਟਿਵ ਟੈਕਨੋਲੋਜੀ ਦੇ ਵਿੱਚ, ਗ੍ਰੀਨ ਟੈਕਨੋਲੋਜੀਜ਼। ਸੋ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਾ ਆ ਸਕੇ ਸਾਰੀਆਂ ਪਾਰਟੀ ਦੇ ਲੀਡਰ ਜਿਹੜੇ ਆ ਇਸ ਬਜਟ ਦੀ ਸਪੋਰਟ ਕਰਨਗੇ ਤੇ ਇਲੈਕਸ਼ਨ ਟਾਲਣਗੇ, ਤੇ ਕੈਨੇਡੀਅਨ ਲੋਕ ਜਿਹੜੇ ਆ ਉਹਨਾਂ ਦਾ ਜਨ ਜੀਵਨ ਜਿਹੜਾ ਹੈਗਾ ਉਹਦੇ ਵਿੱਚ ਪੋਜ਼ਿਟਿਵ ਕੰਟਰੀਬਿਊਸ਼ਨਸ ਆਪਣੀਆਂ ਕਰਨਗੇ। ਧਾਲੀਵਾਲ ਸਾਹਿਬ, ਇੱਕ ਛੋਟਾ ਜਿਹਾ ਸਵਾਲ ਵੀ, ਜਿਵੇਂ ਜਗਮੀਤ ਸਿੰਘ ਜੀ ਜਾਂ ਆਪੋਜੀਸ਼ਨ ਪਾਰਟੀ ਦੇ ਲੀਡਰ ਬਜਟ ਨੂੰ ਸਪੋਰਟ ਕਰਦੇ ਨੇ, ਉਹਨਾਂ ਵੱਲੋਂ ਪ੍ਰਪੋਜ਼ ਕੀਤੀਆਂ ਗਈਆਂ ਜਿਹੜੀਆਂ ਅਮੈਂਡਮੈਂਟਸ ਨੇ, ਉਹਨਾਂ ਦੀ ਕੋਈ ਪੋਸੀਬਿਲਿਟੀ ਹੈਗੀ ਜੀ? ਦੇਖੋ, ਸਮੇਂ-ਸਮੇਂ ਮੁਤਾਬਕ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪ੍ਰਾਈਮ ਮਿਨਿਸਟਰ ਜਿਹੜੇ ਜਸਟਿਨ ਟਰੂਡੋ ਨੇ ਔਰ ਲਿਬਰਲ ਸਰਕਾਰ ਆ, ਉਹਨੇ ਸੂਬਿਆਂ ਦੇ ਨਾਲ ਬਹੁਤ ਵੱਡੀ ਗਿਣਤੀ 'ਚ ਮੀਟਿੰਗਾਂ ਕੀਤੀਆਂ। ਪਹਿਲੀ ਵਾਰ ਜੀ ਹੋਇਆ ਹੋਊਗਾ ਵੀ ਇੰਨੀਆਂ ਵਰਚੁਅਲ ਮੀਟਿੰਗ ਕਿਸੇ ਪ੍ਰਾਈਮ ਮਿਨਿਸਟਰ ਨੇ ਰਾਬਤਾ ਪੈਦਾ ਕੀਤਾ ਹੋਵੇ ਫਸਟ ਮਿਨਿਸਟਰ ਦੇ ਨਾਲ। ਔਰ ਉਹਦੇ ਵਿੱਚ ਕੀ ਸੀਗਾ, ਉਹ ਜਿਸ ਤਰੀਕੇ ਦੇ ਨਾਲ ਉਹ ਚੇਂਜਸ ਚਾਹੁੰਦੇ ਸੀ, ਉਹ ਚੇਂਜਸ ਆਉਂਦੀਆਂ ਰਹੀਆਂ। ਇਸੇ ਤਰ੍ਹਾਂ ਕੋਵਿਡ-19 ਦੀ ਸਿਚੁਏਸ਼ਨ 'ਚ ਐਵਰੀ ਡੇ ਉਹ ਹੁੰਦੇ ਸੀਗੇ ਲੋਕਾਂ ਦੇ ਰੂਬਰੂ। ਕਿਉਂ ਹੁੰਦੇ ਸੀ? ਕਿਉਂਕਿ ਐਵਰੀ ਡੇ ਸਿਚੁਏਸ਼ਨ ਚੇਂਜ ਹੁੰਦੀ ਸੀ, ਉਹਦੇ ਮੁਤਾਬਕ ਉਹ ਪਾਲਿਸੀ ਢਾਲੀ ਜਾਂਦੇ ਸੀ। ਇਸੇ ਤਰ੍ਹਾਂ ਜੇ ਪਿੱਛੇ ਦੇਖਿਆ ਜਾਵੇ ਤਾਂ ਅੱਜ ਤੱਕ ਜਿੰਨੀਆਂ ਵੀ ਪਾਲਿਸੀਆਂ ਲੈ ਕੇ ਆਏ ਆ, ਇਨਵੈਸਟਮੈਂਟਸ ਲਿਆਂਦੀਆਂ, ਉਹ ਆਪੋਜੀਸ਼ਨ ਪਾਰਟੀਜ਼ ਨੂੰ ਯੂਨੈਨਿਮਸਲੀ ਨਾਲ ਲੈ ਕੇ ਚੱਲੇ ਹੈਗੇ ਆ, ਠੀਕ ਹੈ ਜੀ ਨਾ? ਆਉਣ ਵਾਲੇ ਦਿਨਾਂ ਦੇ ਵਿੱਚ ਸਮਾਂ ਦੱਸੂਗਾ ਕਿ ਕਿਸ ਤਰੀਕੇ ਦੇ ਨਾਲ, ਜੇ ਤਾਂ ਪਾਰਟੀ ਆਪੋਜੀਸ਼ਨ ਪਾਰਟੀ ਰੀਅਲੀ ਚਾਹੁੰਦੀਆਂ ਨੇ ਵੀ ਕੰਸਟਰਕਟਿਵ ਤਰੀਕੇ ਦੇ ਨਾਲ ਇਨਕਾਰਪੋਰੇਟ ਕਰਨਾ ਹੈਗਾ, ਤਾਂ ਅਸੀਂ ਹਮੇਸ਼ਾ ਜਿਹੜਾ ਵਾ ਦਿਲ ਖੁੱਲ੍ਹ ਕੇ ਚੱਲੇ ਆ ਪ੍ਰਾਈਮ ਮਿਨਿਸਟਰ। ਪਰ ਜੇ ਉਹ ਵਿਘਨ ਪਾਉਣਗੇ ਹੂੰ ਕਿ ਲੋਕਾਂ ਥਾਈਂ ਜਿਹੜੀਆਂ ਸਹੂਲਤਾਂ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਦਾ ਜਨ ਜੀਵਨ ਜਾਂ ਬਿਜ਼ਨਸ ਦਾ, ਜੇ ਉਹਦੇ ਵਿੱਚ ਰਾਬਤਾ ਜਿਹੜਾ ਵਾ ਰੋੜਾ ਬਣਦੇ ਹੈਗੇ ਆ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਠੀਕ ਹੋਊਗਾ। ਇਨਫੈਕਟ ਜੋ ਕਹੀ ਜ਼ਰੂਰ ਜਾਂਦੇ ਹੋਣਗੇ ਜੀ ਅਸੀਂ ਬਜਟ ਨੂੰ ਸਪੋਰਟ ਕਰਦੇ ਹਾਂ, ਇਲੈਕਸ਼ਨ ਨਹੀਂ ਚਾਹੁੰਦੇ, ਪਰ ਇਨਫੈਕਟ ਜਿਹੜਾ ਹੈਗਾ ਆਪੋਜੀਸ਼ਨ ਪਾਰਟੀ ਜਿਹੜੀਆਂ ਨੇ ਉਹ ਇੱਕੋ ਇੱਕ ਪਾਸੇ ਨੂੰ ਉਹਨਾਂ ਦਾ ਧਿਆਨ ਲੱਗਿਆ ਹੋਇਆ। ਉਹ ਲੱਗਿਆ ਹੋਇਆ ਵੀ ਕਿੰਨੀ ਜਲਦੀ ਜਿਹੜਾ ਵਾ ਉਹ ਇਲੈਕਸ਼ਨ ਕਰਾਈਏ ਤਾਂ ਕਿ ਹੋ ਸਕਦਾ ਕਿ ਉਹ ਸਰਕਾਰ ਦੇ ਵਿੱਚ ਬੰਦਲ ਸੰਭਵ ਲਿਆ ਸਕਣ। ਚਲੋ ਜੀ, ਆਸ ਕਰਦੇ ਹਾਂ ਕਿ ਜਿਹੜਾ ਬਜਟ ਪ੍ਰਪੋਜ਼ ਕੀਤਾ ਗਿਆ ਸਾਰੇ ਵਰਗਾਂ ਦੇ ਲਈ ਬਹੁਤ ਬਿਹਤਰ ਬਜਟ ਆ, ਔਰ ਇਹ ਸਕਸੈਸਫੁਲੀ ਪਾਸ ਹੋ ਜਾਏ, ਔਰ ਜਿਹੜੇ ਕੈਨੇਡੀਅਨਸ ਇਨ ਨੀਡ ਨੇ ਉਹਨਾਂ ਤੱਕ ਸਾਰੀਆਂ ਸਹੂਲਤਾਂ ਪਹੁੰਚ ਸਕਣ। ਧਾਲੀਵਾਲ ਸਾਹਿਬ, ਤੁਸੀਂ ਸਮਾਂ ਕੱਢਿਆ, ਮੈਨੂੰ ਪਤਾ ਤੁਸੀਂ ਬਹੁਤ ਮਸ਼ਰੂਫ ਜੇ ਬਜਟ ਦੇ ਸਿਲਸਿਲੇ ਵਿੱਚ, ਤੁਹਾਡੀਆਂ ਸਟੈਂਡਿੰਗ ਕਮੇਟੀਜ਼ ਦੇ ਵਿੱਚ ਵੀ ਲਾਇਬਿਲਿਟੀਜ਼ ਨੇ। ਬਹੁਤ ਬਹੁਤ ਧੰਨਵਾਦ ਆ ਜੀ। ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਕੋਈ ਖਾਸ ਸੁਨੇਹਾ ਦੇਣਾ ਹੋ, ਤੁਸੀਂ ਦੇ ਸਕਦੇ ਜੀ। ਸਾਰਿਆਂ ਨਾਲੋਂ ਪਹਿਲਾਂ ਇੱਕ ਸੁਨੇਹਾ ਤਾਂ ਦਰਸ਼ਕਾਂ ਨੂੰ ਇਹ ਹੈ ਵੀ ਤੁਹਾਡਾ ਧੰਨਵਾਦ ਕਰਦਾ ਮੈਂ ਉਹਨਾਂ ਵੱਲੋਂ ਵੀ, ਆਪਦੇ ਵੱਲੋਂ ਵੀ, ਕਿਉਂਕਿ ਜੀ ਜਿਹੜੀ ਟਾਈਮਲੀ ਇਨਫੋਰਮੇਸ਼ਨ ਹੈ ਐਡੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਤੱਕ ਲੈ ਕੇ ਜਾਣੀ ਆ, ਕੈਨੇਡੀਅਨ ਤੱਕ ਲੈ ਕੇ ਜਾਣੀ ਆ, ਉਹ ਇੱਕ ਬਹੁਤ ਜ਼ਰੂਰੀ ਕਦਮ ਹੈਗਾ। ਔਰ ਤੁਸੀਂ ਇਹ ਕਦਮ ਹੁਣ ਵੀ ਚੱਕਿਆ, ਔਰ ਕੋਵਿਡ-19 ਦੀ ਦਿਸ਼ਾ ਦੇ ਵਿੱਚ ਸਮੇਂ-ਸਮੇਂ ਮੁਤਾਬਕ ਆਪਣੇ ਮਾਧਿਅਮ ਰਾਹੀਂ ਉਹਨਾਂ ਨੂੰ ਐਜੂਕੇਟ ਕਰਦੇ ਰਹੇ, ਉਹਨਾਂ ਨੂੰ ਇਨਫੋਰਮੇਸ਼ਨ ਪਹੁੰਚਾਉਂਦੇ ਰਹੇ। ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ। ਦੂਸਰਾ ਮੈਂ ਇਹ ਕਹਿਣਾ
ਵੀ ਦੇਖੋ ਕੋਵਿਡ-19 ਦੀ ਸਿਚੁਏਸ਼ਨ ਹਜੇ ਖਤਮ ਨਹੀਂ ਹੋਈ। ਹੂੰ ਤੁਸੀਂ ontario ਦੀ ਐਗਜ਼ਾਮਪਲ ਦੇਖ ਲਓ, ਬੰਦ ਪਿਆ। ਸੋ ਸਾਨੂੰ ਚਾਹੀਦਾ ਕਿ ਅਸੀਂ ਜਿਹੜਾ ਵਾ ਵੱਧ ਤੋਂ ਵੱਧ ਪ੍ਰੀਕਾਸ਼ਨਸ ਲਈਏ, ਆਪਣੇ ਆਪ ਨੂੰ ਜਿਹੜਾ ਫਿਜ਼ੀਕਲ ਡਿਸਟੈਂਸ ਮੇਨਟੇਨ ਕਰੀਏ, ਘੱਟ ਤੋਂ ਘੱਟ ਬਾਹਰ ਜਾਈਏ ਔਰ ਹੂੰ ਵੈਕਸੀਨ ਜਿਹੜੀ ਆ ਉਹ ਲਵਾਈਏ, ਆਪਣੇ ਆਪ ਨੂੰ ਮਾਸਕ ਪਹਿਨੀਏ ਔਰ ਇੱਕ ਖਾਸ ਕਰਕੇ ਜਿਹੜਾ ਨਾਨ ਐਸੈਂਸ਼ੀਅਲ ਟਰੈਵਲ ਹੈਗਾ ਨਾ, ਇਹਨੂੰ ਤਾਂ ਬਿਲਕੁਲ ਬਿਲਕੁਲ ਬੰਦ ਕਰ ਦਿਓ। ਜੇ ਜੀ ਕੋਈ ਨਾਨ ਐਸੈਂਸ਼ੀਅਲ ਟਰੈਵਲ ਕਰਦਾ ਤੁਹਾਡਾ ਮਿੱਤਰ, ਰਿਸ਼ਤੇਦਾਰ, ਉਹ ਤੁਹਾਡੇ ਲਈ ਇੱਕ ਖਤਰਾ ਜਿਹੜਾ ਵਾ ਉਹ ਪੈਦਾ ਕਰ ਰਿਹਾ, ਕੋਸ਼ਿਸ਼ ਕਰੋ ਉਹਨੂੰ ਡਿਸਕਰੇਜ ਕਰਨ ਦੀ। ਸੋ ਇਹਨਾਂ ਜੀ ਚੀਜ਼ਾਂ ਨੂੰ ਧਿਆਨ ਰੱਖੀਏ, ਸਿਹਤ ਦਾ ਧਿਆਨ ਰੱਖੀਏ, ਪ੍ਰਮਾਤਮਾ ਕਰੇ ਤੁਸੀਂ ਔਰ ਤੁਹਾਡੇ ਸਾਰੇ ਦਰਸ਼ਕ ਜਿਹੜੇ ਆ ਉਹ ਚੜ੍ਹਦੀ ਕਲਾ ਚ ਰਹਿਣ। ਇਸੇ ਤਰ੍ਹਾਂ ਸਮੇਂ ਮੁਤਾਬਕ ਤੁਸੀਂ ਸਾਨੂੰ ਅਕਾਊਂਟੇਬਲ ਜਿਹੜਾ ਉਹ ਠਹਿਰਾਉਂਦੇ ਰਹੋ। ਜਦੋਂ ਸਾਨੂੰ ਅਕਾਊਂਟੇਬਲ ਠਹਿਰਾਉਂਦੇ ਹੋ, ਸਾਨੂੰ ਇਸ ਗੱਲ 'ਚ ਮਾਣ ਵੀ ਮਹਿਸੂਸ ਹੁੰਦਾ ਕਿ ਅਸੀਂ ਜਿਹੜਾ ਹੈਗਾ, ਲੋਕਾਂ ਨੇ ਸਾਨੂੰ ਜਿਹੜਾ ਫਤਵਾ ਦਿੱਤਾ ਹੈਗਾ, ਉਸ ਹੂੰ ਫਤਵੇ ਨੂੰ ਮਨਜ਼ੂਰ ਕਰਦੇ ਹਾਂ। ਲੋਕਾਂ ਦੀ ਕਚਹਿਰੀ ਦੇ ਵਿੱਚ, ਤੁਹਾਡੀ ਕਚਹਿਰੀ ਦੇ ਵਿੱਚ ਜਿਹੜੀ ਹੈਗੀ ਮੀਡੀਆ ਦੇ, ਉਹ ਅਸੀਂ ਸ਼ਾਮਲ ਹੁੰਦੇ ਹਾਂ। ਫਿਰ ਇੱਕ ਵਾਰ ਤਹਿ ਦਿਲੋਂ ਤੁਹਾਡਾ ਧੰਨਵਾਦ। ਚੜ੍ਹਦੀ ਕਲਾ ਲਈ, ਤੁਹਾਡੇ ਲਈ, ਤੁਹਾਡੇ ਦਰਸ਼ਕਾਂ ਲਈ ਅਰਦਾਸ। ਧਾਲੀਵਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਹਾਨੂੰ ਹਾਕ ਮਾਰਾਂਗੇ ਜੀ, ਜਦੋਂ ਕੋਈ ਨਵੀਆਂ ਅਪਡੇਟਸ ਲੈ ਕੇ ਆਓਗੇ। ਤਦ ਤੱਕ ਲਈ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ।